आप उपाय, मानस जन्म गुर भगत दृढ़ाए, बिन भगति बिष्टा विच वासा, बिष्टा विच फिर पाएंदा। ਇੱਥੇ ਪਹਿਲੀ ਪੰਕਤੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਨੇ ਵੀ 1,84 ਆਪ ਉਪਾਏ। ਕੁਦਰਤਨ ਮੈਂ 2 ਦਿਨ ਪਹਿਲੇ ਆਈ ਵਾਸ ਜਸਟ ਮੈਂ ਜਿਵੇਂ ਸ਼ਬਦ ਪੜ੍ਹਦਾ ਪਿਆ ਸੀ ਤੇ ਆਈ ਇਵਨ ਸਰਚਡ ਔਨ ਦੀ ਇੰਟਰਨੈਟ ਕਿ ਵੀ ਜਿਹੜਾ ਮੋਸਟ ਫੇਅਰ ਐਸਟੀਮੇਟ ਆਫ ਜਿਹੜਾ ਸਪੀਸ਼ੀਜ਼ ਕਹਿੰਦੇ ਨੇ ਵੀ ਮੈਂ ਉਹਦਾ ਸਕਰੀਨਸ਼ਾਟ ਫਿਰ ਤੇਜਿੰਦਰਪਾਲ ਵੀਰ ਜੀ ਨੂੰ ਵੀ ਭੇਜਿਆ ਤੇ ਸਤਬੀਰ ਵੀਰ ਜੀ ਨੂੰ ਵੀ ਭੇਜਿਆ just for ਉਹਦੇ ਕਹ ਲਓ ਵੀ authentication ਵਾਸਤੇ ਵੀ today they are talking about today ਅੱਜ ਜਿਹੜੀ ਗੱਲ ਪੇ ਕਰਦੇ ਨੇ they are talking about the most fair estimate। ਇਹ ਨਹੀਂ ਕਹਿ ਰਹੇ ਕਿ ਉਹਨਾਂ ਨੇ ਉਹ ਕਹਿੰਦੇ ਨੇ most fair estimate is by 8.7 million ਜਿਹੜੇ ਨੇ ਉਹ species ਹਨ। they are not talking about ਕਿ ਅਸੀਂ ਸਾਰਿਆਂ ਨੂੰ ਢੂੰਡ ਲਿੱਤਾ ਹੈ but the most fair estimate ਜਿਹੜਾ ਉਹ ਕਹਿ ਰਹੇ ਨੇ that is 8.7 million। ਉਹ ਸਕਰੀਨਸ਼ਾਟ ਮੇਰੇ ਕੋਲ ਹੈ ਵੀ ਹੈ ਜੇ ਮੈਂ ਆਲਰੇਡੀ ਤੇਜਿੰਦਰਪਾਲ ਵੀਰ ਜੀ ਨਾਲ ਵੀ ਤੇ ਸਤਬੀਰ ਵੀਰ ਜੀ ਨਾਲ ਦੋਨੋਂ ਨਾਲ ਮੈਂ ਸ਼ੇਅਰ ਕੀਤਾ ਸੀ। ਮੈਂ ਕਿਹਾ ਟੌਪਿਕ ਆਣਾ ਹੈ ਇੱਕ ਦਿਨ ਵਿੱਚ ਜਾਂ ਕੱਲ ਆਏਗਾ ਜਾਂ ਪਰਸੋਂ ਆਏਗਾ। ਤੇ ਇੱਥੇ ਵੀ ਜਿਹੜਾ ਗੁਰੂ ਕਹਿੰਦਾ ਵੀ 84 ਲੱਖ ਜੂਨ ਨੂੰ ਪਾਈ ਅਸੀਂ ਜਿਹੜਾ ਕਹਿ ਰਹੇ ਹਾਂ ਵੀ 8.7 million is 87 lakhs। so even that is an estimate, so we are very close to that estimate ਜੇ ਹੈ ਵੀ ਹੈ ਤੇ ਬੋਲ ਤੋਂ ਜਿਹੜਾ ਜੋ ਗੁਰੂ ਕਹਿੰਦਾ ਵੀ ਕਹਿੰਦਾ 1,84 ਆਪ ਉਪਾਏ, ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਫਿਰ ਕਹਿੰਦਾ ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਮਨੁੱਖਾ ਜਨਮ ਵਿੱਚ ਹੀ ਗੁਰੂ ਦੀ ਭਗਤੀ ਜਿਹੜੀ ਹੈ ਨਾ ਉਹ ਕੇਵਲ ਤੇ ਕੇਵਲ ਕੋਈ ਬਾਕੀ ਦੇਖੋ ਗੁਰੂ ਦੀ ਭਗਤੀ ਹੈ ਕਿ ਗੁਣ ਭਰਪੂਰ ਜੀਵਨ ਗੁਰੂ ਦੀ ਭਗਤੀ ਹੈ। ਜਿਹੜੇ ਹੁਕਮਾਂ ਦੇ ਅਨੁਸਾਰ ਜੀਵਨ ਜੀਣਾ ਹੀ ਗੁਰੂ ਦੀ ਭਗਤੀ ਹੈ। ਹੁਣ ਬਾਕੀ ਜਾਨਵਰ ਹੈ ਉਹਨੂੰ ਤੇ ਕੋਈ ਕੁਝ ਨਹੀਂ ਕਹਿ ਸਕਦਾ ਨਾ ਵੀ ਤੂੰ ਗੁੱਸਾ ਨਾ ਕਰ, ਵੀ ਕੋਈ ਕਿਸੇ ਪੁੱਤਰ ਨੂੰ ਸਮਝਾ ਨਹੀਂ ਸਕਦਾ ਵੀ ਪਰਤਰਿਆ ਰੂਪ ਨਾ ਪੇਖੇ ਨੇਤਰ ਜਾਂ ਫਰੀਦਾ ਬੁਰੇ ਦਾ ਭਲਾ ਕਰ। ਇੱਕ ਮਾਨਸ ਜਨਮ ਹੀ ਹੈ ਜਿਹਨੂੰ ਇਹ ਸੋਝੀ ਪਈ ਹੋਈ ਹੈ। ਤੇ ਗੁਰੂ ਕਹਿੰਦੇ ਵੀ ਮਾਨਸ ਜਨਮ ਜਿਹੜੇ ਤੈਨੂੰ ਇਹ ਬੜੀ ਕੀਮਤੀ ਅਵਸਰ ਮਿਲਿਆ ਸੀ ਨਾ ਵੀ ਕਹਿੰਦੇ ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਇਹਦੇ ਵਿੱਚ ਗੁਰੂ ਤੁਹਾਨੂੰ ਜਿਹੜਾ ਹੈ ਨਾ ਉਹ ਭਗਤੀ ਪਾਓ, ਗੁਣ ਭਰਪੂਰ ਜੀਵਨ। ਅਸੀਂ ਕਹਿੰਦੇ ਭਗਤੀ ਕੀ ਹੈ, ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਜੀਵਨ ਵਿੱਚ ਗੁਣ ਧਾਰਨ ਕਰਨੇ ਹੀ ਭਗਤੀ ਕਰਨੇ ਪੈਣੇ, ਹੋਰ ਇਹ ਮਨੁੱਖਾ ਜਨਮ ਵਿੱਚ ਹੀ ਹੋ ਸਕਦੇ ਨੇ। ਅਸੀਂ 2 ਦਿਨ ਪਹਿਲੇ ਇੱਕ ਸ਼ਬਦ ਦੀ ਇੱਕ ਸਵਾਲ ਵੀ ਆਇਆ ਸੀ ਤੇ ਸੁਖਵਿੰਦਰ ਵੀਰ ਜੀ ਨੇ ਫਿਰ ਨਾਲ 2 ਪੰਕਤੀਆਂ ਲੈ ਕੇ ਉਹਦੇ ਉਦਾਹਰਨ ਵੀ ਦਿੱਤੇ ਸਨ ਵੀ ਉਹ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇ ਹੀ ਪਾਈ। ਮਤਾ ਤੂੰ ਸਮਝੀ ਕਿ ਇੱਕ ਹੋਰ ਸ਼ਬਦ ਆਉਂਦਾ ਕਹਿੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ। ਤੇਰਾ ਸਰੀਰ ਤੇ ਇਨਸਾਨਾਂ ਵਾਲਾ ਹੈ ਲੇਕਿਨ ਤੂੰ ਕੰਮ ਪਸ਼ੂਆਂ ਵਾਲੇ ਕਰਨਾ ਪਿਆ। ਕਹਿੰਦਾ ਕਰਤੂਤ ਪਸ਼ੂ ਕੀ ਮਾਨਸ ਜਾਤ। ਫਿਰ ਉਸ ਦੇਖੋ ਨਾ ਗੁਰਬਾਣੀ ਇਤਨੀ ਬਰੀਕ ਹੈ ਨਾ, ਸਾਨੂੰ ਹਰ ਇੱਕ ਦਾ ਪਰਸਪੈਕਟਿਵ ਲੈ ਕੇ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਕਈ ਵਾਰ ਸਾਨੂੰ ਇਹ ਵੀ ਮੈਂ ਗੈਟ ਅ ਫੀਲਿੰਗ ਕਿ ਇਹ ਬੰਦਾ ਇਹ ਕਹਿ ਰਿਹਾ ਉਹ ਬੰਦਾ ਇਹ ਕਹਿ ਰਿਹਾ, ਕੋਈ ਟਕਰਾਅ ਨਹੀਂ ਹੈ ਸਾਡਾ। ਜਿੱਥੇ ਵੀ ਆਰ ਆਲ ਸਟੂਡੈਂਟਸ, ਅਸੀਂ ਸਾਰੇ ਪੜ੍ਹਨੇ ਪੜ੍ਹਨੇ ਸੁਖਨੇ ਪਿਆ, ਅਸੀਂ ਕੋਈ ਸਾਡੇ ਜੋ ਕੋਈ ਕਲੇਮ ਨਹੀਂ ਕਰਦਾ ਪਿਆ ਕਿ ਅਸੀਂ ਜਿਹੜੇ ਨਾ ਪੂਰੇ ਹਾਂ। ਜਿਸ ਨੂੰ ਜੋ ਪਰਸਪੈਕਟਿਵ ਸਮਝ ਆਉਂਦਾ ਪਿਆ, ਹਾਂ ਇੱਕੋ ਓਨਲੀ ਫੈਕਟਰ ਸ਼ੁੱਡ ਬੀ ਕਿ ਅਸੀਂ ਉਹਨੂੰ ਜ਼ਿੰਮੇਵਾਰੀ ਨਾਲ ਹੋਰ ਇਮਾਨਦਾਰੀ ਦੇ ਨਾਲ ਯੂਜ਼ ਕਰੀਏ। ਤੇ ਵੱਖ-ਵੱਖ ਪਰਸਪੈਕਟਿਵ ਨੇ। ਉਹਦੇ ਨਾਲ ਇੱਕ ਹੋਰ ਸ਼ਬਦ ਆਇਆ ਸੀ, ਕਹਿੰਦਾ ਬੇਟਾ ਜਿਹੜਾ ਸਵਾਲ ਵਿੱਚ ਪੁੱਛਿਆ ਗਿਆ ਸੀ ਵੀ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰਸਤ ਹਰ ਰਾਇਆ। ਉੱਥੇ ਜਦੋਂ ਅਸੀਂ ਇਹਦੇ ਅਰਥ ਕਰਾਂਗੇ ਨਾ ਵੀ ਉਹ ਪਹਿਲੀ ਪੰਕਤੀ ਕੀ ਕਹਿ ਰਹੀ ਹੈ ਵੀ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਮਨੁੱਖਾ ਜਨਮ ਮਿਲ ਗਿਆ। ਜੇ ਅਸੀਂ ਇਹਦੇ ਅਰਥ ਉਹ ਪਹਿਲੀ ਵਾਲੀ ਪੰਕਤੀ ਦੇ ਨਾਲ ਢੁਕਾ ਕੇ ਕਰਾਂਗੇ ਵੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਬੋਲ ਤੋਂ ਮਨੁੱਖਾ ਦੇਹੀ ਮਿਲੀ ਕਦੋਂ? ਜਦੋਂ ਮੈਂ ਬਾਣੀ ਦੀ ਵਿਚਾਰ ਕੀਤੀ, ਆਪਣੇ ਜੀਵਨ ਵਿੱਚ ਗੁਣ ਲੈ ਕੇ ਆ ਗਏ, ਉਦੋਂ ਫਿਰ ਮੈਨੂੰ ਦਰਸ਼ਨ ਹੋ ਗਿਆ, ਤਾਂ ਹੀ ਮਨੁੱਖਾ ਜਨਮ ਮਿਲਿਆ ਨਾ। ਉਸ ਪੱਖੋਂ ਜਦੋਂ ਦੇਖਾਂਗੇ ਤੇ ਅਸੀਂ ਉਹਨੂੰ ਫਿਰ ਇੱਥੇ ਦੇਹੋ ਦਰਸ ਹਰ ਰਾਇਆ ਦੇ ਕੀ ਅਰਥ ਰਹਿ ਜਾਣਗੇ? ਇੱਥੇ ਇਹ ਵਾਲਾ ਪੱਖ ਅਸੀਂ ਕਹਿ ਦਿੱਤਾ ਵੀ ਤੁਮਰੀ ਕਿਰਪਾ ਤੇ ਕਿਰਪਾ ਸਦਕਾ, ਤੇਰੀ ਕਿਰਪਾ ਸਦਕਾ ਜਿਹੜਾ ਜੇ ਮਨੁੱਖ ਦੇ ਅਸੀਂ ਕਹਿੰਦੇ ਪਏ ਮਨੁੱਖ ਦੇ ਮਿਲਦੀ ਕਦਮ ਗੁਰਸੇਵਾ ਤੇ ਭਗਤ ਕਮਾਈ।
ਸੋ ਦੋਨੋਂ ਪਰਸਪੈਕਟਿਵ ਸਾਨੂੰ ਨਾਲ ਨਾਲ ਲੈ ਕੇ ਚੱਲਣੇ ਪੈਣਗੇ। ਫਿਰ ਅੱਗੇ ਗੁਰੂ ਕਹਿੰਦੇ ਨੇ ਬਿਨ ਭਗਤੀ ਬਿਸ਼ਟਾ ਵਿੱਚ ਵਾਸਾ, ਬਿਸ਼ਟਾ ਵਿੱਚ ਫਿਰ ਪਾਏਂਦਾ। ਗੁਰੂ ਦੀ ਭਗਤੀ ਤੋਂ ਬਿਨਾ ਜੀਵਨ ਵਿੱਚ ਗੁਣ ਜਿਹੜੇ ਨੇ ਨਾ ਉਹ ਅਪਣਾਉਣ ਤੋਂ ਬਿਨਾ ਤੇਰਾ ਜੀਵਨ ਕੈਸਾ ਹੈ, ਮਨੋ ਗੰਦਗੀ ਵਿੱਚ ਪਿਆ ਹੋਇਆ ਜੀਵਨ। ਬਿਨ ਭਗਤੀ ਤੇਰੇ ਜੀਵਨ ਵਿੱਚ ਗੁਣ ਨਹੀਂ ਨੇ, ਕਹਿੰਦੇ ਇੱਥੇ ਤੇ ਨਹੀਂ ਨੇ, ਇੱਥੇ ਤੇ ਤੇਰਾ ਜੀਵਨ ਮਨੋ ਨਰਕ ਬਣਿਆ ਹੀ ਹੋਇਆ ਹੈ। ਅੱਗੇ ਕੀ ਕਹਿ ਰਹੇ ਨੇ, ਬਿਸ਼ਟਾ ਵਿੱਚ ਫਿਰ। ਹੁਣ ਇਹ ਫਿਰ ਕਿੱਥੇ ਆਏਗਾ? ਅਸੀਂ ਕਈ ਵਾਰ ਜਦੋਂ ਵਰਡ ਅੱਖ ਆਉਂਦਾ ਮੈਂ ਆਉਂਦਾ ਬਈ ਅੱਗੇ ਅੱਗੇ, ਤੇ ਅਸੀਂ ਕਈ ਵਾਰ ਸਟੇਟਮੈਂਟ ਕਰਨੇ ਪਏ ਹਾਂ ਅੱਗੇ ਦਾ ਮਤਲਬ ਇਸ ਜਨਮ ਤੋਂ ਬਾਅਦ ਨਹੀਂ ਹੈ, ਅੱਗੇ ਦਾ ਮਤਲਬ ਹੈ ਇਸ ਜੀਵਨ ਵਿੱਚ ਹੀ ਅੱਗੇ। ਕੁਦਰਤਨ ਆਈ ਵਾਸ ਕੁਝ ਲਾਈਨਸ ਜਿਹੜੇ ਨੇ ਨਾ ਉਹ ਦਿਮਾਗ ਵਿੱਚ ਆ ਰਹੀਆਂ ਸਨ, ਵੀ ਜਿੱਥੇ ਅਸੀਂ ਬੜੀ ਸਪਸ਼ਟ ਤੌਰ ਤੇ ਕਹਿੰਦੇ ਪਏ ਹਾਂ ਕਿ ਗੁਰ ਕੀ ਬਾਣੀ ਤੇ ਜਾਤੀ। एक एक लाइन लेके नहीं सवाल नहीं, इसी के अंदर इन्वॉल्व ਉਹਦੇ ਵਿੱਚ ਗੱਡੀ ਚਾਬੀ ਪਾ ਦੋ। ਵੀਰ ਜੀ ਐਕਸਟ੍ਰੀਮਲੀ ਸੌਰੀ, ਪੋਆ ਜੀ ਪਲੀਜ਼ ਸਟਾਰਟ। ਨਹੀਂ ਹਜੇ ਮੇਰਾ ਬਾਕੀ ਹੈ, ਆਈ ਸਟਿਲ ਵਾਂਟ ਟੂ ਕੰਟੀਨਿਊ। ਯਾ ਪਲੀਜ਼ ਵੀਰ ਜੀ ਸੌਰੀ। ਅਸੀਂ ਗੱਲ ਕਰਦੇ ਪਏ ਸੀ ਅੱਗੇ ਦੀ। ਜਦੋਂ ਅਸੀਂ ਅੱਗੇ ਦੀ ਗੱਲ ਆਂਦੀ ਹੈ ਤੇ ਅਸੀਂ ਨਾਰਮਲੀ ਕਹਿ ਦਿੰਦੇ ਪਿਆ ਕਿ ਇਹ ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਹੈ, ਇਹ ਅੱਗੇ ਦਾ ਮਤਲਬ ਹੈ ਇਸ ਦੀ ਜ਼ਿੰਦਗੀ ਵਿੱਚ ਇਸ ਤੋਂ ਅੱਗੇ। ਆਈ ਵਾਂਟਡ ਟੂ ਅਸੀਂ ਹਮੇਸ਼ਾ ਇੱਕ ਗੱਲ ਤੇ ਸਾਰੇ ਦ੍ਰਿੜਾਂ ਕਿ ਬਈ ਗੁਰ ਕੀ ਬਾਣੀ ਗੁਰ ਤੇ ਜਾਤੀ। ਗੁਰਮਤ ਦੇ ਸਿਧਾਂਤਾਂ ਦੀ ਸੋਚ ਸਾਨੂੰ ਗੁਰੂ ਕੋਲੋਂ ਹੀ ਲੈਣੀ ਪਏਗੀ। ਅੱਗੇ ਵੀ ਕੀ ਨਾ ਅਸੀਂ ਉਹ ਵੀ ਗੁਰੂ ਕੋਲ ਪੁੱਛ ਕੇ ਦੇਖ ਲਈਏ। ਕਿਤੇ ਗੁਰੂ ਕਹਿੰਦਾ ਪਿਆ, ਕਹਿੰਦਾ ਦੇਹੀ ਜਾਤ ਨਾ ਅੱਗੇ ਜਾਏ। ਅੱਗੇ ਗੁਰੂ ਕਿਸ ਚੀਜ਼ ਨੂੰ ਕਹਿੰਦਾ ਪਿਆ? ਜਦੋਂ ਤੇਰੀ ਦੇਹੀ ਨਹੀਂ ਜਾਣ ਵਾਲੀ, ਦੇਹੀ ਤੇਰੀ ਖਤਮ ਹੋ ਗਈ ਹੈ। ਜਾਂ ਫਿਰ ਇੱਕ ਹੋਰ ਸ਼ਬਦ ਹੈ, ਕਹਿੰਦੇ ਜਿਚਰ ਵਿੱਚ ਦਮ ਹੈ। ਦਮ ਤੋਂ ਮਤਲਬ ਸਵਾਸ ਹੈ ਨਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਸਵਾਸ ਨੂੰ ਦਮ ਕਿਹਾ ਜਾ ਰਿਹਾ। ਕਹਿੰਦੇ ਜਿਚਰ ਵਿੱਚ ਦਮ ਹੈ, ਔਰ ਜਦ ਤੱਕ ਤੇਰੇ ਸਵਾਸ ਚੱਲਦੇ ਪਏ ਨੇ, ਕਹਿੰਦੇ ਤਿਚਰ ਨਾ ਚੇਤਈ, ਤਦ ਤੱਕ ਤੂੰ ਰੱਬ ਨੂੰ ਯਾਦ ਨਹੀਂ ਕਰਦਾ। ਫਿਰ ਕਹਿੰਦੇ ਨੇ ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕੇ ਕਰੇਗ ਅੱਗੇ ਜਾਏ। ਅਸੀਂ ਅੱਗੇ ਵਰਡ ਨੂੰ ਸਮਝਣ ਦੀ ਕੋਸ਼ਿਸ਼ ਕਰਨੇ ਪਿਆ। ਗੁਰਬਾਣੀ ਵਿੱਚ ਇਹ ਕਿਸ ਪ੍ਰਥਾਈ ਆ ਰਿਹਾ? ਗੁਰਬਾਣੀ ਵਿੱਚ ਸਾਡੇ ਐਸੀ ਜੀਵਨ ਕਾਲ ਦੇ ਅਗਲੇ ਹਿੱਸੇ ਵਾਸਤੇ ਆ ਰਿਹਾ ਹੈ। ਜਾਂ ਇੱਕ ਹੋਰ ਸ਼ਬਦ ਹੈ, ਕਹਿੰਦਾ ਆਗੇ ਕੋ ਕਿਛ ਤੁਲਹਾ ਬਾਂਧੋ। ਅੱਗੇ ਵਾਸਤੇ आगे को किछ तुल्हा बांधो, क्या परवासा धन का, कहां बिसासा इस भांडे का, इतनक लागा थन का। बहुत तेरा शरीर रूपी भांडा है ना, वो ਜਿਹੜੇ ਅੱਗੇ ਹੁਣ ਇਹ ਤੋਂ ਜੇ ਅਸੀਂ ਸਰਚ ਕਰਾਂਗੇ ਨਾ ਤਾਂ ਸ਼ਾਇਦ ਸਾਨੂੰ 15 20 25 30 ਦੇ ਬੜੇ ਆਸਾਨੀ ਨਾਲ ਜਦੋਂ ਅਸੀਂ ਅੱਗੇ ਕਹਿੰਨੇ ਪਿਆ। ਅਸੀਂ ਲਾਸਟ ਟਾਈਮ ਵੀ ਜੇ ਅਸੀਂ ਜੇ ਕਿਸੇ ਚੀਜ਼ ਨੂੰ ਗੁਰਮਤ ਕਹੀਏ ਤੇ ਉਹਦੇ ਗੁਰਬਾਣੀ ਤੋਂ ਫਰਮਾਨ ਮਿਲਨੇ 100% ਲਾਜ਼ਮੀ ਨੇ ਸਾਡੇ ਵਾਸਤੇ। ਇਟ ਇਜ਼ ਬਾਈਂਡਿੰਗ। ਵੀ ਕੈਨੋਟ ਮੇਕ ਅ ਸਟੇਟਮੈਂਟ ਕਿ ਇਹ ਗੁਰਮਤ ਹੈ ਔਰ ਉਹਦਾ ਗੁਰਬਾਣੀ ਵਿੱਚ ਸਾਨੂੰ ਫਰਮਾਨ ਨਹੀਂ ਮਿਲਦਾ ਪਿਆ। ਹੁਣ ਅੱਗੇ ਦੇ ਇਹ 2-3-4 ਕਹਿੰਦੇ ਵੀ ਉਹ ਪ੍ਰਾਣ ਜਾਏਂਗੇ ਛੂਟ, ਇਹਨੂੰ ਕੋਈ ਕਿਤਨੇ ਵੱਖ-ਵੱਖ ਪਰਸਪੈਕਟਿਵ ਤੋਂ ਗੁਰੂ ਗੱਲ ਪਿਆ ਕਰਦਾ ਹੈ। ਵੀ ਕਹਿੰਦੇ ਪ੍ਰਾਣ ਜਾਏਂਗੇ ਛੂਟ, ਕਹਿੰਦੇ ਮਨ ਅੰਧੇ ਜਨਮ ਗਵਾਇਆ, ਬਈ ਦੇਹੀ ਨਹੀਂ ਜਾਏਗੀ ਅੱਗੇ, ਜਿਚਰ ਵਿੱਚ ਦਮ ਹੈ, ਜਾਂ ਵੀ ਉਹ ਕਿਆ ਵਿਸਾਸਾ ਇਸ ਭਾਂਡੇ ਦਾ। ਇੱਕ ਪਰਸਪੈਕਟਿਵ ਤੋਂ ਨਹੀਂ ਗੱਲ ਹੋ ਰਹੀ। ਉਹ ਹੋਰ ਅਸੀਂ ਢੂੰਡਾਂਗੇ ਤਾਂ ਸਾਨੂੰ ਹੋਰ ਪਰਸਪੈਕਟਿਵ ਵੀ ਮਿਲ ਜਾਣਗੇ। ਇੱਥੇ ਜਿਹੜੀ ਗੱਲ ਚੱਲਦੀ ਪਈ ਨਾ ਬਿਸ਼ਟਾ ਵਿੱਚ ਫਿਰ ਪਾਏਂਦਾ, ਵੀ ਆਰ ਨਾਟ ਟਾਕਿੰਗ ਅਬਾਊਟ, ਇੱਥੇ ਅਸੀਂ ਫਿਰ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹੁੰਦਾ ਵਾਂ। ਇੱਥੇ ਆਈ ਐਮ ਨਾਟ ਟਾਕਿੰਗ ਅਬਾਊਟ ਸਵਰਗ ਐਂਡ ਨਰਕ ਐਜ਼ ਫਿਜ਼ੀਕਲ ਪਲੇਸਿਸ ਆਫ ਬੀਇੰਗ ਟਾਰਚਰਡ। ਲੇਕਿਨ ਤੇਰਾ ਅਗਲਾ ਜਨਮ, these are symbolic ways of telling you ਕਿ ਤੇਰਾ ਜੀਵਨ ਬਹੁਤ ਦੁਖੀ ਹੋਏਗਾ। ਅਗਲਾ ਜਿਹੜਾ ਜੀਵਨ ਹੈ ਨਾ ਤੇਰਾ, ਉਹ ਤੋਂ ਜੋ ਵੀ ਰਹੇਗਾ। ਅਸੀਂ ਜੇ ਮੰਨਣੇ ਪਏ ਆ ਕਿ ਕੁਝ ਕਰਕੇ ਆਏ ਆ, ਜੋ ਕਰਨਾ ਪਿਆ ਅੱਗੇ ਲੈ ਕੇ ਜਾਏਗਾ, ਜੇ ਅਸੀਂ ਮੰਨਣੇ ਪਏ ਆ। ਅਸੀਂ ਕਹਿੰਦੇ ਅਸੀਂ ਲਾਸਟ ਟਾਈਮ ਅਸੀਂ ਸਾਰਿਆਂ ਨੇ ਹਾਮੀ ਭਰੀ, ਭੋਜੀ ਨੇ ਗੱਲ ਕੀਤੀ ਸੀ ਕਿ ਵੀ 100% ਜੇ ਤੂੰ ਕਰਕੇ ਹੀ ਆਈ ਹੈ, ਵੀ ਇਹ 100% ਹੁਕਮ ਹੈ ਕਿ ਵੀ ਜੋ ਕਰੇਗਾ ਉਹ ਹੋਏਗਾ ਹੀ ਤੇਰੇ ਨਾਲ। ਤੇ ਜੇ the words are very clear ਕਿ 100% ਤੂੰ ਕਰਕੇ ਹੀ ਆਈ ਹੈ, ਤੂੰ ਮੰਨ ਲੈ ਕਿ ਤੂੰ ਕਰਕੇ ਹੀ ਆਈ ਹੈ। ਤੇ ਇੱਥੇ ਵੀ ਕਹਿੰਦੇ ਜੇ ਭਗਤੀ ਨਾ ਕੀਤੀ, ਮਨੁੱਖਾ ਜਨਮ ਵਿੱਚ ਭਗਤੀ ਨਾ ਕੀਤੀ, ਕਹਿੰਦੇ ਤੇਰਾ ਜਨਮ ਇੱਥੇ ਵੀ ਨਾ ਮਾਨੋ ਗੰਦਗੀ ਵਿੱਚ ਬਤੀਤ ਹੁੰਦਾ ਜਨਮ ਹੀ ਰਹੇਗਾ। ਔਰ ਕਹਿੰਦਾ ਅੱਗੇ ਵੀ ਕੀ, ਅੱਗੇ ਵੀ ਆਈ ਐਮ ਨਾਟ ਟਾਕਿੰਗ ਅਬਾਊਟ ਫਿਜ਼ੀਕਲ ਪਲੇਸ। ਉਹਨੂੰ ਫਿਰ ਅਸੀਂ ਕੀ ਕਰਨੇ ਆ,
ਅਸੀਂ ਸਵਰਗ ਨਰਕ ਨੂੰ ਜਦੋਂ ਫਿਜ਼ੀਕਲ ਪਲੇਸ ਰਾਦਰ ਦੈਨ ਕਨਸੈਪਟ ਲੈਣਾ ਹੈ ਨਾ, ਫਿਰ ਅਸੀਂ ਕਹਿੰਦਾ ਅੱਛਾ ਫਿਰ ਸਵਰਗ ਨਰਕ ਤੇ ਫਿਰ ਉੱਥੇ ਹੂਰਾਂ, ਮੈਂ ਕੋਈ ਗੱਲ ਹੀ ਨਹੀਂ ਕਰਦਾ ਪਿਆ ਹੂਰਾਂ ਦੀ ਹੈ, ਤੇ ਅਸੀਂ ਉਹਨੂੰ ਆਪਣੇ ਪੁਆਇੰਟ ਨੂੰ ਲੈਜੀਟਮਾਈਜ਼ ਕਰਨ ਵਾਸਤੇ ਅੱਗੇ ਤੀਜਾ ਚੌਥਾ ਪੰਜਵਾਂ ਪ੍ਰਕਰਨ ਆਪ ਜੋੜਨੇ ਪਏ ਆ। ਦੈਟ ਇਜ਼ ਨਾਟ ਫੇਅਰ ਐਜ਼ ਅ ਕਨਸੈਪਟ ਵੀ। ਹਾਂ ਅਸੀਂ ਕਹਿੰਦੇ ਵੈਸੇ ਕਈ ਵਾਰ ਕਹਿੰਦੇ ਨੇ ਵੀ ਤੂੰ ਇੱਥੇ ਨਰਕ ਭੋਗਣਾ ਪਿਆ, ਤੇ ਉਹ ਨਰਕ ਜਿਹੜਾ ਪਿਛਲੇ ਜਨਮ ਵਿੱਚ ਕਮਾ ਕੇ ਆਏ ਸੀ ਉਹ ਨਰਕ ਇੱਥੇ ਭੋਗਣੇ ਪਏ ਆ ਹੁਣ ਇੱਥੇ। ਵੀ ਆਰ ਨਾਟ ਟਾਕਿੰਗ ਅਬਾਊਟ ਦੋਸ ਪਲੇਸਿਸ ਬੀਇੰਗ ਨਾ ਬਾਣੀ ਵਿੱਚੋਂ ਸਾਨੂੰ ਕੋਈ ਸਿਧਾਂਤ so far I could not get it, ਰੱਬ ਕਰੇ ਅੱਗੇ ਪਤਾ ਨਹੀਂ ਕਿਸ ਨੂੰ ਹੋਰ ਨੂੰ ਮਿਲ ਜਾਏ। ਵੀ ਕੈਨ ਆਲਵੇਜ਼ ਸ਼ੇਅਰ, ਅਸੀਂ ਸਾਰੇ ਤੇ ਪੜ੍ਹਨ ਸੁਣਨ ਨੂੰ ਬੈਠੇ ਹੋਏ ਹਾਂ, ਕੋਈ nobody is a teacher out here, we are all students। ਅਸੀਂ ਸਾਰੀ ਸੰਗਤ ਰੂਪੀ ਜਿਹੜਾ ਗੁਰੂ ਹੈ ਨਾ ਸਾਡੀ, ਉਹਨੂੰ ਅਸੀਂ ਆਪਣੇ ਆਪਣੇ ਜੋ ਸਾਨੂੰ ਸਮਝ ਆਈ ਹੈ ਅਸੀਂ ਉਹ ਨਾਲ ਨਾਲ ਸ਼ੇਅਰ ਕਰੀ ਜਾਂਦੇ ਪਏ। ਹਾਂਜੀ ਜੀ ਉਹ ਜੀ ਅੱਗੇ ਸ਼ੁਰੂ ਕਰ ਲੈਣਾ ਵਿਚਾਰ ਲੈਣਾ। हाँ जी पोहा जी। अनम्यूट। हाँ जी हाँ जी हाँ जी। लख 84 आप पाए मानस जन्म गुर भगत दराए। लख 84 ਇਹ ਜਿਹੜੇ ਲੱਖ 84 ਇਹ ਸਭ ਸਾਡੇ ਅੰਦਰ ਹਨ। ਹੂ ਕ੍ਰੀਏਟਡ ਇਟ? ਜਿਹੜਾ ਸਾਡਾ ਮਨ ਸੀ ਨਾ, ਉਸਨੇ ਇਹ ਲੱਖ 84, ਇਟ ਇਜ਼ ਨਾਟ ਦ ਫਿਜ਼ੀਕਲ ਫਾਰਮ, ਇਟ ਇਜ਼ ਆਲ ਦ ਇਨਸਟਿੰਕਟਸ, ਜੋ ਵੀ ਸਾਡੇ ਕਰਤੂਤ ਹੈਗੇ, ਜਿਤਨੇ ਵੀ ਜਾਨਵਰਾਂ ਦੇ, ਪੰਛੀਆਂ ਦੇ, ਵਾਟਰ ਬੋਰਨ ਦੇ ਜਿਤਨੇ ਵੀ ਉਹਨਾਂ ਦੇ ਕਰਤੂਤ ਹੈਗੇ, ਉਹ ਅਸੀਂ ਆਪਣੇ ਮਨ ਦੇ ਅਸੀਂ ਆਪ ਹੀ ਕ੍ਰੀਏਟ ਕੀਤਾ ਹੋਇਆ ਹੈਗਾ। ਔਰ ਇਸੇ ਕਰਕੇ ਕਹਿੰਦੇ ਨੇ ਕਿ ਵੀ ਮਾਨਸ ਜਨਮ, ਕਿਉਂਕਿ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾ, ਇਨਸਾਨਾਂ ਦਾ ਸਾਡਾ ਸਰੀਰ ਤੇ ਹੈ, ਪਰ ਜਿਹੜਾ ਮਨ ਹੈਗਾ ਉਹ ਬਣ ਗਿਆ ਹੈਗਾ ਇੱਕ ਪਸ਼ੂਆਂ ਦਾ, ਕਿਉਂਕਿ ਉਹਦੇ ਅੰਦਰ ਸਾਰੇ ਉਸਦੇ ਸੰਸਕਾਰ, ਉਹਦੇ ਅੰਦਰ ਦੇ ਇਨਸਟਿੰਕਟਸ। ਫੋਰ ਐਗਜ਼ਾਮਪਲ ਇੱਕ ਸੱਪ ਦਾ ਜੂਨ ਹੈਗਾ, ਅਗਰ ਸੱਪ ਦਾ ਜੂਨ ਹੈਗਾ ਤਾਂ ਸਾਡੇ ਮਨ ਦੇ ਅੰਦਰ ਕੋਈ ਸੱਪ ਨਹੀਂ ਬੈਠਾ ਹੈ, ਬਟ ਸੱਪ ਦਾ ਜਿਹੜਾ ਕਰਤੂਤ ਹੈ ਕਿ ਡੰਗ ਮਾਰਨਾ, ਜ਼ਹਿਰ ਉਗਲਣਾ, ਉਹ ਜਿਹੜੇ ਇਨਸਟਿੰਕਟਸ ਹੈਗੇ ਸਾਰੇ ਵੀ 84 ਲੱਖ ਜੂਨਾਂ ਦੇ, ਉਹ ਸਾਡੇ ਅੰਦਰ ਅਸੀਂ ਆਪ ਹੀ ਮਨ ਦੇ ਅੰਦਰ ਕ੍ਰੀਏਟ ਕਰ ਲਿੱਤਾ ਹੈ। ਨੈਕਸਟ ਕਹਿੰਦੇ ਨੇ ਕਿ ਮਾਨਸ ਜਨਮ ਗੁਰ ਭਗਤ ਰਾਏ। ਹੁਣ ਮਨ ਨੂੰ ਸੰਬੋਧਨ ਕੀਤਾ ਜਾਂਦਾ ਹੈ ਕਿ ਅਗਰ ਤੂੰ ਕਰਤੂਤ ਪਸ਼ੂ ਦੀ ਹੈਗਾ, ਤੂੰ ਵਾਕਈ ਹੀ ਮਾਨਸ ਬਣਨਾ ਹੈ, ਇੱਕ ਇਨਸਾਨ ਹੀ ਬਣਨਾ ਹੈ, ਤੇ ਤੁਹਾਨੂੰ ਭਗਤੀ ਕਰਨੀ ਪਏਗੀ। ਕਿਸ ਦੀ ਭਗਤੀ ਕਰਨੀ? ਉਸ ਇੱਕ ਦੀ ਸਿੱਖਿਆ, ਉਸਦੇ ਗੁਣਾਂ ਨੂੰ ਆਪਣੇ ਮਨ ਦੇ ਅੰਦਰ ਇੰਟਿਊਨਡ ਕਰਨਾ ਪਏਗਾ, ਤਦ ਤੇ ਜਾ ਕੇ ਤੂੰ ਇੱਕ ਪਸ਼ੂ ਤੋਂ ਇੱਕ ਮਾਨਸ ਬਣੇਗਾ। ਹਾਲੇ ਤਾਂ ਅਸੀਂ ਲੋਕਾਂ ਨੇ ਦੇਵਤੇ ਬਣਨੇ, ਅਸੀਂ ਇੱਕ ਬਣਨਾ ਹੈ। ਹਾਲੇ ਤੱਕ ਤੇ ਜੀਵਨ ਦੇ ਵੀ ਵੀ ਆਰ ਜਸਟ ਲਿਵਿੰਗ ਲਾਈਕ ਐਨੀਮਲ, ਵਰਸ ਦੈਨ ਐਨੀਮਲਸ। ਹੁਣ ਕਹਿੰਦੇ ਨੇ ਕਿ ਅਗਰ ਤੂੰ ਇੱਕ ਪਸ਼ੂ ਤੂੰ ਅਗਰ ਬਣਨਾ ਚਾਹੁੰਦਾ, ਇੱਕ ਇਨਸਾਨ ਵੀ ਬਣਨਾ ਚਾਹੁੰਦਾ ਹੈ, ਤੇ ਅਸੀਂ ਕੀ ਕਰਦਾ ਕਿ ਮਨ ਫਿਰ ਭਗਤੀ ਕਰਦਾ ਹੈ। ਕਿ ਭਗਤੀ ਕਰਦਾ ਉਸ ਇੱਕ ਦੀ ਸਿੱਖਿਆ ਦੀ, ਉਹਦੇ ਗੁਣਾਂ ਨੂੰ ਮਨ ਦੇ ਅੰਦਰ ਦਿਲਰਾ ਕੇ ਤੇ ਪਸ਼ੂ ਤੋਂ ਮਾਨਸ ਬਣਦਾ। ਹੁਣ ਕਹਿੰਦੇ ਬਿਨ ਭਗਤੀ ਵਿਸ਼ਤਾ ਵਿਸ਼ਵਾਸ, ਅਗਰ ਮਨ ਨੇ ਉਹ ਭਗਤੀ ਨਹੀਂ ਕੀਤੀ, ਇਨਟਿਊਨ ਨਹੀਂ ਕੀਤਾ, ਇੰਪਲੀਮੈਂਟ ਨਹੀਂ ਕੀਤਾ ਉਸ ਇੱਕ ਦੀ ਸਿੱਖਿਆ ਜਾਂ ਉਹਦੇ ਗੁਣਾਂ ਦਾ, ਤਾਂ ਫਿਰ ਉਹਦੇ ਅੰਦਰ ਕੀ ਹੈਗਾ, ਉਹ ਜਿਹੜੇ 84 ਲੱਖ ਦੇ ਜਿਹੜੇ ਪੋਇਜ਼ਨ ਹੈ ਨਾ, ਦ ਡਰਟ, ਦ ਫਿਲਟ, ਜਿਤਨੇ ਪੂਰੀ ਤਰ੍ਹਾਂ ਟੋਟਲ ਵੀ ਕੈਨ ਸੇ ਇਟ ਇਜ਼ ਆਲ ਦੀ ਵਾਈਸਸ, ਇਹ ਸਾਡੇ ਅੰਦਰ ਵਾਸ ਕਰ ਜਾਂਦਾ ਹੈ। ਕਿਉਂਕਿ ਅਗਰ ਅਸੀਂ ਭਗਤੀ ਨਹੀਂ ਕੀਤੀ, ਅਗਰ ਅਸੀਂ ਇੱਕ ਦੀ ਸਿੱਖਿਆ ਉਹਦੇ ਗੁਣਾਂ ਨੂੰ ਨਹੀਂ ਲਿੱਤਾ, ਕਿਉਂਕਿ ਕਾਊਂਟਰ ਐਕਟ ਕਰਨਾ ਹੈ ਇੰਨਾ ਡਰਟ ਇਸ 84 ਲੱਖ ਜੁਨਾਂ ਦੇ। ਕਾਊਂਟਰ ਐਕਟ ਕੌਣ ਕਰਦਾ ਹੈ? ਉਸਦੇ ਗੁਣ, ਉਹਦੀ ਸਿੱਖਿਆ। ਹੁਣ ਅਗਰ ਅਸੀਂ ਉਸਦੀ ਸਿੱਖਿਆ ਗੁਣ ਨਹੀਂ ਲਿੱਤੇ, ਤੇ ਫਿਰ ਸਾਡਾ ਪੂਰਾ ਜੀਵਨ ਵੀ ਆਰ ਜਸਟ ਲਿਵਿੰਗ ਇਨ ਦੈਟ ਪੋਇਜ਼ਨ, ਦ ਡਰਟ, ਦ ਫਿਲਥ, ਦ ਮੈਲ, ਜਿਸ ਨੂੰ ਅਸੀਂ ਕਹਿੰਦੇ ਹਾਂ ਦ ਇਨਸਟਿੰਕਟਸ ਆਫ ਦ ਪਸ਼ੂ। ਔਰ ਬਿਸ਼ਟਾਂ ਵਿੱਚ ਫਿਰ ਪਾਇਦਾ, ਫਿਰ ਪੂਰੀ ਜ਼ਿੰਦਗੀ ਆਪਣਾ ਮਨ, ਸਾਡਾ ਪੂਰਾ ਸਰੀਰ ਉਸੇ ਦੇ ਵਿੱਚ ਹੀ ਫਿਰਦਾ ਰਹੇਗਾ, ਉਸ ਗੰਦਗੀ ਦੇ ਵਿੱਚ ਉਹ ਪਸ਼ੂਆਂ ਦਾ ਜੀਵਨ ਹੀ ਬਤੀਤ ਕਰਦਾ ਰਹੇਗਾ, ਅਗਰ ਮਨ ਨੇ ਭਗਤੀ ਨਹੀਂ ਕੀਤੀ, ਉਸ ਇੱਕ ਦੇ ਸਿੱਖਿਆ ਨੂੰ ਜਾਂ ਉਹਦੇ ਗੁਣਾਂ ਨੂੰ ਨਹੀਂ ਤਰਾਇਆ। ਹਾਂਜੀ जी सुखविंदर ਵੀਰ ਜੀ। हाँ जी ਵੀਰ ਜੀ। ਵੀਰ ਜੀ ਦੇਖੋ, ਪਿਛਲੇ ਬੰਦ ਵਿੱਚ ਸਤਿਗੁਰੂ ਜੀ ਸਾਨੂੰ ਨਾ ਭਰਮੇ ਭੂਲਾ ਸਮਝਾ ਰਹੇ ਸਨ। ਜਦੋਂ ਸਾਡਾ ਮਨ ਦੂਜੇ ਭਾਏ ਵਿੱਚ ਲੱਗਾ ਸੀ ਤੇ ਮਨ ਕਠੋਰ ਸੀ, ਸਤਿਗੁਰੂ ਜੀ ਦੀ ਸੇਵਾ ਅਜੇ ਆਰੰਭ ਇਸਨੇ ਨਹੀਂ ਕੀਤੀ ਸੀ, ਤੇ ਇਹਦੇ ਸਿਰੇ ਸਾਰੇ ਜੀਜਤ ਅੰਦਰਲੀਆਂ ਜਿਹੜੀਆਂ ਜੀਜਤ ਜਿਤਨੇ ਵੀ, ਜਿਸਨੂੰ ਦੁਨੀਆ ਕਹਿੰਦੀ ਕਿ 84 ਲੱਖ ਜੂਨਾਂ ਨੇ, ਦੁਨੀਆ ਆਖਦੀ ਹੈ, ਇਹ ਦੁਨੀਆ ਦੀ ਜਿਸਨੂੰ ਆਪਾਂ ਸਮਝਦੇ ਆ ਨਾ, ਇਹ ਦੁਨੀਆ ਦੀ ਗੱਲ ਹੈ। ਦੁਨੀਆ ਕਹਿੰਦੀ ਸਿਰਫ 84 ਲੱਖ, ਉਹਨਾਂ ਨੇ ਹਰ ਚੀਜ਼ ਨੂੰ
ਨੰਬਰ ਦੇ ਕੇ ਦੱਸਿਆ ਹੋਇਆ ਹੈ। 84 ਲੱਖ ਜੂਨਾਂ ਨੇ, 33 ਕਰੋੜ ਦੇਵੀ ਦੇਵਤੇ ਨੇ, 32 ਕਰੋੜ ਵੀ ਨਹੀਂ ਹੈ, 40 ਕਰੋੜ ਵੀ ਨਹੀਂ ਹੈ, ਸਿਰਫ 33 ਕਰੋੜ ਦੇਵੀ ਦੇਵਤੇ ਨੇ। 4 ਹੀ ਸਿਰਫ ਖਾਣੀਆਂ ਨੇ, ਕੇਤੀਆਂ ਖਾਣੀ, ਕੇਤੀਆਂ ਬਾਣੀ। ਇਹ ਗੁਰਮਤਿ ਦੀ ਫਿਲਾਸਫੀ ਹੈ। ਇਹ ਜਿਹੜੇ ਜੂਨਾਂ ਦੇ ਨਾਲ ਵੀ ਲੱਖ ਲਫ਼ਜ਼ ਵੀ ਆਇਆ, ਇਹ ਵੀ ਗੁਰਮਤਿ ਦੀ ਫਿਲਾਸਫੀ ਨਹੀਂ ਹੈ। ਗੁਰਮਤ ਕਦੀ ਵੀ ਨੰਬਰ ਨਹੀਂ ਦਿੰਦੀ। ਗੁਰਮਤ ਕਹਿੰਦੀ ਹੈ ਕੇਤੀਆਂ ਖਾਣੀ, ਕੇਤੀਆਂ ਬਾਣੀ। ਉਹ ਕਹਿੰਦੇ ਨੇ 4 ਖਾਣੀਆਂ, 4 ਬਾਣੀ। ਉਹ ਕਹਿੰਦੇ ਨੇ 33 ਕਰੋੜ ਦੇਵੀ ਦੇਵਤਾ। ਗੁਰੂ ਸਾਹਿਬ ਕਹਿੰਦੇ ਨੇ ਕਿ ਪਤਾ ਨਹੀਂ ਤੇਰੇ ਕਿਤਨੇ ਦੇਵੀ ਦੇਵਤਾ ਤੇਰੇ ਦਰ ਤੇ ਬੈਠੇ ਤੇਰੇ ਗੁਣ ਗਾ ਰਹੇ। ਕੇਤੇ ਦੇਵ ਦਾਨਵ ਇੰਦ ਕੇਤੇ, ਹਨਾ। ਗੁਰਬਾਣੀ ਕਦੀ ਵੀ ਨੰਬਰ ਗੇਮ ਵਿੱਚ ਨਹੀਂ ਪੈਂਦੀ, ਕਲੇਮ ਨਹੀਂ ਕਰਦੀ ਕਿ ਇਹ ਸਤਿਗੁਰੂ ਜੀ ਦਾ ਅੰਤ ਪਾ ਲਿਆ। 84 ਲੱਖ ਜੂਨ ਇਹ ਪ੍ਰਚਲਿਤ ਸੀ ਉਸ ਵਕਤ ਦੁਨੀਆ ਦੇ ਵਿੱਚ ਕਿ 84 ਲੱਖ ਜੂਨਾਂ ਹੁੰਦੀਆਂ। ਸਤਿਗੁਰੂ ਕਹਿੰਦੇ ਚਲੋ ਤੁਹਾਡਾ ਹੀ ਲਫ਼ਜ਼ ਚੱਕਦੇ ਹਾਂ। ਜਦੋਂ ਕਿਸੇ ਨੂੰ ਗੱਲ ਸਮਝਾਣੀ ਹੁੰਦੀ ਹੈ, ਉਹ ਜੋ ਗੱਲ ਉਸਨੂੰ ਸਮਝੀ ਹੁੰਦੀ ਹੈ ਉਸੀ ਦੇ ਲਫ਼ਜ਼ਾਂ ਦੇ ਵਿੱਚ ਆਪਣੀ ਗੱਲ ਕਹਿਣੀ ਹੁੰਦੀ ਹੈ, ਤਾਂ ਕਿ ਉਸਨੂੰ ਜੋ ਸਮਝ ਆ ਰਹੀ ਹੈ ਉਸੀ ਦੇ ਗੱਲ ਦੇ ਵਿੱਚ ਹੀ ਉਸਨੂੰ ਸਮਝਾਇਆ ਜਾਏ ਤਾਂ ਉਹ ਜਲਦੀ ਬੰਦਾ ਸਮਝ ਸਕਦਾ ਹੈ। ਸਤਿਗੁਰੂ ਜੀ ਨੇ ਉਸ ਵਕਤ ਦੇ ਸਮਾਜ ਦੇ ਵਿੱਚ ਗੱਲ ਪ੍ਰਚਲਿਤ ਸੀ ਕਿ 84 ਲੱਖ ਜੂਨ ਹੁੰਦੀ ਹੈ। ਸਤਿਗੁਰੂ ਜੀ ਨੇ 84 ਲੱਖ ਦਾ ਲਫ਼ਜ਼ ਯੂਜ਼ ਕੀਤਾ, ਲੇਕਿਨ ਉਸਨੂੰ ਸਾਡੇ ਨਾਲ ਰਿਲੇਟ ਕਰਕੇ ਦੱਸਿਆ। ਕਹਿੰਦੇ कि दुनिया कहती बाहर 84 लाख जून होंगी। उदों जी कहते नहीं 42 लाख जी पानी में होते हैं, 42 लाख जी पानी तो बाहर होंगे हैं। ये भी उन्हों की फिलोसफी है। गुरमत इसनों भी नहीं मनती। इत्थे जिहड़ा लाख 84 आप उपाय किते ना, ये जिहड़े पिछले शब्द देखो, जदों मन सतगुरु नूं सेवण लग पिया फिर वो अंदरले जिहड़े जी जानता है, जिसनों दुनिया 84 कहते। चलो 84 लाख का मतलब जितने भी जी है, मतलब तुम 84 लाख कहते दुनिया में जूना कहते, मान लिया 84 पाप सारे जी जान कहते उन्होंने हुण आप रिजक अपना के उन्होंने पैदा करता है अपने हुक्म दे विच। ये मन की गल चल रही है। इसनूं कहते ने 84 लाख जून उपाई। किवें उपाई? रिजक दिया सब हूं को तदका। जदों मन अपने सारे अंदरले जीए जनता नूं नाम हर नाम हमारा भोजन 36 प्रकार जित खाया हमको तृप्त भई। मन आप जी दे नाल तृप्त होके रज गया, टिक गया, संतोख हो गया, टिक गया सतगुरु दी शरण च। ਉਹ ਹੁਣ ਰਿਜ਼ਕ ਦੇ ਨਾਲ ਉਸਨੇ ਆਪਣੇ ਅੰਦਰਲੇ 84 ਲੱਖ ਜੂਨਾਂ ਨੂੰ ਭਾਵ ਸਾਰਿਆਂ ਹੀ ਜੀਵ ਜਨਤਾ ਨੂੰ ਉਪਾਇਆ, ਰਿਜ਼ਕ ਦਿੱਤਾ, ਭਾਵ ਉਹਨਾਂ ਨੂੰ ਜਿਵਾਇਆ। ਮਰਦੇ ਪਏ ਸੀ ਕਿ ਪਲ ਪਲ ਮੱਤ ਦੀ ਮਨ, ਪਲ ਪਲ ਆਪਣੇ ਅਵਗੁਣਾਂ ਦੇ ਵਿੱਚ, ਜਿਸ ਨੂੰ ਆਪਾਂ ਕਹਿੰਦੇ ਨੇ ਤੇਰੀ ਮੱਤ ਮਰ ਗਈ ਹੈ, ਤੂੰ ਆ ਕੀ ਕੰਮ ਕਰ ਗਿਆ, ਤੇਰੀ ਮੱਤ ਮਰ ਗਈ ਸੀ, ਤੈਨੂੰ ਪਤਾ ਨਹੀਂ ਸੀ ਲੱਗਿਆ। ਮੱਤ ਮਰਦੀ ਹੈ ਪਲ ਪਲ। ਔਰ ਇਹ ਪੈਦਾ ਕਿਸ ਤਰ੍ਹਾਂ ਹੁੰਦੀ ਹੈ? 84 ਲੱਖ ਜੂਨ ਉਪਾਈ। ਪੂਰੇ ਵੀ ਜਿਹੜੇ ਆਖਦੇ ਲੱਖ 84 ਆਪ ਉਪਾਏ। ਉਪਾਏ ਦਾ ਤਰੀਕਾ ਹੈ ਗੁਰਬਾਣੀ ਦੱਸਦੀ ਹੈ। ਕਹਿੰਦੇ ਕਿਸ ਤਰ੍ਹਾਂ? 84 ਲੱਖ ਜੂਨ ਉਪਾਈ ਰਿਜ਼ਕ ਦਿਆ ਸਭ ਹੂੰ ਕੋ। ਸਭ ਹੂੰ ਕੋ, ਸਭ ਹੂੰ ਕੋ ਹੀ ਮਤਲਬ ਉਹਨੂੰ ਹੀ ਜਪਜੀ ਸਾਹਿਬ ਆਖਦੇ ਨੇ ਹੁਕਮੈ ਅੰਦਰ ਸਭ ਕੋ ਰਿਜ਼ਕ ਦਿਆ ਸਭ ਹੂੰ ਕੋ। ਜਦੋਂ ਇਹ ਸਾਰੇ ਅੰਦਰਲੇ ਜੀ ਜਨ ਇਹ ਰੱਬ ਦੇ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਨੇ, ਹੁਕਮ ਤੋਂ ਬਾਹਰ ਇੱਕ ਵੀ ਜੀ ਜੰਤ ਨਹੀਂ ਰਹਿੰਦਾ। ਇਹਨੂੰ ਕਹਿੰਦੇ ਨੇ ਇਹਨਾਂ ਸਾਰਿਆਂ ਦੀ ਰੱਬ ਦੇ ਘਰ ਸਤਿਗੁਰੂ ਦੇ ਘਰ ਇਹਨਾਂ ਸਾਰਿਆਂ ਦਾ ਜਨਮ ਹੋ ਗਿਆ, ਇਹ ਪੈਦਾ ਹੋ ਗਏ ਅੰਦਰ। ਜਦੋਂ ਇਹ ਮਨ ਵੱਲੋਂ ਦਿੱਤੇ ਨਾਮ ਦਾ ਭੋਜਨ ਖਾਣਾ ਸ਼ੁਰੂ ਕਰ ਦਿੰਦੇ, ਇਹਨਾਂ ਦਾ ਜਨਮ ਅੰਦਰ ਇਹ ਪੈਦਾ ਹੋ ਜਾਂਦੇ ਨੇ, ਰਹਿੰਦੇ ਨੇ, ਪਸ਼ੂਆਂ ਦੀ ਜੂਨ ਵਿੱਚ ਰਹਿੰਦੇ ਨੇ, ਵਿਸਤਾ ਵਿੱਚ ਵਾਸਾ ਸੀ ਇਹਨਾਂ ਦੇ। ਇਹਨਾਂ ਕਹਿੰਦੇ ਨੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਰੇ। ਇਹਨਾਂ ਨੇ ਸਤਿਗੁਰੂ ਦੀ ਸ਼ਰਨ ਵਿੱਚ ਆਏ, ਰਿਜ਼ਕ ਦਿਆ ਸਭ ਹੂੰ ਕੋ ਤਦਕਾ, ਨਾਮ ਦਾ ਭੋਜਨ ਖਾਣਾ ਸ਼ੁਰੂ ਕੀਤਾ। ਇਹਨਾਂ ਨੂੰ ਮਾਨਸ ਜਨਮ ਪ੍ਰਾਪਤ ਹੋਇਆ। ਮਾਨਸ ਜਨਮ ਕਦੋਂ ਪ੍ਰਾਪਤ ਹੁੰਦਾ? ਜਦੋਂ ਗੁਰ ਸੇਵਾ ਤੇ ਭਗਤ ਕਮਾਈ ਕਰਨੀ ਸ਼ੁਰੂ ਕਰ, ਜਿਸ ਨੂੰ ਪਿਛਲੇ ਬੰਦ ਵਿੱਚ ਅਖੀਰਲੀ ਤੁਕ ਚ ਆਖ ਰਹੇ ਸਨ ਸਤਿਗੁਰ ਸੇਵੇ। ਜਦੋਂ ਪਹਿਲਾਂ ਮਨ ਨੇ ਸਤਿਗੁਰੂ ਦੀ ਸੇਵਾ ਸ਼ੁਰੂ ਕੀਤੀ, ਫਿਰ ਮਨ ਨੇ ਇਹਨਾਂ ਨੂੰ ਸੁਣਾਇਆ ਸਤਿਗੁਰੂ ਜੀ ਦਾ ਸ਼ਬਦ, ਫਿਰ ਇਹਨਾਂ ਨੇ ਵੀ ਸੁਣਿਆ ਕਰਕੇ ਇਹਨਾਂ ਨੇ ਵੀ, ਇਹਨਾਂ ਭਗਤਾਂ ਨੇ ਵੀ, ਜਿਨ੍ਹਾਂ ਨੂੰ 84 ਲੱਖ ਜੂਨਾ ਕਹਿੰਦੇ ਨੇ, 84 ਲੱਖ ਜੀ ਜੰਤ ਕਹਿੰਦੇ, ਉਹਨਾਂ ਨੂੰ ਹੀ ਜਪਜੀ ਸਾਹਿਬ ਵਿੱਚ ਭਗਤ ਬੋਲਿਆ ਹੋਇਆ ਹੈ। ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਕਦੋਂ? ਜਦੋਂ ਇਹਨਾਂ ਨੇ ਸੁਣਿਆ ਕੀਤਾ ਹੈ। ਮਨ ਨੂੰ ਜੋ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਸਤਿਗੁਰੂ ਦੀ ਮੱਤ ਵਿੱਚ ਜਿਹੜਾ ਮਨ ਲੀਨ ਹੋਇਆ ਹੋਇਆ, ਉਹ ਮਨ ਜਦੋਂ ਬੋਲਦਾ ਤੇ ਇਹ ਸਾਰੇ ਸੁਣਦੇ ਨੇ। ਮਨ ਇਹਨਾਂ ਨੂੰ ਜਿਹੜਾ ਭੋਜਨ ਦਿੰਦਾ ਹੈ ਉਹ ਸਾਰੇ ਭੋਜਨ ਖਾਂਦੇ ਨੇ। ਇਹਨੂੰ ਕਹਿੰਦੇ ਰਿਜ਼ਕ ਦਿਆ ਸਭ ਹੂੰ ਕੋ, ਕਿਉਂਕਿ ਇਹ ਸਾਰੇ ਹੁਕਮੇ ਅੰਦਰ ਸਭ ਕੋ ਹੋ ਗਏ ਨੇ। ਇਹ ਮਨ ਦੇ
ਜਿਹੜਾ ਮਨ ਹੁਣ ਆਪ ਰੱਬੀ ਹੁਕਮ ਵਿੱਚ ਜੀ ਰਿਹਾ, ਇਹ ਸਾਰੇ ਵੀ ਉਹਨਾਂ ਹੁਕਮਾਂ ਨੂੰ ਮੰਨ ਕੇ ਉਹਦੇ ਵਿੱਚ ਚੱਲ ਰਹੇ ਨੇ। ਇਸ ਕਰਕੇ ਇਹਨਾਂ ਦੀ ਇਹ ਸਾਰੇ ਪੈਦਾ ਹੋ ਜਾਂਦਾ। ਰਿਜ਼ਕ ਦਿਆ ਸਭ ਹੂੰ ਕੋ ਤਦਕਾ, ਫਿਰ ਕਹਿੰਦੇ ਨੇ ਇਹ ਹੈ ਮਾਨਸ ਜਨਮ। ਹੁਣ ਜਦੋਂ ਇਹਨਾਂ ਨੂੰ ਇਹ ਮਾਨਸ ਜਨਮ ਪ੍ਰਾਪਤ ਹੋਇਆ, ਜਦੋਂ ਇਹਨਾਂ ਨੇ ਗੁਰੂ ਦੀ ਇਸ ਨੂੰ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਅਸੀਂ ਇਹ ਬਾਹਰਲੀ ਬੋਡੀ ਨੂੰ ਮਾਨਸ ਦੇਹੀ ਮੰਨਦੇ ਹਾਂ ਤੇ ਇਸੇ ਨੂੰ ਸਮਝਦੇ ਹਾਂ ਵੀ ਇਹ ਬੋਡੀ ਮਰਦੀ ਹੈ ਤੇ ਅੱਗੇ ਜਾਂਦੀ ਹੈ। ਨਹੀਂ, ਜਿਹੜੀ ਗੁਰਬਾਣੀ ਕਹਿੰਦੀ ਹੈ ਕਿ ਗੁਰ ਸੇਵਾ ਕਰਦਾ ਵੀ ਕੌਣ ਹੈ? ਮਨ ਸੇਵਾ ਕਰਦਾ ਹੈ, ਔਰ ਮਨ ਦਾ ਹੀ ਮਨ ਮੰਨਦਾ ਹੈ ਸਤਿਗੁਰ ਕੀ ਸੇਵਾ ਚ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਮਨ ਮੰਨਦਾ ਹੈ ਸਤਿਗੁਰੂ ਦੀ ਸੇਵਾ ਦੇ ਵਿੱਚ। ਕੋ ਕਬੀਰ ਮਨ ਮਾਨਿਆ, ਮਨ ਸੇਵਾ ਕਰਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਸੇਵਾ ਕਰਕੇ ਇਹਦੀਆਂ ਕਾਮਨਾਵਾਂ ਖਤਮ ਹੋ ਜਾਂਦੀਆਂ ਹਨ। ਬਿਲਕੁਲ ਮਨ ਸੇਵਾ ਕਰਦਾ ਹੈ, ਪਹਿਲਾਂ ਮਨ ਸੇਵਾ ਕਰਦਾ ਹੈ, ਗੁਰਸੇਵਾ ਤੇ ਭਗਤ ਕਮਾਈ, ਇਹਨੂੰ ਮਾਨਸ ਦੇਹੀ ਪ੍ਰਾਪਤ ਹੁੰਦੀ ਹੈ। ਮਨ ਉਹੀ ਸੇਵਾ ਫਿਰ ਇਹਨਾਂ ਆਪਣੇ ਇੰਦਰੀ ਗਿਆਨ ਇੰਦਰੀ ਜੀਵ ਜਨਤਾ ਨੂੰ ਪ੍ਰੇਰਦਾ ਹੈ, ਦੱਸਦਾ ਹੈ ਕਿ ਇਸ ਤਰ੍ਹਾਂ ਮਾਨਸ ਦੇਹੀ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਵੀ ਇਹ ਮਾਨਸ ਦੇਹੀ ਇਸ ਤਰ੍ਹਾਂ ਪ੍ਰਾਪਤ ਕਰਨ ਦਾ ਦੱਸ ਕੇ ਉਹ ਵੀ ਭਗਤ ਦ੍ਰਿੜ ਕਰਨ ਲੱਗ ਜਾਂਦੇ ਨੇ। ਜੋ ਪਹਿਲਾਂ ਮਨ ਨੇ ਭਗਤੀ ਦ੍ਰਿੜ ਕੀਤੀ, ਅੰਦਰਲੇ ਜੀਵ ਜੰਤ ਵੀ 84 ਲੱਖ ਜੀਵ ਜੰਤ ਵੀ ਭਗਤ ਨੂੰ ਦ੍ਰਿੜ ਕਰਦੇ ਨੇ। ਭਗਤੀ ਕੀ ਹੈ? ਵਿਣ ਗੁਣ ਕੀਤੇ ਭਗਤ ਨਾ ਹੋਏ। ਪਹਿਲਾਂ ਇਹ ਅਵਗੁਣਾ ਵਿੱਚ ਜਿੰਦੇ ਸੀ, ਦੇਖੋ ਨੀਚਿਆਂ ਦੇ ਵਿਸ਼ਟਾ ਵਿੱਚ ਜਿੰਦੇ ਸੀ। ਵਿਸ਼ਟਾ ਚ ਇਹਨਾਂ ਦਾ ਵਾਸਾ ਸੀ, ਵਿਸ਼ਟਾ ਵਿੱਚ ਵੀ ਫਿਰਦੇ ਰਹਿੰਦੇ ਸਨ। ਕਿ ਵਿਸ਼ਟਾ ਵਿੱਚ ਫਿਰਦੇ ਰਹਿਣ, ਉੱਥੋਂ ਦੀ ਸਤਿਗੁਰੂ ਜੀ ਨੇ ਇਹਨਾਂ ਨੂੰ ਵਿਣ ਗੁਣ ਕੀਤੇ। ਉਹ ਵਿਸ਼ਟਾ ਸੀ, ਹੁਣ ਇਹ ਗੁਣ ਕਰਨ ਲੱਗ ਗਏ ਨੇ, ਭਗਤ ਦ੍ਰਿੜ ਕਰਨ ਲੱਗ ਗਏ। ਭਾਵ ਸਤਿਗੁਰੂ ਦੀ ਭਗਤੀ ਹੈ ਗੁਣ ਗ੍ਰਹਿਣ ਕਰਨਾ, ਗੁਣਾ ਨੂੰ ਆਪਣੇ ਅੰਦਰ ਧਾਰਨ ਕਰਨਾ, ਗੁਣਾ ਦੇ ਨਾਲ ਹੀ ਉਹ ਕਾਰਜ ਕਰਨੇ, ਉਹ ਕਰਮ ਕਰਨੇ। ਸਤਿਗੁਰੂ ਨਿਰਭਉ ਹੈ, ਨਿਰਭਉ ਹੋ ਕੇ ਨਿਰਭਉ ਵਾਲੇ ਕਾਰਜ ਕਰਨੇ, ਨਿਰਵੈਰ ਹੋ ਕੇ ਨਿਰਵੈਰਤਾ ਵਾਲੇ ਕਾਰਜ ਕਰਨੇ, ਕਰਤਾ ਬਣ ਕੇ ਕ੍ਰੀਏਟੀਵਿਟੀ ਕਰਨੀ, ਡਿਸਟਰੋਏ ਨਹੀਂ ਕਰਨਾ ਕਿਸੇ ਦਾ ਕੰਮ, ਕਿਸੇ ਦੀ ਲੈਗ ਪੁਲਿੰਗ ਨਹੀਂ ਕਰਨੀ। ਇਹ ਬਿਨ ਭਗਤੀ ਵਿਸਤਾ ਵਿੱਚ ਵਾਸਾ ਸੀ ਇਹਨਾਂ ਸਾਰੇ ਜੀਆਂ ਜਨਤਾ ਦਾ, 184 ਦਾ, ਜਿਹਨੂੰ ਕਹਿੰਦੇ ਨੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ। ਲੇਕਿਨ ਜਦੋਂ ਇਹ ਸਤਿਗੁਰੂ ਦੀ ਸ਼ਰਨ ਚ ਆਏ, ਜੋ ਪਹਿਲਾਂ ਮਨ ਆਇਆ ਸੀ, ਹੁਣ ਮਨ ਸਤਿਗੁਰੂ ਵਿੱਚ ਸਮਾ ਚੁੱਕਾ ਹੈ, ਭਾਵ ਇਹ ਮਨ ਦੀ ਸ਼ਰਨ ਵਿੱਚ ਆਏ। ਫਿਰ ਇਹਨਾਂ ਮਨ ਨੇ ਇਹਨਾਂ ਨੂੰ ਜੋ ਆਪ ਮਨ ਨੇ ਪ੍ਰਾਪਤ ਕੀਤਾ ਸੀ ਸਤਿਗੁਰੂ ਦੀ ਮੱਤ, ਉਹ ਇਹਨਾਂ ਨੂੰ ਦੇਣ ਲੱਗ, ਇਹਨਾਂ ਨੂੰ ਦ੍ਰਿੜ ਕਰਵਾਉਣ ਲੱਗ। ਪਰ ਇਹ ਹੁੰਦਾ ਕਦੋਂ ਹੈ? ਇਹ ਮਾਨਸ ਜਨਮ ਵਿੱਚ ਦ੍ਰਿੜ ਕਰਵਾਇਆ ਜਾਂਦਾ, ਪਸ਼ੂਆਂ ਵਾਲੇ ਜਨਮ ਦੇ ਵਿੱਚ ਨਹੀਂ। ਪਸ਼ੂਆਂ ਵਾਲੇ ਜਨਮ ਤੋਂ ਤਾਂ ਉਹਨੂੰ ਕਹਿੰਦੇ ਨੇ ਅਵਗੁਣੀ ਭਰਿਆ ਸਰੀਰ ਹੈ, ਉਹ ਪਸ਼ੂਆਂ ਵਾਲਾ। ਜਦੋਂ ਇਹ 84 ਲੱਖ ਜੀਵ ਜੰਤ ਸਤਿਗੁਰੂ ਦੀ ਸ਼ਰਨ ਚ ਆਉਂਦੇ, ਉਹਨੂੰ ਕਹਿੰਦੇ ਨੇ ਨਿਰਗੁਣ। ਇਹ ਸਭ ਤੋਂ ਵੱਡਾ ਅਵਗੁਣ ਕੀ ਹੈ ਸਾਡਾ? ਜਦੋਂ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਗੁਣ ਇਹੋ ਹੋਰ ਨਾਹੀ ਕੋਈ, ਜਦੋਂ ਸਾਡਾ ਇੱਕੋ ਇੱਕ ਖਸਮ ਬਣ ਜਾਂਦਾ ਨਾ, ਇਹੀ ਸਭ ਤੋਂ ਵੱਡਾ ਗੁਣ ਹੈ। ਸਭ ਤੋਂ ਵੱਡਾ ਗੁਣ ਹੈ ਕਿ ਸਾਡਾ ਇੱਕ ਮਾਲਕ ਹੈ, ਇੱਕ, ਹੋਰ ਨਾ ਹੀ ਕੋਈ। ਸਾਡੀ ਜ਼ਿੰਦਗੀ ਵਿੱਚ ਹੁਣ ਹੋਰ ਕਿਸੇ ਦੀ ਵੀ ਵਿਚਾਰਧਾਰਾ ਲਈ ਕੋਈ ਜਗ੍ਹਾ ਨਹੀਂ ਹੈ। ਅਸੀਂ ਹੁਣ ਕਿਸੇ ਦੇ ਵੀ ਵਿਚਾਰਾਂ ਦੇ ਪਿੱਛੇ ਨਾ ਹੀ ਜਾਂਦੇ, ਇੱਕ ਦੇ ਵਿਚਾਰਾਂ ਨੂੰ ਅਸੀਂ ਧਾਰਨ ਕਰ ਲਿਆ ਹੋਇਆ। ਇਸ ਨੂੰ ਕਹਿੰਦੇ ਨੇ ਸਭ ਤੋਂ ਵੱਡਾ ਗੁਣ ਹੈ। ਖਸਮ ਨੂੰ ਅਸੀਂ ਹੁਣ ਛੱਡਦੇ ਹੀ ਨਹੀਂ ਹਾਂ। ਇਹ ਸੱਚ ਸਭਨਾ ਦਾ ਖਸਮ ਹੈ ਤੇ ਅਸੀਂ ਉਸ ਖਸਮ ਦੇ ਰਜ਼ਾ ਵਿੱਚ, ਖਸਮ ਦੇ ਭਾਣੇ ਵਿੱਚ ਚੱਲਦੇ ਹਾਂ। ਇਹ ਸਭ ਤੋਂ ਵੱਡਾ ਗੁਣ, ਇਹਨੂੰ ਕਹਿੰਦੇ ਨੇ ਗੁਣ ਇਹੋ ਹੋਰ ਨਾ ਹੀ ਕੋਈ। ਤੇ ਫਿਰ ਸਭ ਤੋਂ ਵੱਡਾ ਅਵਗੁਣ ਕੀ ਹੋਇਆ? ਕਿ ਇੱਕੋ ਤੋਂ ਬਿਨਾਂ ਹੁਣ ਹੋਰ ਹੀ ਹੋਰ ਹੋਵੇ। ਜਦੋਂ ਸਾਡੀ ਜ਼ਿੰਦਗੀ ਵਿੱਚ ਸਿਰਫ ਸਤਿਗੁਰੂ ਦੀ ਮੱਤ ਨਾ ਹੋਵੇ ਤੇ ਬਸ ਹੋਰ ਸਾਰਿਆਂ ਦੀ ਮੱਤਾਂ ਅਸੀਂ ਗ੍ਰਹਿਣ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹੋਈਏ, ਜਿਸ ਨੂੰ ਕਹਿੰਦੇ ਨੇ ਖਸਮ ਛੋੜ ਦੂਜੇ ਲੱਗੇ। ਖਸਮ ਦੀ ਗੱਲ ਨਾ ਹੋਵੇ, ਹੋਰ ਹੀ ਹੋਰ ਗੱਲਾਂ ਹੋਣ, ਹੋਰ ਹੀ ਦੁਨੀਆ ਦੀਆਂ ਮੱਤਾਂ ਹੋਣ। ਇਸ ਨੂੰ ਕਹਿੰਦੇ ਨੇ ਕੀ ਕਹਿੰਦੇ, ਸਤਿਗੁਰੂ ਕਹਿੰਦੇ ਨੇ ਇਹ ਵੈ ਅਵਗੁਣ ਸਭ ਤੋਂ ਵੱਡਾ। ਤੇ ਜਦੋਂ ਅਸੀਂ ਇਹ ਅਵਗੁਣ ਤਿਆਗ ਕੇ ਸਤਿਗੁਰੂ ਕੋਲ ਆ ਕੇ ਕਹਿੰਦੇ ਸਤਿਗੁਰੂ ਜੀ ਤੇਰੀ ਸ਼ਰਨ ਚ ਅਸੀਂ ਆਏ, ਅਸੀਂ ਨਿਰਗੁਣ ਹਾਂ, ਸਾਡੇ ਚ ਗੁਣ ਕੋਈ ਨਹੀਂ, ਪਰ ਜਿਹੜਾ ਅਵਗੁਣ ਸੀ ਨਾ ਵੀ ਅਸੀਂ ਹੋਰ ਬੜੀਆਂ ਸਾਰੀਆਂ ਹੋਰ ਬਹੁਤ ਸਾਰੇ ਅਸੀਂ ਖਸਮ ਕੀਤੇ ਹੋਏ ਸਨ, ਉਹ ਖਸਮਾਂ ਨੂੰ ਛੱਡ ਕੇ ਤੇਰੇ ਦਰ ਤੇ ਆਏ। ਹੁਣ ਕੋਈ ਨਿਖਸਮੇ ਹੋ ਕੇ, ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਤੇਰੇ ਦਰ ਤੇ ਆਏ। ਸਤਿਗੁਰੂ ਨਿਖਸਮਿਆਂ ਦਾ ਖਸਮ ਹੈ। ਖਸਮ ਉਹ ਬਣਦਾ ਹੈ, ਲੇਕਿਨ ਕਹਿੰਦਾ ਪਹਿਲਾਂ ਨਿਖਸਮੇ ਹੋ ਕੇ ਮੇਰੇ ਕੋਲ ਆਓ। ਉਹ ਕਹਿੰਦਾ ਮੈਂ ਤੁਹਾਡਾ ਮਾਣ ਬਣਾਂਗਾ, ਪਹਿਲਾਂ ਕਹਿੰਦੇ ਨਿਮਾਣੇ ਹੋ ਕੇ ਆਓ। ਉਹ ਕਹਿੰਦਾ ਮੈਂ ਤੁਹਾਡਾ ਤਾਣ ਵੀ ਬਣਾਂਗਾ, ਪਹਿਲਾਂ ਕਹਿੰਦੇ ਨਿਤਾਣੇ ਹੋ ਕੇ ਆਓ। ਜਿਹੜਾ ਹੋਰ ਤਾਣ ਚੱਕਿਆ ਹੋਇਆ ਉਹਨੂੰ ਛੋੜ ਕੇ ਆਓ, ਜਿਹੜੇ ਹੋਰ ਖਸਮ ਕੀਤੇ ਆ ਉਹਨੂੰ ਛੋੜ ਕੇ ਆਓ।
ਸਤਿਗੁਰੂ ਨਿਖਸਮਿਆਂ ਦਾ ਖਸਮ ਹੈ, ਨਿਪੱਤਿਆਂ ਦੀ ਪੱਤ ਹੈ। ਜਿਹੜੀ ਅਸੀਂ ਹੋਰ ਪੱਤ, ਦੁਨਿਆਵੀ ਪੱਤ ਦਾ ਰੂਪੀ ਕੱਪੜਾ ਅਸੀਂ ਆਪਣੇ ਉੱਪਰ ਪਾਇਆ, ਉਹ ਉਤਾਰ ਕੇ ਆਉਣਾ ਪੈਂਦਾ ਸਤਿਗੁਰੂ ਜੀ ਦੇ। ਸਤਿਗੁਰੂ ਕੋਲ ਆਉਣਾ ਹੈ ਤਾਂ ਨਿਖਸਮੇ ਹੋ ਕੇ ਆਉਣਾ ਪਏਗਾ, ਫਿਰ ਉਹ ਸਾਡਾ ਖਸਮ ਬਣਦਾ। ਇਹਨੂੰ ਕਹਿੰਦੇ ਨੇ ਇਹ ਅਵਗੁਣ ਛੱਡ ਕੇ ਜਦੋਂ ਇਹ ਸਾਰੇ ਜੀ ਜੰਤ ਨਿਰਗੁਣ ਹੋ ਕੇ ਸਤਿਗੁਰੂ ਕੋਲ ਆ ਕੇ ਉਸ ਨੂੰ ਫਿਰ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ। ਇਹਨਾਂ ਨੂੰ ਨਿਰਗੁਣਿਆਂ ਨੂੰ ਸਰਗੁਣ ਬਣਾਉਂਦਾ। ਫਿਰ ਇਸ ਨੂੰ ਕਹਿੰਦੇ ਨੇ ਗੁਰ ਭਗਤ ਦ੍ਰਿੜਾਏ। ਉਹਨਾਂ ਨੂੰ ਗੁਣ ਦੇ ਕੇ ਉਹਨਾਂ ਨੂੰ ਨਿਰਗੁਣਿਆਂ ਤੋਂ ਸਰਗੁਣ ਬਣਾਉਂਦਾ ਹੈ, ਗੁਣਾ ਸਵੱਲੇ ਬਣਾਉਂਦਾ ਹੈ। ਪਹਿਲਾਂ ਇਹਨਾਂ ਦਾ ਭਗਤੀ ਤੋਂ ਬਿਨਾਂ ਵਿਸਤਾ ਵਿੱਚ ਵਾਸਾ ਸੀ। ਇਹਨਾਂ ਨੂੰ ਵਿਸਤਾ ਵਿੱਚੋਂ ਕੱਢ ਕੇ ਗੁਰੂ ਦੀ ਭਗਤੀ ਵਿੱਚ ਆਪ ਪਹਿਲਾ ਮਨ ਜੁੜਿਆ, ਹੁਣ ਇਹਨਾਂ ਨੂੰ ਜੋੜ ਕੇ ਇਹਨਾਂ ਨੂੰ ਵੀ ਸਰਗੁਣ ਅਵਸਥਾ ਵਿੱਚ ਪਹੁੰਚਾਉਂਦਾ ਹੈ। ਹਾਂਜੀ ਵੀਰ ਜੀ, ਇੱਥੇ ਜਿਹੜਾ 184 ਆਪ ਉਪਾਏ, ਇਹ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਮਤਲਬ ਪ੍ਰੋੜਾ ਵਧੀਆ ਆਇਆ। ਹਾਂਜੀ ਵੀਰ ਜੀ, ਗੁਰਬਾਣੀ ਦੇ ਵਿੱਚ ਵੀ ਜੀ ਦੇਖੋ, ਮੈਂ ਜਿਹੜੀ ਤੁਕ ਸ਼ੇਅਰ ਕੀਤੀ ਹੈ ਉਹ ਵੀ ਮੇਰੀ ਤੁਕ ਨਹੀਂ ਹੈ। 184 ਜੋਨ ਉਪਾਈ ਇਹ ਮੇਰੀ, ਇਹ ਵੀ ਸ਼ਬਦ ਮੇਰੀ ਨਹੀਂ ਹੈ। ਤੇ ਮੈਂ ਉਹ ਜਿਹੜਾ ਸ਼ਬਦ ਸਾਰਿਆਂ ਦੇ ਨਾਲ ਸ਼ੇਅਰ ਕੀਤਾ ਹੈ 84 ਲੱਖ ਜੋਨ ਉਪਾਈ ਰਿਜ਼ਕ ਦਿਆ ਸਭ ਹੂੰ ਕੋ ਤਦਕਾ, ਇਹ ਵੀ ਮੇਰੀ ਤੁਕ ਨਹੀਂ ਹੈ। ਅਸੀਂ ਲੋਕਾਂ ਨੇ ਸਿਰਫ ਕੀ ਕੀਤਾ ਵੀਰ ਜੀ, ਅਸੀਂ ਗੁਰਬਾਣੀ ਨੂੰ ਬਿਲਕੁਲ ਸਾਰੇ ਸਹੀ ਪੜ੍ਹ ਰਹੇ ਹਾਂ, ਗੁਰਬਾਣੀ ਨੂੰ ਅਸੀਂ ਕੋਟ ਵੀ ਬਿਲਕੁਲ ਸਹੀ ਕਰ ਰਹੇ ਹਾਂ, ਲੇਕਿਨ ਗੁਰਬਾਣੀ ਦੇ ਅਰਥ ਕਰਨ ਲਈ ਜੋ ਅੱਜ ਤੱਕ ਸਾਨੂੰ ਸੁਣਾਏ ਗਏ ਹਨ ਨਾ ਦੁਨੀਆ ਨੇ ਅਰਥ, ਉਹਦਾ ਪ੍ਰਭਾਵ ਸਾਡੇ ਅੰਦਰੋਂ ਨਹੀਂ ਜਾ ਰਿਹਾ। ਇਹਦੇ ਵਿੱਚ ਸਾਡੀ ਗਲਤੀ ਨਹੀਂ। ਸਾਨੂੰ ਅੱਜ ਤੱਕ ਸਾਡੇ ਵਰਗੇ ਰਾਗੀਆਂ, ਗ੍ਰੰਥੀਆਂ ਨੇ, ਪ੍ਰਚਾਰਕਾਂ ਨੇ ਅਰਥ ਹੀ ਇਹ ਕੀਤੇ ਸਨ। ਉਹਨਾਂ ਦਾ ਪ੍ਰਭਾਵ ਸਾਡੇ ਮਨਾਂ ਤੇ ਛਾਇਆ ਹੋਇਆ ਹੈ। ਇਹ ਸਾਡੀ, ਅਸੀਂ ਕੋਸ਼ਿਸ਼ ਕਰੀਏ ਹੌਲੀ 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 ਹੋ ਜਾਏਗਾ। ਅਸੀਂ ਗੁਰਬਾਣੀ ਦੇ ਲਫ਼ਜ਼ਾਂ ਨੂੰ ਗੁਰਬਾਣੀ ਦੇ ਵਿੱਚੋਂ ਖੋਜਣਾ ਜਦੋਂ ਸ਼ੁਰੂ ਕਰਾਂਗੇ ਤਾਂ ਸਾਨੂੰ ਸਮਝ ਆ ਜਾਏਗੀ। ਗੁਰਬਾਣੀ ਜੀ ਜੰਤ ਕਹਿੰਦੀ ਹੈ, ਕਿਸ ਨੂੰ? ਜੀ ਜੰਤ ਸਭ ਸ਼ਰਨ ਤੁਮਾਰੀ, ਉਸੇ ਨੂੰ ਇੱਥੇ ਕਹਿੰਦੇ ਨੇ 184 ਜੀ ਜੰਤ। ਮਾਨਸ ਕੋ ਪ੍ਰਭ ਦੀ ਵਡਿਆਈ, ਇਹ ਸਾਰੇ ਜੀ ਜੰਤ ਨੇ ਜਿਹੜੇ ਨਾ, ਇਹਨਾਂ ਨੂੰ ਪੈਦਾ ਹੁੰਦੇ ਨੇ। ਹੁੰਦੇ ਕਦੋਂ ਹੈ? ਜਦੋਂ ਇਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੈ ਨਾਮ ਦਾ। ਅੰਦਰਲੀ ਸ੍ਰਿਸ਼ਟੀ ਦੀ ਗੱਲ ਚੱਲ ਰਹੀ ਹੈ ਵੀਰ ਜੀ। ਜਦੋਂ ਸਾਡੇ ਜਿਹੜੇ 2-3 ਮੇਨ ਬੇਸ ਅਸੀਂ ਨੂੰ ਆਧਾਰ ਬਣਾ ਲਵਾਂਗੇ, ਇੱਕ ਤਾਂ ਮੰਨ ਲਵਾਂਗੇ ਕਿ ਸਤਿਗੁਰੂ ਜੀ ਸਾਡਾ ਅੰਦਰਲੀ ਸ੍ਰਿਸ਼ਟੀ, ਸਾਡਾ ਤਨ ਜਿਸ ਨੂੰ ਸ੍ਰਿਸ਼ਟੀ ਕਹਿੰਦੇ ਨੇ, ਇਸੇ ਨੂੰ ਨਵਾਂ ਖੰਡ ਸਰੀਰ ਬੋਲਦੇ ਨੇ। ਗੁਰਬਾਣੀ ਵਿੱਚ ਨਵਾਂ ਖੰਡ ਦੀ ਡੈਫੀਨੇਸ਼ਨ ਹੈ, ਨਵਾਂ ਖੰਡ ਸਰੀਰ ਨੂੰ ਨੌ ਖੰਡ ਪ੍ਰਿਥਵੀ ਬੋਲਦੇ ਨੇ, ਇਸ ਨੂੰ ਨੌ ਖੰਡ ਧਰਤੀ ਬੋਲਦੇ ਨੇ। ਸਰੀਰ ਨੂੰ ਹੀ ਕਰਮ ਧਰਤੀ ਸਰੀਰ ਆਖਿਆ ਜਾਂਦਾ ਹੈ। ਔਰ ਇਸੇ ਨੂੰ ਕਹਿੰਦੇ ਨੇ ਸੰਸਾਰ ਬਿਰਖ ਕੋ ਦੋਇ ਫਲ ਆਏ। ਇਹ ਤਨ ਬਿਰਖ ਕਹਿ ਕੇ ਫਿਰ ਕਹਿੰਦੇ ਨੇ ਸੰਸਾਰ ਬਿਰਖ ਹੈ, ਤਨ ਨੂੰ ਸੰਸਾਰ ਆਖਿਆ ਜਾਂਦਾ। ਔਰ ਇਹਦੇ ਵਿੱਚ ਜਿਹੜੇ ਜੀ ਜੰਤ ਪੈਦਾ ਹੁੰਦੇ ਨੇ ਉਹ ਸਾਡੇ ਅੰਦਰਲੇ ਨੇ। ਹਰ ਇੱਕ ਬੰਦੇ ਦਾ ਜਦੋਂ ਅੰਦਰਲਾ ਭਾਵ ਇਹ ਵਾਲਾ ਸਰੀਰ ਰੂਪੀ ਸੰਸਾਰ ਠੀਕ ਹੋ ਜਾਏਗਾ ਤਾਂ ਬਾਹਰਲੇ ਸਾਰਾ ਸਮਾਜ ਵੀ ਤਾਂ ਇਹਨਾਂ ਬੰਦਿਆਂ ਦਾ ਹੀ ਸਮੂਹ ਹੈ, ਸਾਡਾ ਹੀ ਸਮੂਹ ਸਮਾਜ ਹੈ। ਅਸੀਂ ਹੀ ਸਾਰੇ ਜਦੋਂ ਇਕੱਠੇ ਹੋ ਜਾਂਦੇ ਨੇ ਇਹਨੂੰ ਹੀ ਤਾਂ ਸਮਾਜ ਆਖਦੇ ਨੇ। ਤੇ ਜਦੋਂ ਹਰ ਇੱਕ ਆਪਣੇ ਆਪ ਨੂੰ, ਆਪਣੇ ਮਨ ਨੂੰ, ਆਪਣੇ ਧਿਆਨ ਨੂੰ ਠੀਕ ਕਰ ਲੇਗਾ, ਪੂਰਾ ਸੰਸਾਰ ਸਾਡਾ ਸਮੂਹ ਹੀ ਤਾਂ ਸੰਸਾਰ ਹੈ। ਸੰਸਾਰ ਕੋਈ ਅਲੱਗ ਥੋੜੀ ਹੈ। ਇਹ ਜਿਹੜੀਆਂ ਸਾਡੀਆਂ ਸਾਰੀਆਂ ਧਰਤੀਆਂ ਨੇ ਇਹਨੂੰ ਹੀ ਕਹਿੰਦੇ ਨੇ ਕੀਤੀਆਂ ਧਰਤੀ। ਇਹ ਸਾਡੇ ਹਰ ਇੱਕ ਸਰੀਰ ਨੂੰ ਗੁਰਬਾਣੀ ਧਰਤੀ ਆਖਦੀ ਹੈ। ਕਰਮ ਧਰਤੀ ਸਰੀਰ ਵਿੱਚ ਕਲ ਯੁਗ ਜੋ ਬੀਜੈ ਸੋ ਫਲ ਪਾਏ। ਇਸ ਨੂੰ ਕਰਮ ਕਰਨ ਵਾਸਤੇ ਕਹਿੰਦੇ ਇਹਦੇ ਚ ਸ਼ਬਦ ਦਾ ਬੀਜ ਪਾਣਾ। ਇਹ ਧਰਤੀ ਸਰੀਰ ਨੂੰ ਬੋਲਦੇ ਆ। ਔਰ ਦੁਨੀਆ ਤੇ ਕਿਤਨੇ ਸਰੀਰ ਹੈ, ਕਿਤਨੀਆਂ ਧਰਤੀਆਂ, ਇਹ ਸਾਰੀਆਂ ਧਰਤੀਆਂ ਨੂੰ ਕਹਿੰਦੇ ਨੇ ਕੀਤੀਆਂ ਧਰਤੀ। ਕਿ ਸੁਰਤੀ ਕੀਤੇ, ਇਹ ਸਾਰੇ ਹੀ ਜਦੋਂ ਅਸੀਂ ਇੱਕ ਬੰਦਾ ਰੱਬ ਜੀ ਦੀ ਮੱਤ ਦੇ ਵਿੱਚ ਜੀਣ ਲੱਗ ਜਾਵਾਂਗੇ, ਹਰੇਕ ਕੋਈ ਜਦੋਂ ਜੀਣ ਲੱਗ ਜਾਏਗਾ, ਭਾਵ ਸਾਰੇ ਸੰਸਾਰ ਦੇ ਹਰ ਇੱਕ ਬੰਦਾ ਜੀਣ ਲੱਗੇ, ਇਹ ਸਾਡੇ ਸਮੂਹ ਹੀ ਤਾਂ ਸੰਸਾਰ ਹੈ। ਸਮਾਜ ਕੀ ਹੈ? ਮੈਂ ਤੇ ਤੁਸੀਂ, ਅਸੀਂ ਸਾਰੇ ਮਿਲ ਕੇ ਹੀ ਤਾਂ ਸਮਾਜ ਆ। ਸਮਾਜ ਦਾ ਰੂਪ ਸਾਡਾ, ਅਸੀਂ ਸਾਰੇ ਮਿਲ ਕੇ ਹੀ ਤਾਂ ਸਮਾਜ ਬਣਦੇ ਆ। ਮੈਂ ਠੀਕ ਹੋ ਗਿਆ, ਇਟ ਮੀਨ ਸਮਾਜ ਵਿੱਚ ਇੱਕ ਬੰਦਾ ਠੀਕ ਹੋ ਗਿਆ। ਅਸੀਂ ਸਾਰੇ ਆਪਣੇ ਆਪ ਨੂੰ ਠੀਕ ਕਰ ਲਈਏ, ਸਮਾਜ ਸਾਰਾ ਠੀਕ ਹੋ ਜਾਏਗਾ। ਗੁਰਬਾਣੀ ਸਮਾਜ ਨੂੰ ਹੀ ਠੀਕ ਕਰਨਾ ਚਾਹੁੰਦੀ, ਲੇਕਿਨ ਕਹਿੰਦੀ ਹੈ ਸ਼ੁਰੂ ਕਿੱਥੋਂ ਹੋਏਗਾ? ਤੇਰੇ ਤੋਂ ਕੰਮ। ਆਪ ਸਵਾਰਾ ਮੈਂ ਮਿਲਿਆ, ਫਿਰ ਕਹਿੰਦੇ ਮੈਂ ਮਿਲਿਆ ਸੁੱਖ ਹੋਏ। ਕਹਿੰਦੇ ਜੇ ਤੂੰ ਮੇਰਾ ਹੋਏ ਸਭ ਜਗ ਤੇਰਾ ਹੋਏ। ਅੰਦਰਲਾ ਵੀ, ਜਦੋਂ ਸਾਡਾ ਅੰਦਰਲਾ ਜਗ ਸਾਡਾ ਹੋ ਜਾਏਗਾ, ਹਰੇਕ ਦਾ ਅੰਦਰਲਾ ਜਗ ਸਾਡਾ ਹੋ ਜਾਏਗਾ, ਬਾਹਰਲਾ ਵੀ ਸੁਧਰ ਜਾਏਗਾ। ਅਸੀਂ ਆਪਣੇ ਗੁਰਬਾਣੀ ਦੇ ਨਾਲ ਆਪਣੇ ਆਪ ਨੂੰ ਮਰਜ ਕਰਨਾ ਹੈ। ਗੁਰਬਾਣੀ ਦੀ ਜੋ ਟਰਮਸ ਨੇ ਨਾ, ਉਸਨੂੰ ਗੁਰਬਾਣੀ ਦੇ ਵਿੱਚੋਂ ਹੀ ਸਮਝਣਾ ਹੈ। ਹਰਵਿੰਦਰ ਵੀਰ ਜੀ ਨੇ ਇੱਕ ਸ਼ਬਦ ਕੋਟ ਕੀਤਾ ਸੀ ਕਿ ਕੀ ਕਹਿੰਦੇ, ਵੀਰ ਜੀ ਕਹਿ ਰਹੇ ਸੀ ਵੀ ਅਸੀਂ ਅੱਗੇ ਕਿੱਥੇ ਜਾਣਾ। ਉਹਨਾਂ ਨੇ ਸ਼ਬਦ ਯੂਜ਼ ਕੀਤਾ ਸੀ, ਦੇਹੀ ਜ਼ਾਤ ਨਾ ਆਗਿਆ ਜਾਏ
ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੈ ਸੱਚ ਕਮਾਏ। ਗੁਰਬਾਣੀ ਸਾਨੂੰ ਕਹਿੰਦੀ ਹੈ ਅਸੀਂ ਅੱਗੇ ਜਾਣਾ। ਉਹ ਅੱਗੇ ਕੀ ਹੈ? ਅੱਗੇ ਦਰਗਾਹ ਮੰਨੀ ਹੈ। ਅੱਗੇ ਹੈ ਸਤਿਗੁਰੂ ਦੀ ਦਰਗਾਹ ਜਿਹੜੀ ਸਾਡੇ ਅੰਦਰ ਲੱਗੀ ਹੋਈ ਹੈ। ਅਸੀਂ ਜੋ ਕੰਮ ਕਰਦੇ ਹਾਂ ਸਾਡੇ ਅੱਗੇ ਸਾਨੂੰ ਕਹਿੰਦੇ ਨੇ ਐਸਾ ਕੰਮ ਮੂਲੈ ਨਾ ਕੀਚੈ ਜੇ ਤੰਤ ਪਛੋਤਾਈ ਹੈ। ਉਸ ਕੰਮ ਦਾ ਰਿਜ਼ਲਟ ਜਦੋਂ ਹੁੰਦਾ ਨਾ ਨਾਲ ਦੀ ਨਾਲ ਸਾਡਾ ਕਰਮੀ ਆਪੋ ਆਪ ਹੋ ਰਹੀ ਹੈ। ਕਿੱਥੇ? ਉਹਦੇ ਦਰ ਤੇ, ਉਹਦੇ ਦਰਗਾਹ ਦੇ ਅੱਗੇ, ਉਹਦੇ ਮਹਿਲ ਵਿੱਚ ਵੀ ਜੀ ਜਗ੍ਹਾ ਨਹੀਂ ਮਿਲਦੀ। ਇਸੇ ਜਨਮ ਵਿੱਚ ਜਿੰਦੇ ਜੀ ਗੁਰ ਤੇ ਮਹਿਲ ਪ੍ਰਾਪਤੇ ਅੱਗੇ ਨਹੀਂ ਹੁੰਦੇ ਨੇ। ਕਹਿੰਦੇ ਜੀ ਤੂੰ ਅੱਗੇ ਜਾ ਕੇ ਆਪਣਾ ਲੇਖਾ ਚੁਕਾਉਣਾ ਚਾਹੁੰਦਾ ਹੈ ਤਾਂ ਕੀ ਕਰ? ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਅੱਗੇ ਖਸਮ ਦਾ ਮਹਿਲ ਹੈ। ਅਸੀਂ ਖਸਮ ਦੇ ਮਹਿਲ 'ਚ ਜਾਣਾ ਇਸੇ ਜਨਮ ਦੇ ਵਿੱਚ। ਪਲ ਪਲ ਸਾਨੂੰ ਅੱਗੇ ਖਸਮ ਦੇ ਮਹਿਲ ਦੇ ਵਿੱਚ ਪ੍ਰਵਾਨ ਨਹੀਂ ਹੋਵਾਂਗੇ ਤੇ ਸਾਨੂੰ ਖਸਮ ਦੇ ਮਹਿਲ 'ਚ ਜਗ੍ਹਾ ਨਹੀਂ ਮਿਲੀ। ਗੁਰੂ ਤੇ ਮਹਿਲ ਪ੍ਰਾਪਤੇ ਨਹੀਂ ਹੋਏਗਾ। ਕਹਿੰਦੇ ਨੇ ਨਾ ਉਹ ਢਾਡੀ ਦਰ ਗੁਣ ਗਾਉਂਦਾ, ਉਹਦੇ ਵਿੱਚ ਵੀ ਇਹ ਕਹਿੰਦੇ ਨੇ ਸੱਦਿਆ ਜਾਂਦਾ ਹੈ ਮਹਿਲ ਦੇ ਵਿੱਚ, ਸੱਦਾ ਨਹੀਂ ਮਿਲੇਗਾ ਜੇ ਅਸੀਂ ਸਤਿਗੁਰੂ ਜੀ ਦੀ ਸਿੱਖਿਆ ਦੇ ਅਕੋਰਡਿੰਗ ਨਹੀਂ ਚੱਲਾਂਗੇ, ਹੁਕਮ ਵਿੱਚ ਰਜ਼ਾ 'ਚ ਨਹੀਂ ਚੱਲਾਂਗੇ। ਅੱਗੇ ਹੈ ਜਗ੍ਹਾ ਇਸੀ ਜਨਮ ਦੇ ਵਿੱਚ। ਅੱਗੇ ਸਤਿਗੁਰੂ ਜੀ ਦੇ ਮਹਿਲ ਨੂੰ ਗੁਰਬਾਣੀ ਮਹਿਲ ਆਖਦੀ ਹੈ, ਦਰਗਾਹ ਆਖਦੀ ਹੈ। ਅੱਛਾ, ਉੱਥੇ ਪ੍ਰਵਾਨ ਵੀ ਕਿਹੜਾ ਹੁੰਦਾ ਹੈ? ਪ੍ਰਵਾਨ ਵੀ ਕੌਣ ਹੁੰਦਾ ਹੈ? ਜਿਸ ਨੂੰ ਆਪਾਂ ਸ਼ਬਦ ਪੜ੍ਹ ਕੇ ਆਏ ਨਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਪ੍ਰਵਾਨ, ਹੁਕਮ ਮੰਨਿਆ ਹੋਵੇ ਪ੍ਰਵਾਨ। ਪ੍ਰਵਾਨ ਕੌਣ ਹੁੰਦਾ ਹੈ? ਕਹਿੰਦੇ ਨੇ ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪ੍ਰਵਾਨ ਸੱਚ ਸੋਏ। ਮਤ ਪ੍ਰਵਾਨ ਹੁੰਦੀ ਹੈ ਵੀਰ ਜੀ। ਅਸੀਂ ਇੱਥੇ ਕਿਤਨੇ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ ਅਸੀਂ ਕੌਣ ਹਾਂ। ਜਿਸ ਨੂੰ ਕਹਿੰਦੇ ਨੇ ਜਿਹਦਾ ਲੇਖਾ ਹੋਣਾ ਹੈ, ਉਹ ਲੇਖਾ ਸਾਡੀ ਮਤ ਦਾ ਹੁੰਦਾ ਹੈ। ਸਾਡੀ ਮਤ ਹੀ ਪਲ ਪਲ ਮਰਦੀ ਹੈ। ਮਤ ਪਲ ਪਲ ਮਰਦੀ। ਅਸੀਂ ਕਹਿੰਦੇ ਨਾ ਤੇਰੀ ਮਤ ਮਰ ਗਈ ਸੀ, ਤੂੰ ਇਤਨਾ ਭੈੜਾ ਕਰਮ ਕਰ ਆਇਆ, ਤੂੰ ਤਾਂ ਸਾਡੇ ਸਾਰੇ ਸਮਾਜ, ਸਾਡਾ ਸਾਰੀ ਖਾਨਦਾਨ ਦਾ ਨੱਕ ਡਬੋਇਆ, ਨੱਕ ਕਟਾਇਆ, ਤੇਰੀ ਮਤ ਮਰ ਗਈ ਸੀ ਤੂੰ ਆ ਕੰਮ ਕਰਕੇ। ਮਤ ਮਰਦੀ ਹੈ ਪਲ ਪਲ ਔਰ ਅੱਗੇ ਜਾਂਦੀ ਹੈ ਕਿੱਥੇ? ਸਤਿਗੁਰੂ ਦੇ ਮਹਿਲ ਦੇ ਵਿੱਚ। ਗੁਰਬਾਣੀ ਉਸ ਨੂੰ ਆਖਦੀ ਹੈ, ਸ਼ਬਦ ਵੀ ਤੁਸੀਂ ਉੱਪਰ ਇਹ ਸਾਹਮਣੇ ਲਿਆਓ, ਨਾਨਕ ਜੋ ਨਾਮ ਰਤੇ ਸਈ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ। ਮਤ ਪ੍ਰਵਾਨ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਪ੍ਰਵਾਨ ਮਤ ਹੁੰਦੀ ਹੈ ਖਸਮ ਦੇ ਮਹਿਲ ਵਿੱਚ। ਇਹ ਇੱਥੇ ਹੀ ਅੱਗੇ ਜਦੋਂ ਅਸੀਂ ਸਤਿਗੁਰੂ ਦੀ ਮਤ ਤੋਂ ਉਲਟ ਕੰਮ ਕਰਦੇ ਹਾਂ, ਉਸ ਨੂੰ ਕਹਿੰਦੇ ਨੇ ਤੈਨੂੰ ਹੁਣ ਅੱਗੇ ਸਤਿਗੁਰੂ ਦੀ ਦਰਗਾਹ ਜਿਹੜੀ ਹੈ ਨਾ ਤੇਰੇ ਅੰਦਰ ਹੀ ਹੈ। ਜਿਹੜਾ ਸਤਿਗੁਰੂ ਦਾ ਮਹਿਲ ਹੈ ਤੈਨੂੰ ਤੋਂ ਪ੍ਰਾਪਤ ਨਹੀਂ ਹੋਏਗਾ। ਉੱਥੇ ਮਤ ਪ੍ਰਵਾਨ ਹੁੰਦੀ ਹੈ, ਤੇਰੀ ਮਤ ਪ੍ਰਵਾਨ ਨਹੀਂ, ਤੂੰ ਹੁਕਮ ਤੋਂ ਉਲਟ ਕੰਮ ਕਰ ਰਿਹਾ। ਅੱਗੇ ਜਾਂਦੀ ਹੈ ਸਾਡੀ ਮਤ ਇਸੀ ਜਨਮ ਦੇ ਵਿੱਚ ਅੱਗੇ ਦਰਗਾਹ ਵਿੱਚ ਸਤਿਗੁਰੂ ਦੇ ਮਹਿਲ ਵਿੱਚ। ਗੁਰ ਤੇ ਮਹਿਲ ਪ੍ਰਾਪਤ ਨਹੀਂ ਹੋਏਗਾ ਅਗਰ ਅਸੀਂ ਸਤਿਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦੇ। ਹਾਂਜੀ ਜੀ ਹਰਵਿੰਦਰ ਜੀ। ਕਰਮ ਹੋਵੇ ਗੁਰ ਭਗਤ ਦ੍ਰਿੜਾਏ, ਵਿਣ ਕਰਮਾ ਕਿਉ ਪਾਇਆ ਜਾਏ। ਆਪੇ ਕਰੇ ਕਰਾਏ ਕਰਤਾ, ਜੋ ਪਾਵੈ ਤਿਵੇਂ ਚਲਾਏਂਦਾ। ਇੱਥੇ ਸਾਨੂੰ ਪੰਕਤੀ ਕਰੀ ਵੀ ਕਰਮ ਹੋਵੇ, ਅਸੀਂ ਕਹਿੰਦੇ ਬਖਸ਼ਿਸ਼ ਵੀ ਕਰਮ ਹੋਵੇ। ਗੁਰੂ ਇਸ ਤੋਂ ਪਹਿਲੇ ਗੁਰੂ ਗੱਲ ਚੱਲਦਾ ਹੈ, ਕਹਿੰਦੇ ਬਿਨ ਭਗਤੀ ਤੇਰਾ ਕੀ ਹਾਲ ਹੋਏਗਾ। ਗੁਰੂ ਦੱਸਦਾ ਤੇਰਾ ਜੀਵਨ ਗੰਧ ਵਿਸ਼ਟਾ, ਕਹਿੰਦੇ ਨੇ ਗੰਧ ਨੇ ਬਿਨ ਭਗਤੀ ਵਿਸ਼ਟਾ ਵਿੱਚ ਵਾਸਾ। ਤੇਰਾ ਜੀਵਨ ਮਨੋ ਗੰਧ ਹੀ ਬਣਿਆ ਰਹੇਗਾ। ਵੀ ਜਗ ਕਰੋ ਉਹ ਕਹਿੰਦਾ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਉਹ ਮਤਲਬ ਕੋਈ ਗੱਲ ਸੁਣ ਕੇ ਰਾਜੀ ਨਹੀਂ, ਸਾਰਾ ਜੀਵਨ ਹੀ ਨਰਕ ਬਣਿਆ ਹੋਇਆ। ਕਈਆਂ ਦਾ ਹੁੰਦਾ ਤੇ ਗੁਰੂ ਕਹਿੰਦਾ ਵੀ ਉਹ ਅੱਛਾ ਇਹ ਹੋਏਗਾ ਕਿਵੇਂ? ਇਹ ਕਹਿੰਦਾ ਜੇ ਇਹ ਜਿਹੜੀ ਭਗਤੀ ਮਿਲਦੀ ਵੀ ਨਾ, ਜਿਹੜੀ ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਕਹਿੰਦੇ ਇਹ ਰੱਬ ਦੀ ਬਖਸ਼ਿਸ਼ ਹੈ। ਹਾਂ, ਸਾਨੂੰ ਇੱਕ ਗੱਲ ਹੋਰ ਸਮਝਣ ਦੀ ਲੋੜ ਹੈ। ਅਸੀਂ ਇਸ ਤੇ ਕਈ ਵਾਰ ਇਹਨੂੰ ਅਸੀਂ ਹਾਰਪ ਵੀ ਕਰਨੇ ਪਏ, ਅਸੀਂ ਇਹਨੂੰ ਕਈ ਵਾਰ ਸਮਝਣੇ ਵੀ ਪਏ ਹਾਂ ਕਿ ਕਰਮ ਖੰਡ ਵਿੱਚ ਜਾਣ ਵਾਸਤੇ ਪਹਿਲਾਂ ਸ਼ਰਮ ਖੰਡ ਵਿੱਚੋਂ ਲੰਘਣਾ ਪੈਂਦਾ। ਅਸੀਂ ਜਦੋਂ ਕਹਿੰਦੇ ਤੇ ਪੌੜੀਆਂ ਨੇ ਵੀ ਸਭ ਤੋਂ ਪਹਿਲਾਂ ਆ ਗਿਆ ਧਰਮ ਖੰਡ। ਤੂੰ ਪਹਿਲਾਂ ਵਿਸ਼ਵਾਸ ਲੈ ਕੇ ਆ ਵੀ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ ਤੇ ਇੱਥੇ ਸੋਹਣ
पंच परवान नदरी कर्म पवे निशान कच पकाई उथे पाए नानक गया जापे जाए। धर्म खंड का एहो धर्म खंड आ गया। फिर उस बाद गुरु तेन ज्ञान देगा। मता तू अच्छा तेरे मन में भरोसा तो आ गया, धर्मी तो बनना चाहना है, लेकिन मता अपने मन की मर्जी के हिसाब से धर्म करना शुरू कर देवें, नंगे पैरी जाना शुरू हो गया, पाठ पूजा जी कह लो भी दूजे किस्म की गिनती मिनती वाली पाठ पूजा तो नॉलेज लैन वास्ते नहीं, या भी कुंभ भर के रखने। गुरु तेन ज्ञान देगा। उस तो बाद कहना भी धर्म खंड ज्ञान खंड, उस तो बाद आता है श्रम खंड। कर्म खंड तो पहला श्रम खंड खलोता है। श्रम तो मतलब श्रम, मेहनत, उद्यम। गुरु एक असी कई बार कहने मैंने कि असी प्रिविलेज नहीं हाँ। कुछ चीज़ां ने ना कि असी कहने भी अच्छा मैं सीट का पैसा दिता सी, मेरा हक बनता है। रब नाल कोई हक वाली गल नहीं। उहदे कोलों बख्शिश मंगिया कर, उहदे कोलों ओहदी किरपा दी दृष्टि मंगिया कर। हाँ रब दा रब ने की चंगा माड़ा लगदा है ना, उहने नियत करके दस्सिया तेनू गुरु दे राहीं। तेनू कोई तोखला करन दी लोड़ नहीं। तेरे नाल अन्याय नहीं करदे। ओ अन्याय कहंदे तां कड़िए जे अन्याय को मारता, वो अन्याय करदा नहीं, लेकिन फिर भी तू रब कोलों अपने कीते मेहनत दा नाम मंगी, ओहदी बख्शिश ओहदे कोल जरूर मंगी। कहंदे कर्म होवे गुर भगत दृढ़ाए, ए ओहदी बख्शिश है जिहड़ा रब दा है ना तेनू फिर जिहड़ा मनुखा दे जिहड़ी ओहदी भगती है। भगती असीं कह रहे हैं कि गुण भरपूर जीवन। साडे विच काफी सारी चीज़ां जिहड़ियां सांझ भी है विद स्लाइट डिफरेंस ऑफ ओपीनियन। कोई गल कहंदे एक सर्कल विच इतना हिस्सा कॉमन इहदे नाल कॉमन है, फिर दूजा इहदे नाल कॉमन हो गया। कुछ हिस्सा असीं कुछ चीज़ां सारे बहुताज ते असीं वी आर ऑन अ कॉमन प्लेटफॉर्म ओनली। कुछ चीज़ां भी थोड़ा वखरे वा, कोई गल नहीं, वी कैन टेक देम अलोंग, तो वी कैन मूव अलोंग विद दैट आल्सो। कहंदे कर्म होवे गुर भगत दृढ़ाए, जिसते बख्शिश होंदी है। फिर कहते हैं विण कर्मा क्यों पाया जाए। देखो दो पंक्तियां विच दो बार कर्म वर्ड आ रहे, असीं उहनूं प्रोनाउंस भी कर्म ही करने पे हैं। हुण इत्थे किहड़े कर्म ने, इत्थे साडे कीते होए कर्म ने। तो बाणी विचों सानूं जद तक परस्पैक्टिव नाल लैके नहीं चलांगे ना, असीं अनर्थ करांगे। असीं इत्थों एक वर्ड चुकांगे, देखो इत्थे गुरबाणी विच इह वर्ड आ रहा है, असीं उहनूं इत्थे ढुकावांगे। सो इहदे वास्ते दोनों विवेक बुद्धि की भी लोड़ है, कह लो भी ईमानदारी की भी लोड़ है, ਤੇ ਇਹਦੇ ਵੀ ਜਿਹੜਾ ਨਾ ਵੀ ਜ਼ਿੰਮੇਵਾਰੀ ਦੀ ਵੀ ਲੋੜ ਹੈ ਵੀ ਇਟ ਹੈਜ਼ ਟੂ ਬੀ ਡਨ। ਇੱਥੇ ਜਿਹੜਾ ਕਰਮ ਆ ਰਿਹਾ ਕਹਿੰਦੇ ਵਿਣ ਕਰਮਾ, ਜੇ ਤੂੰ ਮਿਹਨਤ ਹੀ ਨਹੀਂ ਕੀਤੀ, ਜੇ ਤੂੰ ਉਦਮ ਹੀ ਨਹੀਂ ਕੀਤਾ। ਦੇਖੋ ਅਸੀਂ ਵੀ ਕਰਮ ਕਰਨੇ ਪਏ ਆ, ਰੱਬ ਵੀ ਕਰਮ ਕਰਦਾ ਪਿਆ। ਅੱਜ ਕਹਿੰਦੇ ਰੱਬ ਦਾ ਦੇਖੋ ਕਿੰਨਾ ਵੱਡਾ ਪਰਿਵਾਰ ਹੈ। ਸਾਡਾ ਤੇ 4-5 ਜੀਆਂ ਦਾ ਪਰਿਵਾਰ ਹੁੰਦਾ। ਅਸੀਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਹਾਂ ਤਾਂ ਜਾ ਕੇ 4-5 ਜੀਆਂ ਦਾ ਜਿਹੜਾ ਟੱਬਰ ਉਹ ਪਲਦਾ। ਹੁਣ ਰੱਬ ਦਾ ਟੱਬਰ ਕਿੰਨਾ ਵੱਡਾ ਹੈ, ਉਹ ਕੋਈ ਵਿਹਲਾ ਬੈਠਿਆ ਨੇ। ਗ੍ਰਸਤਨ में तू बड़ो गृहस्थी, सारे गृहस्थियां विचों तेरा देखो परिवार ही कितना वड्डा है तेरा। अच्छा कर्म रब भी करता पे, फर्क की है दोनों दे कर्मां विच। रब दे कर्म नूं असीं कर्म क्यों कहने पे, बख्शिश क्यों कहने पे? देखो दोनों वर्ड कर्म ही ने। असीं कर्म करने पे, असीं उहनूं कहने पे वर्क। जदों रब जो कर्म करता है ना, फर्क की है, असीं इंसान दा हर कीता होया कर्म कोई ना कोई लाभ भालदा है इन रिटर्न। रब जदों करदा है ना, ਅਸੀਂ ਜਪਜੀ ਸਾਹਿਬ ਵਿੱਚ ਪੜ੍ਹਨੇ ਕਹਿੰਦੇ ਨੇ ਬਹੁਤਾ ਕਰਮ ਤੇਰੀ ਬਖਸ਼ਿਸ਼ ਬੜੀ ਹੈ। ਕਹਿੰਦਾ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹਦੀ ਬਖਸ਼ਿਸ਼ਾਂ ਤੇ ਇਤਨੀਆਂ ਨੇ, ਲੇਕਿਨ ਉਹ ਕਹਿੰਦਾ ਉਹ ਹਿਸਾਬ ਨਹੀਂ ਲਿਖਦਾ ਉਹਦਾ। ਅਸੀਂ ਦੇਖੋ ਅਸੀਂ ਕਿਸੇ ਦੇ ਵਿਆਹ ਤੇ ਜਾਈਏ ਨਾ, ਜੇ ਉਹਨੂੰ 2000 ਰੁਪਏ 2100 ਰੁਪਏ ਸਗਨ ਪਾ ਕੇ ਆਏ ਨਾ, ਘਰ ਆ ਕੇ ਆਪਣੀ ਡਾਇਰੀ 'ਚ ਲਿਖਨੇ ਆ ਇਹ ਫਲਾਣੇ ਬੰਦੇ ਦੇ ਘਰ ਗਿਆ ਸੀ 2100 ਰੁਪਏ ਸਗਨ ਪਾ ਕੇ ਆਏ ਆ, ਪਤਾ ਹੀ ਮੇਰੇ ਘਰ ਵਿਆਹ ਹੋਏਗਾ ਤੇ 2100 ਰੁਪਏ ਮੈਨੂੰ ਆਉਣਾ ਚਾਹੀਦਾ। ਕਿਸੇ ਨੂੰ ਕੋਈ ਮਾਲ ਵੇਚਿਆ, ਅਸੀਂ ਕੋਈ ਕੰਮ ਕੀਤਾ, ਅਸੀਂ ਉਹਦਾ ਬਿੱਲ ਫਾੜ ਦਿੰਦੇ, ਚਲਨ ਫਾੜ ਦਿੰਦੇ ਵੀ ਇਹ ਪਹਿਲਾਂ ਸਾਈਨ ਕਰ ਇਹ ਗਿਆ, ਫਿਰ 10 ਦਿਨਾਂ ਬਾਅਦ 15 ਦਿਨਾਂ ਬਾਅਦ ਫੋਨ ਕਰ ਦਿੰਦੇ ਵੀ ਸਾਡਾ ਪੈਸਾ ਨਹੀਂ ਆਇਆ। ਅਸੀਂ ਅਕਾਊਂਟਮੈਂਟ ਦੁਨਿਆਵੀ ਕਾਰ ਵਿਵਹਾਰ ਵਾਸਤੇ ਹਿਸਾਬ ਰੱਖਣਾ ਬਹੁਤ ਜ਼ਰੂਰੀ ਹੈ। ਹਿਸਾਬ ਕਿਤਾਬ ਤੋਂ ਬਿਨਾਂ ਕੰਮ ਚੱਲਦਾ ਨਹੀਂ। ਇਹ ਵਾਲਾ ਕਰਮ ਹੈ। ਲੇਕਿਨ ਕਹਿੰਦਾ ਰੱਬ ਨੂੰ ਤੇ ਉਹ ਕਹਿੰਦਾ ਬਹੁਤਾ ਕਰਮ, ਤੇਰੀ ਬਖਸ਼ਿਸ਼ਾਂ ਦਾ ਕੋਈ ਅੰਤ ਹੀ ਨਹੀਂ। ਕਹਿੰਦੇ ਕਿ ਹੁਣ ਲਿਖਦਾ ਨਹੀਂ, ਉਹਨਾਂ ਨੂੰ ਰਿਕਾਰਡ ਨਹੀਂ ਕਰਦਾ। ਰਿਕਾਰਡ ਕਿਉਂ ਨਹੀਂ ਕਰਦਾ? ਕਹਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ। ਕਹਿੰਦਾ ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿਲ ਜਿਤਨੀ ਵੀ ਤਮੰਨਾ ਨਹੀਂ ਕਿ ਤੂੰ ਉਹਨੂੰ ਰਿਟਰਨ ਦੇਣ ਵਾਲਾ ਜਾਂ ਨਹੀਂ ਦੇਣ ਵਾਲਾ। ਉਹਨੂੰ ਕੋਈ ਰਿਕਾਰਡ ਰੱਖਣ ਦੀ ਲੋੜ ਹੀ ਕੋਈ ਨਹੀਂ। ਇਹ ਇੱਥੇ ਪਹਿਲੀ ਪੰਕਤੀ ਜਿਹੜੀ ਆ ਰਹੀ ਬਖਸ਼ਿਸ਼ ਦੇ ਸਰੂਪ ਵਿੱਚ ਆ ਰਹੀ ਹੈ, ਦੂਜੇ ਸਾਡੇ ਕਰਮਾਂ ਪ੍ਰਤਾਈ ਆ ਰਹੀ। ਜੇ ਸ਼ਰਮ ਜਿਹਨੂੰ ਕਹਿ ਲੈਣਾ, ਸ਼ਰਮ ਕਰਨਾ, ਕਰਮ ਕਰਨਾ ਹੀ ਸ਼ਰਮ ਕਰਨਾ, ਮਿਹਨਤ ਕਰਨੀ, ਉਦਮ ਕਰਨਾ। ਕਹਿੰਦਾ ਵਿਣ ਕਰਮਾ ਕਿਉਂ ਪਾਇਆ ਜਾਏ, ਜਦ ਤੱਕ ਤੂੰ ਮਿਹਨਤ ਨਹੀਂ ਕਰੇਗਾ ਤੈਨੂੰ ਇਹ ਜਿਹੜੀ ਗੁਰੂ ਵਾਲੀ ਜਿਹੜੀ ਭਗਤੀ ਜਿਹੜੀ ਗੁਰੂ ਨੇ ਦ੍ਰਿੜਾਣੀ ਸੀ ਨਾ, ਉਹ ਵੀ ਤੇਰੀ ਦ੍ਰਿੜ ਨਹੀਂ ਹੋਣ ਲੱਗੀ। ਕਹਿੰਦਾ ਆਪੇ ਕਰੇ ਕਰਾਏ ਕਰਤਾ ਜਿਉਂ ਭਾਵੈ ਤਿਵੇਂ ਚਲਾਏਂਦਾ। ਇਹ ਸਾਰਾ ਖੇਡ ਹੈ ਨਾ, ਉਹ ਮਾਲਕ ਦਾ ਆਪਣਾ ਰਚਿਆ ਹੋਇਆ। ਉਹ ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ ਚਾਰ ਜੁਗਾ, ਜੀ ਜੰਦ ਸਭ ਕੀਤੀ ਸਾਰੀ।
ਇਹ ਉਸ ਮਾਲਕ ਦੀ ਆਪਣੀ ਖੇਡ ਹੈ। ਉਹਨੇ ਨਿਯਮ ਉਹਦੇ ਆਪਣੇ ਨੇ, ਉਹ ਨਿਯਮ ਬਦਲੀ ਕਰਦਾ ਨਹੀਂ, ਉਹ ਭੁੱਲ ਕਰਦਾ ਨਹੀਂ, ਉਹ ਕਿਸੇ ਨੂੰ ਪੁੱਛਦਾ ਨਹੀਂ, ਉਹ ਬੇਮੋਹਤਾਜ ਹੈ, ਉਹ ਬੇਪਰਵਾਹ ਹੈ, ਉਹ ਕਿਸੇ ਉਹ ਬੜਾ ਕਹਿੰਦੇ ਵੀ ਉਹ ਕਹਿੰਦੇ ਆਪੇ ਕਰੇ ਕਰਾਏ ਕਰਤਾ। ਸਭ ਕੁਝ ਕਰਨ ਵਾਲਾ ਵੀ ਆਪ ਹੈ, ਕਰਵਾਉਣ ਵਾਲਾ ਵੀ ਉਹ ਆਪ ਹੀ ਹੈ, ਉਹ ਸਭ ਕੁਝ ਹੈ। ਕਹਿੰਦੇ ਜਿਉਂ ਭਾਵੇਂ ਸਾਨੂੰ ਉਹਦੇ ਨਿਯਮ ਮੰਨਣੇ ਪੈਣਗੇ। ਬੰਦਾ ਅੱਛਾ ਕਈਆਂ ਦੇ ਅਨੁਜੈਨੀਆਂ ਦਾ ਕੰਸੈਪਟ ਹੈ ਵੀ ਉਹ ਅਹਿੰਸਾ ਪਰਮੋ ਧਰਮ। ਗੁਰੂ ਕਹਿੰਦੇ ਨਹੀਂ, ਲੋੜ ਪੈਂਦੇ ਬੰਦਾ ਮਾਰਨ ਦੀ ਅਸੀਂ ਨਹੀਂ ਦੇਖਦੇ, ਜੰਗਾਂ ਜੁੱਦਾਂ ਹੋਈਆਂ ਬੰਦੇ ਨਹੀਂ ਮਰੇ। ਗੁਰੂ ਨਹੀਂ ਕਹਿੰਦਾ ਹੈ, ਗੁਰੂ ਕਹਿੰਦਾ ਗੁਰੂ ਨੂੰ ਪੁੱਛ ਲੈ ਵੀ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ। ਚੌਥਾ ਪਦ ਤੇ ਇਹ ਵੇ, ਚੌਥੇ ਪਦ ਮੇ ਸਹਿਜੇ ਮਨ ਚੜਿਆ 10ਵੇਂ ਆਕਾਸ਼ ਤੇ ਊਂਘ ਨਾ ਭੁੱਖੈ। ਗੁਰਮੁਖ ਬਣ ਜਾ। ਗੁਰੂ ਨਹੀਂ, ਗੁਰੂ ਕਹਿੰਦਾ ਹਰ ਜੀਵਨ ਦੇ ਹਰ ਕਰਮ ਵਾਸਤੇ ਅਗਵਾਈ ਗੁਰੂ ਕੋਲ ਲੈ ਲੈ। ਤੂੰ ਇੱਕ ਗੱਲ ਤੇ ਸਟਿਕ ਨਾ ਹੋ ਜਾਏ ਕਿ ਬਈ ਇਹ ਧਰਮ ਹੈ, ਇਹ ਧਰਮ ਨਹੀਂ ਹੈ, ਧਰਮ ਹੈ, ਧਰਮ ਨਹੀਂ ਹੈ। ਗੁਰੂ ਕੋਲ ਹਰ ਗੱਲ, ਕਿਉਂਕਿ ਹਰ ਇੱਕ ਸਿਚੁਏਸ਼ਨ ਯੂਨੀਕ ਹੋਣ ਵਾਲੀ ਹੈ। ਹਰ ਇੱਕ ਸਿਚੁਏਸ਼ਨ ਵਿੱਚ ਨਾ ਜੇ ਤੂੰ ਕਹਿ ਦੇਗਾ ਕਿ ਨਹੀਂ ਇਹ ਹੋਇਆ ਸੀ ਤੇ ਇਹ ਨਹੀਂ ਕਰਨਾ, ਨਹੀਂ, ਤੈਨੂੰ ਹਰ ਕਈ ਚੀਜ਼ਾਂ ਜੋ ਕਰਨੀਆਂ ਪੈਣਗੀਆਂ ਜਿਹਨਾਂ ਨੂੰ ਅਦਰਵਾਈਜ਼ ਅਸੀਂ ਆਪ ਕਹਿੰਦੇ ਰਵਾਂਗੇ ਕਿ ਇਹ ਧਰਮ ਹੈ। ਲੇਕਿਨ ਕਦੀ ਕਦੀ ਲੋੜ ਪੈਂਦੇ ਉੱਤੇ ਕਹਿੰਦੇ ਗੁਰੂ ਨੂੰ ਪੁੱਛ ਲਈ। ਜਿਹੜਾ ਤਤ ਸਾਰਣੋ ਗੁਰੂ ਕੋਲ ਕਹਿੰਦੇ ਖੇਡ ਮਾਲਕ ਦਾ ਆਪਣਾ ਜਿਵੇਂ ਉਹਨੂੰ ਪਾਉਂਦਾ। ਨੋਬਡੀ ਕੈਨ, ਉਹ ਤੁਹਾਡਾ ਇੰਟਰਫੇਅਰ, ਤੁਹਾਡੀ ਔਕਾਤ ਹੀ ਕੀ, ਸਾਡੀ ਕੀ ਔਕਾਤ? ਅਸੀਂ ਨਰਦਾਂ ਉਹਦੀਆਂ। ਕਦੀ ਕੋਈ ਚੈਸ ਦੀ ਗੋਟੀ ਕਹਿ ਸਕਦੀ ਕਿ ਮੈਨੂੰ 2.5 ਕਦਮ ਨਾ ਚਲਾਓ, ਸਾਡੀ ਕੋਈ ਔਕਾਤ ਨਹੀਂ। ਉਹ ਮਾਲਕ ਕਰਦਾ, ਉਹਦੀ ਖੇਡ ਸਾਰੀ ਉਹਦੀ ਆਪਣੀ। ਹਾਂਜੀ ਜੀ ਭੂਆ ਜੀ। ਕਰਮ ਹੋਵੇ ਗੁਰ ਭਗਤ ਰਾਏ, ਵਿਨ ਕਰਮਾ ਕਿਉ ਪਾਇਆ ਜਾਏ। ਕਰਮ मीन्स ग्रेस, उसकी कृपा बख्शिश। तो फिर बख्शिश है की? बख्शिश जदों मन उसकी सिक्ख्या उसके गुणां नूं लैंदा, यही बख्शिश है। ते कहंदे जद तक असीं दा मन जिहड़ा उसदे नाल ट्यून्ड नहीं हो जांदा उसकी सिक्ख्या दे गुणां दे नाल, ते सब जो मन फिर उस एक दे नाल जुड़िया नहीं। हुण मन ने एक नाल ट्यून्ड होना है, किंज उसकी ग्रेस, उसकी सिक्ख्या, उसके गुणां नूं मन दे अंदर पक्का कर लिता, दिला लिता है। विर कर्मा क्यों पाया जाए? वो कहते हैं कि अगर मन इन्हां चीज़ां दे उपर नहीं उतरदा, अगर मन नहीं भिजदा, नहीं ट्यून्ड होंदा उसकी ग्रेस, उसकी सिक्ख्या दे गुणां दे नाल, फिर वो नहीं पा सकदा। क्यों पाए? एक दो चीज़ां दसे कि एक ट्यून्ड हो गया, एक अगर नहीं करेगा तो विल नॉट बी ट्यून्ड। आपे करे कराए करता। हुण जिहड़ा मन है वो हुण करता बन गया। हुण वो करता जो पावे ते विच चलाईदा। जिस स्थिति जिस प्लेटफॉर्म ते वो मन है उसी तरीके नाल पूरे परिवार नूं चलाएगा। अगर तो उसते एक दे नाल ट्यून्ड होगा, उसने मन दे अंदर पूरी तरह उसनूं पक्का ट्यून कर लेता है उसकी ग्रेस, उसकी सिक्ख्या, उसके गुणां नूं, तो फिर वो सारे परिवार नूं उसी तरीके नाल चलाएगा। और अगर उसने अपने आप नूं नहीं ट्यून किया उसके गुणां दे, उसकी सिक्ख्या दे नाल, तो फिर परिवार नूं दूसरे तरीके नाल चलाएगा। क्योंकि आपे करे कराए करता, जो पावे ते वे चलाएगा। It depends on the platform that the man is standing on। हाँ जी जी सुखिंदर ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ ਗੁਰਬਾਣੀ ਦਾ ਨਾ ਇੱਕ ਸਿਧਾਂਤ ਹੈ, ਸਤਿਗੁਰੂ ਜੀ ਸਾਨੂੰ ਇੱਕ ਹੁਕਮ ਦੱਸਦੇ ਨੇ, ਲਾਅ ਦੱਸਦੇ ਨੇ, ਨਿਯਮ ਦੱਸਦੇ ਨੇ, ਇਹ ਪੂਰੀ ਦੁਨੀਆ ਵਾਸਤੇ ਸਾਂਝਾ ਤੇ ਚੇਂਜ ਨਹੀਂ ਹੋਏਗਾ ਕਦੀ। ਉਹ ਹੈ ਇਹ ਮਨ ਜੈਸਾ ਸੇਵੈ ਤੈਸੋ ਹੋਏ। ਇਹ ਕਾਨੂੰਨ, ਇਹ ਹੁਕਮ, ਇਹ ਲਾਅ ਕਿਹਦਾ ਵੈ? ਇਹ ਸਤਿਗੁਰਬਾਣੀ ਦਾ, ਗੁਰਬਾਣੀ ਦਾ, ਜਿਸਨੂੰ ਆਪਾਂ ਨਿਰੰਕਾਰ ਵੀ ਆਖਦੇ ਨੇ। ਇਹ ਰੱਬੀ ਹੁਕਮ ਹੈ, ਇਹ ਚੇਂਜ ਨਹੀਂ ਹੁੰਦਾ ਕਿ ਮਨ ਜਿਸ ਨੂੰ ਸੇਵੇਗਾ ਤੈਸਾ ਹੋ ਜਾਏਗਾ। ਇਹ ਸਤਿਗੁਰੂ ਜੀ ਆਪ ਸਾਨੂੰ ਸਮਝਾਉਂਦੇ ਨੇ। ਹੁਣ ਗੁਰਬਾਣੀ ਇਹ ਵੀ ਕਹਿੰਦੀ ਨੇ ਗੁਰ ਕਰਤਾ, ਗੁਰ ਕਰਨਾ ਜੋਗ। ਗੁਰੂ ਹੈ ਕਰਤਾ ਤੇ ਗੁਰੂ ਹੀ ਕਰਨ ਦੇ ਯੋਗ ਹੈ। ਸਭ ਕੁਝ ਗੁਰੂ ਕਰਦਾ ਹੈ, ਗੁਰੂ ਕਰਤਾ ਹੈ। ਬਿਲਕੁਲ ਇਹ ਵੀ ਗੁਰਬਾਣੀ ਦਾ ਫਰਮਾਨ ਹੈ। ਲੇਕਿਨ ਹੁਣ ਮਨ ਨੇ ਗੁਰੂ ਨੂੰ ਸੇਵਣਾ ਸ਼ੁਰੂ ਕੀਤਾ ਸੀ। ਮਨ ਨੇ ਸਤਿਗੁਰੂ ਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਸਤਿਗੁਰੂ ਜੀ ਦਾ ਫਰਮਾਨ ਹੈ ਇਹ ਮਨ ਜੈਸਾ ਸੇਵੇ ਤੈਸਾ ਹੋਏ। ਗੁਰੂ ਹੈ ਕਰਤਾ, ਮਨ ਨੇ ਗੁਰੂ ਨੂੰ ਸੇਵਣਾ ਸ਼ੁਰੂ ਕੀਤਾ ਸੀ, ਮਨ ਵੀ ਕਰਤਾ ਬਣ ਗਿਆ। ਇਹ ਮੈਂ ਬੋਲ ਰਿਹਾ, ਬਟ ਇੱਕ ਫਰਮਾਨ ਗੁਰਬਾਣੀ ਦੇ ਹੈ। ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਮਨ ਜਿਸ ਨੂੰ ਸੇਵੇਗਾ ਉਹ ਬਣ ਜਾਏਗਾ। ਇਹ ਗੁਰਬਾਣੀ ਕਹਿੰਦੀ ਹੈ, ਉਹ ਬੜੀ ਦ੍ਰਿੜਤਾ ਦੇ ਨਾਲ ਆਖ ਰਹੀ। ਮਨ ਨੇ ਸਤਿਗੁਰੂ ਦੀ ਸੇਵਾ ਸ਼ੁਰੂ ਕੀਤੀ ਸੀ। ਮਨ ਨੇ ਗੁਰੂ ਨੂੰ ਹੀ ਕਰਤਾ ਆਖਦੇ ਨੇ ਗੁਰਬਾਣੀ ਵਿੱਚ। ਗੁਰ ਕਰਤਾ, ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਵੀ ਹੋ। ਗੁਰੂ ਪਰਮੇਸ਼ਰ ਹੈ, ਗੁਰੂ ਕਰਤਾ ਹੈ, ਗੁਰੂ ਕਰਨ ਵਾਲਾ ਹੈ। ਬਿਲਕੁਲ ਸਹੀ ਗੱਲ।
लेकिन इस गुरु ਨੂੰ ਮਨ ਨੇ ਸੇਵਿਆ ਸ਼ੁਰੂ ਕੀਤਾ ਸੀ ਤੇ ਮਨ ਇਹ ਗੁਰੂ ਜੋ ਕਰਤਾ ਸੀ ਮਨ ਕਰਤਾ ਬਣ ਜਾਂਦਾ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਮਨ ਜੈਸਾ ਸੇਵੇ ਤੈਸੋ ਹੋਏ। ਜੇ ਸਾਡਾ ਮਨ ਗੁਰੂ ਨੂੰ ਸੇਵ ਕੇ ਗੁਰੂ ਦਾ ਨਹੀਂ ਹੁੰਦਾ, ਇਟ ਮੀਨਸ ਅਸੀਂ ਗੁਰਬਾਣੀ ਦਾ ਸਿਧਾਂਤ ਨੂੰ ਨਹੀਂ ਮੰਨ ਰਿਹਾ, ਗੁਰਬਾਣੀ ਨੂੰ ਝੂਠਾ ਬੋਲ ਰਿਹਾ। ਇਹ ਗੁਰਬਾਣੀ ਕਹਿੰਦੀ ਹੈ ਕਿ ਨਹੀਂ ਮਨ ਇਹ ਮਨ ਜੈਸਾ ਸੇਵੇ ਤੈਸਾ ਹੋਏ, ਲੇਕਿਨ ਨਹੀਂ ਜੀ, ਸਤਿਗੁਰੂ ਤਾਂ ਕਰਤਾ ਤਾਂ ਹਮੇਸ਼ਾ ਗੁਰੂ ਹੀ ਰਹੇਗਾ, ਮਨ ਤਾਂ ਬਸ ਸੇਵਕ ਹੀ ਬਣਿਆ ਰਹਿ ਸਕਦਾ। ਫਿਰ ਅਸੀਂ ਗੁਰਬਾਣੀ ਨੂੰ ਝੂਠਾ ਸਾਬਤ ਕਰ ਰਹੇ ਹਾਂ। ਗੁਰਬਾਣੀ ਕਹਿੰਦੀ ਹੈ ਮਨ ਜੈਸਾ ਸੇਵੇ ਤੈਸੋ ਹੋਏ। ਮਨ ਨੇ ਗੁਰੂ ਨੂੰ ਜੋ ਕਰਤਾ ਹੈ, ਕਰਨ ਵਾਲਾ ਹੈ ਤੇ ਪਰਮੇਸ਼ਰ ਹੈ, ਉਸ ਨੂੰ ਸੇਵਣਾ ਸ਼ੁਰੂ ਕੀਤਾ ਤੇ ਮਨ ਉਹ ਹੋ ਗਿਆ, ਮਨ ਕਰਤਾ ਹੋ ਗਿਆ, ਮਨ ਕਰਨ ਵਾਲਾ ਹੋ ਗਿਆ, ਮਨ ਪਰਮੇਸ਼ਰ ਹੋ ਗਿਆ। ਇਸ ਨੂੰ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਅਸੀਂ ਕੱਲ ਵੀ ਗੱਲ ਕੀਤੀ ਸੀ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਉਹ ਸੱਚ ਦਾ ਰੂਪ ਹੋ ਜਾਂਦਾ ਹੈ, ਹਰ ਜਨ ਦੋਏ ਏਕ ਹੋ ਜਾਂਦੇ ਹਨ, ਮਰਜ ਹੋ ਕੇ ਮਨ ਗਾਇਬ ਹੋ ਜਾਂਦਾ ਹੈ, ਮਨ ਦੀ ਹਸਤੀ ਖਤਮ ਹੋ ਜਾਂਦੀ ਹੈ। ਉਹ ਮਨ ਜੋ ਹੁਣ ਕਰਦਾ ਹੈ ਉਹ ਸਤਿਗੁਰੂ ਜੀ ਹੀ ਕਰ ਰਹੇ ਨੇ, ਉਹ ਰੱਬ ਜੀ ਹੀ ਬੋਲ ਰਹੇ ਨੇ। ਜੋ ਮਨ ਬੋਲਦਾ ਮਨ ਨਹੀਂ ਬੋਲਦਾ, ਹੁਣ ਸਤਿਗੁਰੂ ਜੀ ਬੋਲਦੇ ਨੇ, ਕਿਉਂਕਿ ਮਨ ਜੈਸੋ ਸੇਵੈ ਤੈਸਾ ਹੋ ਚੁੱਕਾ ਹੈ। ਇੱਥੇ ਜਿਹੜੀ ਹੁਣ ਗੱਲ ਕਰ ਰਹੇ ਨੇ ਨਾ, ਆਪੇ ਕਰੇ ਕਰਾਏ ਕਰਤਾ, ਕਰਤਾ ਹੈ ਗੁਰੂ ਜੀ, ਲੇਕਿਨ ਮਨ ਗੁਰੂ ਜੀ ਨੂੰ ਸੇਵ ਕੇ ਗੁਰੂ ਕਰਤਾ ਦਾ ਰੂਪ ਬਣ ਚੁੱਕਾ ਹੈ। ਇਸ ਲਈ ਹੁਣ ਇੱਥੇ ਕਹਿੰਦੇ ਨੇ ਆਪੇ ਕਰੇ। ਕੀ ਕਰਦਾ ਮਨ? ਭਗਤੀ ਪਹਿਲਾਂ ਹੁਣ ਆਪ ਕਰਦਾ ਹੈ। ਉੱਪਰ ਜਿਹੜੀ ਗੱਲ ਕਰਨਾ ਭਗਤ ਦ੍ਰਿੜਾਏ ਤਾਂ ਹੀ ਕਰਵਾ ਸਕਦਾ ਨਾ ਜੇ ਆਪ ਕਰਦਾ ਹੈ। ਮਨ ਨੇ ਸਤਿਗੁਰੂ ਦੀ ਭਗਤੀ ਕੀਤੀ, ਇਸ ਨੂੰ ਕਹਿੰਦੇ ਨੇ ਆਪੇ ਕਰੇ, ਆਪ ਵੀ ਕੀਤੀ। ਭਗਤ ਕਰਕੇ ਸਤਿਗੁਰੂ ਦੀ ਭਗਤ ਦ੍ਰਿੜ ਕੀਤੀ ਮਨ ਨੇ। ਜਿਹੜਾ ਉੱਪਰ ਲਫ਼ਜ਼ ਆ ਰਿਹਾ ਨਾ ਕਰਮ ਤੇ ਕਰਮਾ, ਪਹਿਲਾ ਜਿਹੜਾ ਕਰਮ ਹੈ ਉਹ ਬਖਸ਼ਿਸ਼ ਵਾਸਤੇ ਹੀ ਆ ਰਿਹਾ ਹੈ। ਉਸ ਨੂੰ ਸ਼ਰਮ ਖੰਡ ਵਿੱਚ ਹੀ ਕਰਮ ਖੰਡ ਵਿੱਚ ਹੀ ਉਸ ਨੂੰ ਐਕਸਪਲੇਨ ਕੀਤਾ ਗਿਆ ਹੈ। ਬਖਸ਼ਿਸ਼ ਵਾਲੇ ਖੰਡ ਨੂੰ ਉਹ ਕਰਮ ਵਾਸਤੇ ਹੀ ਆ ਰਿਹਾ, ਲੇਕਿਨ ਉਹ ਵਾਲਾ ਕਰਮ ਖੰਡ ਵਿੱਚ ਜਾਣ ਵਾਸਤੇ ਤਰੀਕਾ ਦੱਸ ਰਹੇ ਨੇ। ਵਿਣ ਕਰਮਾ ਕਿਉਂ ਪਾਇਆ ਜਾਏ, ਕੀ ਪਾਇਆ ਜਾਏ? ਕਰਮ ਖੰਡ ਕਹਿੰਦੇ ਕਿਵੇਂ ਪਾਇਆ ਜਾ ਸਕਦਾ? ਤੈਨੂੰ ਕੁਝ ਕਰਮ ਕਰਨੇ ਪੈਣਗੇ। ਉਹ ਕਰਮ ਕੀ ਹੈ? ਕਹਿੰਦੇ ਨੇ ਜੋ ਸਤਿਗੁਰੂ ਤੈਨੂੰ ਗਿਆਨ ਦੇਵੇਗਾ, ਜੋ ਸਤਿਗੁਰੂ ਤੈਨੂੰ ਕਰਮ ਕਰਨ ਨੂੰ ਕਵੇਗਾ, ਜੋ ਸਤਿਗੁਰੂ ਤੈਨੂੰ ਮੱਤ ਦੇਵੇਗਾ, ਤੂੰ ਉਸਨੂੰ ਦ੍ਰਿੜ ਕਰਕੇ ਉਹ ਕਰਮ ਕਰਨੇ। ਇਹਨੂੰ ਕਹਿੰਦੇ ਨੇ ਗੁਰ ਭਗਤ ਦ੍ਰਿੜਾਏ। ਜੋ ਤੈਨੂੰ ਦ੍ਰਿੜ ਕਰਵਾਏਗਾ ਨਾ, ਉਹ ਤੈਨੂੰ ਕਹੇਗਾ ਤੂੰ ਪਰ ਕਾ ਬੁਰਾ ਨਾ ਰੱਖੋ ਚੀ, ਤੂੰ ਇਹ ਕੰਮ ਕਰਨੇ ਸ਼ੁਰੂ ਕਰ ਦੇਣੇ, ਕਰਮ ਕਰਨੇ ਸ਼ੁਰੂ ਕਰ ਦੇਣੇ। ਉਹ ਤੈਨੂੰ ਜੋ ਜੋ ਕਵੇਗਾ, ਜੋ ਜੋ ਕੰਮ ਕਰਨ ਨੂੰ ਕਹੇਗਾ, ਤੂੰ ਉਸਨੂੰ ਕਰਨਾ। ਇਹਨੂੰ ਕਹਿੰਦੇ ਨੇ ਸ਼ਰਮ ਖੰਡ। ਸ਼ਰਮ ਖੰਡ ਦੇ ਵਿੱਚ ਕੀ ਹੁੰਦਾ? ਕਹਿੰਦੇ ਨੇ ਤਿੱਥੈ ਘੜੀਐ ਸੁਰਤ ਮਤ ਮਨ ਬੁ, ਤਿੱਥੈ ਘੜੀਐ ਸੁਰਾ ਸਿਧਾ ਕੀ ਸੁਧ। ਉੱਥੇ ਸਾਡੇ ਧਿਆਨ ਨੂੰ ਘੜਿਆ ਜਾਂਦਾ, ਭਾਵ ਸਾਨੂੰ ਸਾਡਾ ਧਿਆਨ ਸ਼ਬਦ ਵਾਲੇ ਪਾਸੇ ਲਗਾਇਆ ਜਾਂਦਾ। ਜੋ ਗੁਰ ਕਹੇ ਉਸ ਨੂੰ ਅਸੀਂ ਭਲ ਕਰਕੇ ਮੰਨਦੇ ਹਾਂ। ਇਹਨੂੰ ਕਹਿੰਦੇ ਨੇ ਤੁਸੀਂ ਸ਼ਰਮ ਕੀਤੀ। ਇਹਨੂੰ ਕਹਿੰਦੇ ਨੇ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਨੂੰ, ਤਾਂ ਕੀਆਂ ਗੱਲਾਂ ਕੱਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤੇ ਮੰਨੇ ਕੀ ਗੱਤ ਵਿੱਚ ਵੀ ਇਹ ਕਹਿੰਦੇ ਨੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜੋ ਸਤਿਗੁਰੂ ਜੀ ਸਾਨੂੰ ਗਿਆਨ ਦਿੰਦੇ ਨੇ ਉਸ ਨੂੰ ਅਗਰ ਅਸੀਂ ਮੰਨਦੇ ਹਾਂ, ਇਹ ਸ਼ਰਮ ਖੰਡ ਹੈ, ਇਹ ਕਰਮ ਹੈ। ਇਹਨੂੰ ਕਹਿੰਦੇ ਨੇ ਵਿਣ ਕਰਮਾ ਕਿਉਂ ਪਾਇਆ ਜਾ, ਇਹ ਅਸੀਂ ਕਰਮ ਕਰਦੇ। ਮੰਨਣਾ, ਮੰਨ ਕੇ ਅਸੀਂ ਉਹ ਕਰਮ ਕਰਨ ਲੱਗ ਜਾਂਦੇ ਹਾਂ ਨਾ, ਇਸ ਨੂੰ ਕਹਿੰਦੇ ਨੇ ਭਗਤ ਦ੍ਰਿੜ ਕਰ ਰਹੇ। ਜੋ ਸਤਿਗੁਰੂ ਆਖ ਰਿਹਾ ਉਸ ਨੂੰ ਅਸੀਂ ਦ੍ਰਿੜ ਕਰਕੇ ਮੰਨ ਰਹੇ ਹਾਂ, ਦ੍ਰਿੜ ਕਰਕੇ। ਵੈਸੇ ਉਹ ਡੋਲਣਾ ਨਹੀਂ ਇਸ ਗੱਲ ਤੋਂ, ਉਹਨੂੰ ਦ੍ਰਿੜ ਕਰਕੇ ਮੰਨਣਾ। ਇਹਨੂੰ ਕਹਿੰਦੇ ਨੇ ਸ਼ਰਮ ਖੰਡ। ਇਹਦੇ ਨਾਲ ਕੀ ਉਹ ਪ੍ਰਾਪਤੀ ਹੋਏਗੀ? ਸਾਡਾ ਨਿਵਾਸ ਕਰਮ ਖੰਡ ਵਿੱਚ ਹੋ ਜਾਏਗਾ। ਸਤਿਗੁਰੂ ਜੀ ਜਦੋਂ ਕਹਿਣਗੇ ਤੂੰ ਮੰਨ ਲਿਆ ਨਾ, ਤੂੰ ਭਗਤੀ ਇਹ ਦ੍ਰਿੜ ਕਰ ਲਈ ਗੱਲ, ਤੂੰ ਇਸ ਤੇ ਹੁਣ ਚੱਲਣ ਵੀ ਲੱਗ ਗਿਆ, ਇਹ ਐਕਟ ਕਰਨ ਨਾਲ ਹੀ ਕਰਮ ਖੰਡ ਵਿੱਚ ਨਿਵਾਸ ਪ੍ਰਾਪਤ ਹੁੰਦਾ ਹੈ, ਬਖਸ਼ਿਸ਼ ਵਾਲੇ ਖੰਡ ਵਿੱਚ। ਇਹ ਐਕਟ ਹੈ, ਸਾਨੂੰ ਕਰਨਾ ਪੈਂਦਾ। ਅੱਛਾ, ਕਰਦਾ ਕੌਣ ਹੈ? ਕਹਿੰਦੇ ਪਹਿਲਾਂ ਮਨ ਨੇ ਵੀ ਇਹ ਕੰਮ ਕੀਤਾ, ਆਪੇ ਕਰੇ। ਆਪ ਇਹ ਕੰਮ ਉਸਨੇ ਕੀਤਾ। ਪਹਿਲਾਂ ਗੁਰੂ ਤੋਂ, ਗੁਰੂ ਕਰਤਾ ਹੈ, ਉਹਦੇ ਤੋਂ ਭਗਤੀ ਦੀ ਦਾਤ ਲੈ ਕੇ ਉਸਨੂੰ ਦ੍ਰਿੜ ਕੀਤਾ। ਇਹ ਮਨ ਨੇ ਕੀਤਾ, ਆਪੇ ਕਰੇ। ਫਿਰ ਕਰਾ ਰਹੇ ਆਪਣੇ 184 ਜੀ ਜਨਤਾ ਤੋਂ, ਜਿਹੜੇ ਪਹਿਲਾਂ ਵਿਸਟਾ ਵਿੱਚ ਪਏ ਹੋਏ ਸੀ, ਕੀਟਾਂ ਅੰਦਰ ਕੀਟ ਸੀ ਉਹਦੇ ਅੰਦਰ, ਉਹਨਾਂ ਨੂੰ ਕਰਾ ਰਿਹਾ ਕਰਤਾ। ਜਿਉਂ ਭਾਵੈ, ਪਹਿਲਾਂ ਉਹਨੂੰ ਆਪ ਪਸੰਦ ਆਈ ਸੀ ਗੁਰੂ ਦੀ ਭਗਤੀ, ਇਹ ਉਹ ਆਪ ਚੱਲਿਆ ਸੀ, ਹੁਣ ਇਹ ਉਹਨੂੰ ਚਲਾ ਰਿਹਾ ਹੈ। ਕਿਵੇਂ ਚਲਾਏਂਦਾ? ਆਪੇ ਕਰਾਏ ਕਰਤਾ, ਕਰਾਏ ਚਲਾਏਂਦਾ, ਦੂਜਿਆਂ ਨੂੰ ਵੀ ਚਲਾ ਰਿਹਾ। ਹੁਣ ਆਪਣੇ ਸਾਰੇ 184 ਜੀ ਜਨਤਾ ਨੂੰ ਵੀ ਚਲਾ ਰਿਹਾ। ਪਰ ਚਲਾਉਂਦਾ ਕਦੋਂ? ਇਹ ਚਲਾਉਣ ਦੇ ਯੋਗ ਕਦੋਂ ਹੁੰਦਾ ਹੈ?
ਜਦੋਂ ਇਹ ਪਹਿਲਾਂ ਆਪ ਉਸ ਤੇ ਚੱਲਦਾ ਹੈ, ਆਪ ਉਹ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਇਹ ਆਪ ਜਦੋਂ ਕਰਤਾ ਬਣੇਗਾ ਤਾਂ ਦੂਜਿਆਂ ਨੂੰ ਇਹ ਕੰਮ ਕਰਵਾ ਸਕਦਾ ਹੈ। ਮਨ ਕਰਤਾ ਬਣ ਜਾਂਦਾ ਹੈ ਕਿਉਂਕਿ ਕਰਤੇ ਨੂੰ ਸੇਵਦਾ ਹੈ। ਮਨ ਗੁਰੂ ਸਰੂਪ ਹੋ ਜਾਂਦਾ ਹੈ ਕਿਉਂਕਿ ਗੁਰੂ ਨੂੰ ਸੇਵਦਾ ਹੈ। ਮਨ ਬਾਣੀ ਦਾ ਸਰੂਪ ਬਣ ਜਾਂਦਾ ਹੈ ਕਿਉਂਕਿ ਗੁਰਬਾਣੀ ਬਣ ਜਾਂਦਾ ਹੈ, ਕਿਉਂਕਿ ਗੁਰਬਾਣੀ ਨੂੰ ਸੇਵਦਾ ਹੈ। ਇਸ ਨੂੰ ਕਹਿੰਦੇ ਨੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਬਣੀ ਹੈ, ਗੁਰਬਾਣੀ ਅਸੀਂ ਬਣ ਜਾਂਦੇ ਹਾਂ, ਇਹ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ। ਅਸੀਂ ਗੁਰੂ ਸਰੂਪ ਬਣਾਂਗੇ, ਸਾਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ। ਅਸੀਂ ਗੁਰਬਾਣੀ ਨੂੰ ਇਸ ਲਈ ਨਹੀਂ ਪੜ੍ਹਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਰਹਿਣਾ, ਨਹੀਂ, ਗੁਰਬਾਣੀ ਬਣਨਾ ਹੈ, ਇਹ ਸਾਡਾ ਏਮ ਹੋਣਾ ਚਾਹੀਦਾ। ਸਤਿਗੁਰੂ ਜੀ ਸਾਨੂੰ ਇਹ ਏਮ ਦਿੰਦੇ ਨੇ, ਸਾਡਾ ਵਿਜ਼ਨ ਇਤਨਾ ਵੱਡਾ ਕਰਵਾਉਂਦੇ ਨੇ। ਉਹ ਕਹਿੰਦੇ ਨੇ ਤੁਹਾਨੂੰ ਦੱਸ ਰਹੇ ਹਾਂ, ਤੁਸੀਂ ਜੋ ਸੋਚੋ ਕਿ ਉਹ ਬਣ ਜਾਓਗੇ। ਸਾਨੂੰ ਆਪਣੀ ਸੋਚ ਵੱਡੀ ਕਰਨੀ ਚਾਹੀਦੀ ਹੈ। ਅਸੀਂ ਇਹ ਮੰਨਦੇ ਹੀ ਨਹੀਂ ਕਦੀ ਨਹੀਂ, ਅਸੀਂ ਤਾਂ IAS ਵੀ ਨਹੀਂ ਬਣ ਸਕਦੇ, IPS ਵੀ ਨਹੀਂ ਬਣ ਸਕਦੇ, ਅਸੀਂ ਤਾਂ ਵੱਡੇ ਵੱਡੇ ਆਫੀਸਰ ਵੀ ਨਹੀਂ ਬਣ ਸਕਦੇ। ਦੁਨੀਆ ਦੇ ਲੋਕ ਉਹ, ਅਸੀਂ ਤਾਂ ਗਰੀਬ ਪੈਦਾ ਹੋਏ ਹਾਂ, ਅਸੀਂ ਤਾਂ ਬੜੇ ਨਿਮਾਣੇ ਆ, ਅਵਗੁਣੀ ਆ, ਅਸੀਂ ਤਾਂ ਗੁਣਾਂ ਵਾਲੇ ਹੋ ਹੀ ਨਹੀਂ ਸਕਦੇ, ਸਰਗੁਣ ਹੋ ਹੀ ਨਹੀਂ ਸਕਦੇ। ਇਹ ਸਾਡੀ ਮਤ ਵਿਚਾਰ ਹੀ ਨੇ ਜਿਹੜੇ ਸਾਨੂੰ ਕੁਝ ਬਣਨ ਨਹੀਂ ਦਿੰਦੇ। ਅਸੀਂ ਆਪਣੀ ਸੋਚ ਬਹੁਤ ਵੱਡੀ ਰੱਖਣੀ। ਸਤਿਗੁਰੂ ਜੀ ਸਾਡੀ ਸੋਚ ਵੱਡੀ ਕਰਦੇ ਆ, ਕਹਿੰਦੇ ਨੇ ਤੂੰ ਯਕੀਨ ਕਰ ਲੈ ਕਿ ਇਹ ਮਨ ਜੈਸਾ ਸੇਵੈ ਤੈਸਾ ਹੋਏ। ਤੂੰ ਜਿਵੇਂ ਦੇ ਵਿਚਾਰ ਰੱਖੇਗਾ, ਉਸ ਨੂੰ ਦ੍ਰਿੜ ਕਰ ਲਏਗਾ, ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦੇਗਾ, ਤੂੰ ਹੋ ਜਾਏਗਾ। ਤੂੰ ਆ ਕੇ ਸਤਿਗੁਰੂ ਜੀ ਨੂੰ ਕਹਿਣਾ ਸਤਿਗੁਰੂ ਜੀ ਮੈਂ ਗੁਰਬਾਣੀ ਬਣਨਾ ਚਾਹੁੰਦਾ, ਕਹਿੰਦੇ ਫਿਰ ਤੈਨੂੰ ਆ ਜਾ। ਗੁਰਬਾਣੀ ਬਣਨ ਵਾਸਤੇ ਤੈਨੂੰ ਗੁਰਬਾਣੀ ਨੂੰ ਪਹਿਲਾਂ ਸੁਣਨਾ ਪਏਗਾ, ਗੁਰਬਾਣੀ ਨੂੰ ਮੰਨਣਾ ਪਏਗਾ, ਫਿਰ ਜਿਵ ਜਿਵ ਹੁਕਮ ਹੈ ਤਿਵੇਂ ਤਿਵੇਂ ਕਾਰ ਤੈਨੂੰ ਕਰਨੀ ਪਏਗੀ, ਤੂੰ ਗੁਰਬਾਣੀ ਦਾ ਸਰੂਪ ਹੋ ਜਾ। ਜੋ ਗੁਰ ਕਹੈ ਸੋਈ ਭਲ ਮਾਨੋ ਕਰੇਗਾ ਤਾਂ ਤੂੰ ਗੁਰੂ ਦਾ ਸਰੂਪ ਹੋ ਜਾਏਗਾ। ਗੁਰੂ ਦਾ ਸਰੂਪ ਭਾਵ ਤੇਰੀ ਮਤ ਸਤਿਗੁਰੂ ਦੇ ਮਹਿਲ ਵਿੱਚ ਪ੍ਰਵਾਨ ਹੋ ਜਾਏਗੀ। ਤੇਰੀ ਮਤ ਤੇ ਸਤਿਗੁਰੂ ਦੀ ਮਤ ਵਿੱਚ ਕੋਈ ਫਰਕ ਨਹੀਂ ਰਹੇਗਾ। ਸਤਿਗੁਰੂ ਜੀ ਜੋ ਵਿਚਾਰਧਾਰਾ ਦਿੰਦੇ ਉਹੀ ਤੇਰੀ ਵਿਚਾਰਧਾਰਾ ਬਣ ਜਾਏਗੀ। ਇਹੀ ਗੁਰੂ ਕਰਤਾ ਬਣਨਾ ਹੈ। ਹਾਂਜੀ ਜੀ ਹਰਵਿੰਦਰ ਵਿੱਚ ਸਿਮ੍ਰਿਤ ਸਾਸਤ ਅੰਤ ਨ ਜਾਣੈ, ਮੂਰਖ ਅੰਧਾ ਤਤ ਨ ਪਛਾਣੈ, ਆਪੇ ਕਰੇ ਕਰਾਏ ਕਰਤਾ, ਆਪੇ ਪਰਮ ਭੁਲਾਏਂਦਾ। ਇੱਥੇ ਬੜਾ ਵਰਡ ਹੈ ਸਿਮਰਤ, ਜਿਹੜਾ ਵੀ ਅਸੀਂ ਦੋ ਚੀਜ਼ਾਂ ਨੇ, ਇੱਕ ਹੈ ਸਮਰਨ ਕਰਨਾ, ਇੱਥੇ ਵਰਡ ਸਿਮਰਤ ਹੈ, ਸਮ੍ਰਿਤੀਆਂ ਵੀ ਜਿਵੇਂ ਵੇਦ ਕਤੇਬ ਸਮ੍ਰਿਤੀਆਂ ਵੀ ਨੇ। ਹਿੰਦੂ ਜਿਹੜੇ ਮੈਥੋਲੋਜੀ ਦੇ ਜਿਹੜੇ ਬੁੱਕਾਂ ਨੇ ਨਾ ਉਹਨੂੰ ਸਮ੍ਰਿਤੀਆਂ ਕਹਿੰਦੇ ਨੇ। ਤੇ ਇੱਥੇ ਉਹਦਾ ਉਚਾਰਨ ਵੀ ਸਿਮਰਤ, ਸਿਮਰਤ ਨਹੀਂ। ਇੱਕ ਹੁੰਦਾ ਸਿਮਰਨ ਕਰਨਾ, ਭਾਵ ਆਪਣੇ ਧਿਆਨ ਵਿੱਚ ਲੈ ਕੇ ਆਣਾ, ਔਰ ਇੱਥੇ ਵਰਡ ਹੈ ਸਿਮਰਤ। ਬਈ ਇਹ ਸਿਮਰਤੀਆਂ ਤੇ ਸ਼ਾਸਤਰ ਜਿਹੜੇ ਨੇ ਨਾ, ਇਹ ਕੋਈ ਰੱਬ ਦਾ ਅੰਤ ਨਹੀਂ ਪਾ ਸਕਦੇ। ਇਹ ਬਈ ਅਸੀਂ ਅਸੀਂ ਬਾਣੀ ਵੀ ਜਦੋਂ ਬਾਣੀ ਵੀ ਕਹਿੰਦੀ ਪਈ, ਅਸੀਂ ਕਹਿੰਦੇ ਬਾਣੀ ਨੂੰ ਸਭ ਤੋਂ ਸ਼੍ਰੋਮਣੀ ਅੱਖਰ ਕਹਿੰਦੇ ਪਏ ਆ, ਜਿਹੜੇ ਰੱਬ ਦੀਆਂ ਗੱਲਾਂ ਕਰਦੇ ਪਏ। ਲੇਕਿਨ ਇਹ ਬਾਣੀ ਵੀ ਕਹਿੰਦੇ ਨੇ ਜਹਾਂ ਬੋਲ ਤੈ ਅਛਰ ਆਵਾ। ਜੇ ਗੱਲ ਕਰਾਂਗੇ ਤਾਂ ਅਕਸ਼ਰਾਂ ਦਾ ਇਸਤੇਮਾਲ ਕਰਨਾ ਪਏਗਾ। ਜਹ ਬੋਲ ਤੈ ਅਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਏ, ਜਸ ਉਹ ਹੈ ਤਸ ਲਖੇ ਨਾ ਕੋਏ। ਪਰਮਾਤਮਾ ਨੂੰ ਕੋਈ ਅਕਸ਼ਰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਵੀ ਸਿਮਰਤੀਆਂ ਦੇ ਸ਼ਾਸਤਰ ਕੋਈ ਵੀ ਅਕਸ਼ਰ ਨੇ। ਜੈਸੀ ਅੱਛਾ ਜਦੋਂ ਇਹ ਬੜੀ ਕਬੀਰ ਸਾਹਿਬ ਜਿਹੜਾ ਆਂਦਾ, ਕਹਿੰਦਾ 52 ਅਕਸ਼ਰ ਲੋਕ ਤਰੇ ਸਭ ਕੁਛ ਇਨਹੀ ਮਾਏ, ਕਹਿੰਦਾ ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨਮੇ ਨਾ ਹੈ। 52 ਅੱਖਰਾਂ ਦਾ ਸੰਸਕ੍ਰਿਤ ਦੇ ਟੋਟਲ 52 ਅਲਫਾਬੈਟਸ ਹੁੰਦੇ ਨੇ। ਤੇ ਕਹਿੰਦਾ ਵੀ ਇਹ ਤੁਸੀਂ ਭਾਵੇਂ ਜੋੜ ਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ, ਲੇਕਿਨ ਰੱਬ ਨੂੰ ਜੋ ਅਨੁਭਵ ਕਰਨਾ ਹੈ ਨਾ, ਉਹ ਕਹਿੰਦਾ ਕੋਈ ਅਕਸ਼ਰ ਰੱਬ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਕੋਈ ਵੀ ਅਕਸ਼ਰ ਜਿਹੜੇ ਨਾ, ਇੱਥੇ ਵੀ ਕਹਿੰਦੇ ਮੈਂ ਸਿਮਰਤ ਸਾਸਤ, ਜਿਤਨੀਆਂ ਸਿਮਰਤੀਆਂ ਲਿਖੀਆਂ ਗਈਆਂ, ਜਿਤਨੇ ਸ਼ਾਸਤਰ ਲਿਖੇ ਗਏ, ਕੋਈ ਵੀ ਹਾਂ ਰੱਬ ਦੇ ਨਾਲ ਸਾਂਝ ਪਾਉਣ ਵਿੱਚ ਤੁਹਾਡੀ ਮਦਦ ਜ਼ਰੂਰ ਕਰ ਸਕਦੇ ਨੇ। ਵੀ ਕਦੇ ਜਿਹੜਾ ਕਹਿੰਦਾ ਨਿਗਮ ਹੁਸ਼ਿਆਰ ਪਹਿਰੂਆ, ਜਿਹੜੇ ਇਹ ਨਿਗਮ ਲਿਖੇ ਗਏ ਨੇ, ਇਹ ਤੈਨੂੰ ਕਿਸੇ ਚੀਜ਼ ਤੋਂ ਬਚਾਉਣ ਵਾਸਤੇ ਲਿਖੇ ਗਏ ਨੇ, ਲੇਕਿਨ ਕੋਈ ਦਾਵਾ ਨਹੀਂ। ਮਤਲਬ ਉਲਟਾ ਇਹ ਕਹਿ ਲਓ ਕਿ ਗੁਰੂ ਕਹਿੰਦੇ ਕੋਈ ਵੀ ਅਕਸ਼ਰ ਜਿਹੜਾ ਹੈ ਨਾ, ਉਹ ਕੋਈ ਵੀ ਅਕਸ਼ਰ ਜਿਹੜਾ ਹੈ ਉਹ ਰੱਬ ਨੂੰ ਪੂਰਨ ਤੌਰ, ਉਹ ਕਹਿੰਦੇ ਅੰਤ ਕਾਰਨ ਕਿਤੇ ਮਿਲਣਾ ਹੈ ਤਾਂ ਕਿ ਅੰਤ
ना पाए जाए, ए अंत ना जाने कोई। ने सोई अजान कहे मैं जाना, उस तो वड्डा कोई ना समझ बंदा नहीं जो यह दावा करे कि मैं रब नूं पूर्ण तौर ते जानदा। तो कहते बानी आप कहती भी अखर खिर जाए कि वो अखर इनमें ना है। सिमरत सासत अंत ना जाने, मूरख अंधा तत ना पछाणे। इन्हां अक्षरां नूं पढ़ के भी कर की रहे हैं ਅਸੀਂ ਇਹਨਾਂ ਅਕਸ਼ਰਾਂ ਵਿੱਚ ਨਾ ਇੱਕ ਤੱਤ ਅਸੀਂ ਕਹਿੰਦੇ ਰੀਡਿੰਗ ਬਿਟਵੀਨ ਦੀ ਲਾਈਨਸ, ਹਰ ਗੱਲ ਵਿੱਚ ਇੱਕ ਮੈਸੇਜ ਹੁੰਦਾ ਹੈ। ਅਸੀਂ ਕਈ ਵਾਰ ਨਾ ਉਹ ਪਹਿਲਾਂ ਤੇ ਸਿਰਫ ਪੜ੍ਹ ਛੱਡਨੇ ਆ, ਪਹਿਲਾਂ ਤੇ ਪੜ੍ਹਦੇ ਹੀ ਨਹੀਂ, ਫਿਰ ਜਿਹੜੇ ਹੈ ਉਹ ਪੜ੍ਹ ਛੱਡਦੇ ਨੇ। ਫਿਰ ਜਿਹੜਾ ਤੱਤ ਸਰ ਜਿਹੜਾ ਇਵਨ ਦੇਖੋ ਅਸੀਂ ਕਰਨੇ ਨਾ ਵੀ ਉਹ ਕਹਿੰਦੇ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਕਹਿੰਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁਤਿਆ ਰਹਿਣ ਵੀ ਹਾਨੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ। ਸੰਸਾਰ ਨੇ ਨਾ ਇਹ ਰਾਜਗੁਣ ਸਾਹਮਣੇ ਡਿਸਾਈਡ ਕਰ ਲਿੱਤਾ, ਕਿਸੇ ਨੂੰ ਮਾਰਨਾ ਅਧਰਮ ਹੈ, ਕਿਸੇ ਨੂੰ ਦਾਨ ਦੇਣਾ ਧਰਮ ਹੈ। ਗੁਰੂ ਕਹਿੰਦਾ ਪੁੱਛ ਕੇ ਦੇਖ, ਹੋ ਸਕਦਾ ਉਹ ਕਹਿੰਦਾ ਹਰੀ ਚੰਦ ਦਾਨ ਕਰੇ ਜਸ ਲੇਵੇ ਬਿਨ ਗੁਰ ਪੁੱਛੇ ਜਾਏ ਭੇਵੇ। ਹਰੀ ਚੰਦ ਤੋਂ ਵੱਡਾ ਕੋਈ ਦਾਨੀ ਹੈ? ਇਤਿਹਾਸ ਦੇ ਤੌਰ ਤੇ ਸਭ ਤੋਂ ਵੱਡਾ ਦਾਨੀ ਹੋਵੇ। ਗੁਰੂ ਉਹਨੂੰ ਕਹਿੰਦਾ ਵੀ ਹਰੀ ਚੰਦ ਦਾਨ ਕਰੇ ਜਸ ਲੇਵੇ, ਕਹਿੰਦਾ ਬਿਨ ਗੁਰੂ ਪੁੱਛੇ। ਵੈਸੇ ਕਹਿੰਦੇ ਵੀ ਉਹ ਜੇ ਦਾਨ ਵੀ ਕਰਨਾ ਨਾ ਵੀ ਕਹਿੰਦਾ ਗੁਰੂ ਨੂੰ ਪੁੱਛ ਕੇ ਕਰੀ। ਉਹ ਇੱਕ ਪੰਕਤੀ ਆਂਦੀ ਵੀ ਉਹ ਵੀ ਆਪਣੇ ਮਨ ਦੇ ਲਾਈਨ ਯਾਦ ਨਹੀਂ ਆ ਰਹੀ ਵੀ ਉਹ ਦਾਨ ਜਿਹੜਾ ਕਰਨਾ ਹੈ ਨਾ ਉਹ ਤੂੰ ਗੁਰੂ ਨੂੰ ਤੂੰ ਜੇ ਆਪਣੇ ਮਨ ਦੇ ਪਿੱਛੇ ਇੱਥੇ ਕਹਿੰਦੇ ਮੂਰਖ ਅੰਧਾ ਜਿਹੜਾ ਬੰਦਾ ਅਗਿਆਨੀ ਹੈ ਉਹ ਤਤ ਜਿਹੜੀ ਗੁਰੂ ਵੀ ਬਾਣੀ ਕਹਿੰਦਾ ਪਿਆ ਇਸ ਤੋਂ ਵੀ ਸਾਨੂੰ ਤਤ ਸਾਰ ਕੱਢਣ ਦੀ ਲੋੜ ਹੈ। ਬਿਕੋਜ਼ ਸੀ ਇਟ ਇਜ਼ ਨਾਟ ਮੈਥਮੈਟੀਕਲ ਇਕੁਏਸ਼ਨ ਨਹੀਂ 1+1 ਇਹਦੇ ਅੰਦਰ ਬਹੁਤ ਸਾਰੇ ਪਰਸਪੈਕਟਿਵਸ ਆ ਜਾਣਗੇ, ਬਹੁਤ ਸਾਰੇ ਕੋਈ ਰੱਬ ਹੀ ਉਹਨਾਂ ਵੱਡਾ ਹੈ, ਰੱਬ ਦੀ ਖੇਡ ਹੀ ਇੰਨੀ ਕੰਪਲੈਕਸ ਹੈ। ਸਾਨੂੰ ਬਾਣੀ ਨੂੰ ਵੱਖ-ਵੱਖ ਥਾਵਾਂ ਤੇ ਆਉਣ ਵਾਲੇ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਾਣੀ ਦੇ ਅਰਥ ਕਰਦੇ ਸਮੇਂ ਸਾਨੂੰ ਬਾਣੀ ਤੋਂ ਬਾਹਰ ਬਿਲਕੁਲ ਨਹੀਂ ਜਾਣਾ ਚਾਹੀਦਾ। ਅਸੀਂ ਬਹੁਤ ਵੱਡਾ ਧੋਖਾ ਖਾਧਾ ਵੀ ਹੈ ਬਾਣੀ ਤੋਂ ਬਾਹਰ ਜਾ ਕੇ, ਲੇਕਿਨ ਫਿਰ ਵੀ ਬਾਣੀ ਦੇ ਵਿੱਚ ਰਹਿੰਦਿਆਂ ਵੀ ਕਿਉਂਕਿ ਬਾਣੀ ਦੇ ਬਹੁਤ ਸਾਰੇ ਪਰਸਪੈਕਟਿਵਸ ਨੇ। ਅਸੀਂ ਇੱਕ ਇੱਕ ਅੱਖਰ ਜਿਹੜਾ ਆਉਂਦਾ ਉਹਦੇ ਕਈ ਮਤਲਬ ਵੀ ਹੋ ਸਕਦੇ ਨੇ ਵੀ ਜੇ ਸਾਹ ਆ ਰਿਹਾ ਤੇ ਸਾਹ ਲਿਖਿਆ ਤੇ ਸਾਹ ਹੀ ਹੈ, ਲੇਕਿਨ ਉਹ ਕਿਸੇ ਦੇ ਸ਼ਾਹ ਵਾਸਤੇ ਵੀ ਆ ਸਕਦਾ, ਕਿਤੇ ਸਵਾਸ ਵਾਸਤੇ ਵੀ ਆ ਸਕਦਾ। ਕਹਿੰਦਾ ਜਿਹੜਾ ਮੂਰਖ ਅੰਧਾ ਬੰਦਾ ਹੈ ਨਾ ਉਹ ਜਿਹੜਾ ਨਾ ਉਹ ਭਾਵੇਂ ਕੋਈ ਉਹਦੇ ਅੰਤ ਨਹੀਂ ਜਾ ਸਕਦਾ। ਜਿਹੜਾ ਮੂਰਖ ਬੰਦਾ ਹੈ ਉਹ ਗੁਰੂ ਕੋਲੋਂ ਤਤ ਸਾਰ ਨਹੀਂ ਲੈ ਰਿਹਾ, ਜਾਂ ਇਹਨਾਂ ਕੋਲੋਂ ਜਿਹੜੇ ਨਿਗਮ ਨੇ ਜਾਂ ਇਹਨਾਂ ਕੋਲ ਵੀ ਉਹ ਤਤ ਸਾਰ ਨਹੀਂ ਲੈ ਰਿਹਾ। ਹੁਣ ਕਹਿੰਦੇ ਉਹਨੇ ਰੱਬ ਦਾ ਆਪਣਾ ਖੇਡ ਆਪੇ ਕਰੇ ਕਰਾਏ ਕਰਤਾ। ਹੁਣ ਦੇਖੋ ਇਹਦੇ ਫਿਰ ਗੱਲ ਆ ਗਈ ਆਪੇ ਭਰਮ ਭੁਲਾਏ ਦਾ। ਹੁਣ ਗੁਰੂ ਇੱਥੇ ਚੂਜ਼ ਕਰਦਾ, ਅਸੀਂ ਫਿਰ ਕਹਿੰਦੇ ਆ ਰੱਬ ਨਹੀਂ ਭਰਮਾਉਂਦਾ ਵੀ ਅਸੀਂ ਜਿਹੜਾ ਕਹਿੰਦੇ ਵੀ ਉਹ ਕਹਿੰਦੇ ਸਭ ਤੈਂ ਉਪਾਈ ਭਰਮ ਭੁਲਾਈ, ਪੈਦਾ ਕਰਨ ਵਾਲਾ ਤੂੰ ਹੈ। ਹਰ ਜਗ ਹਰ ਠੱਗ ਜਗ ਕੋ ਠਗੌਰੀ ਲਾਈ। ਗੁਰੂ ਵਰਡ ਯੂਜ਼ ਕਰਦਾ ਪਿਆ, ਅਸੀਂ ਵੀ ਸੇ ਕਿ ਨਹੀਂ ਅੱਛਾ ਇਹ ਵਰਡ ਨਹੀਂ ਉਹਦੀ ਥਾਂ ਤੇ ਇਹ ਵਰਡ ਫਿੱਟ ਕਰ ਦਿਓ। ਕਿਉਂ? ਕਿਉਂਕਿ ਮੈਨੂੰ ਸੂਟ ਨਹੀਂ ਹੁੰਦਾ, ਮੈਨੂੰ ਕਿਤੇ ਉਹ ਜਿਹੜਾ ਨਾ ਉਹ ਮੈਨੂੰ ਹਜਮ ਨਹੀਂ ਹੋ ਰਿਹਾ। ਹੁਣ ਬਾਣੀ ਜਦੋਂ ਵਿਚਾਰਾਂਗੇ ਡੈਫੀਨਿਟਲੀ ਉਹ ਵਰਡ ਸਾਨੂੰ ਬਾਰ-ਬਾਰ ਆਉਣਗੇ। ਗੁਰੂ ਉਹ ਵਰਡਸ ਯੂਜ਼ ਕਰਦਾ ਪਿਆ ਜਿੱਥੇ ਗੁਰੂ ਕੋਲ ਦੂਜੇ ਵਰਡਸ ਨਹੀਂ ਸਨ। ਗੁਰੂ ਜਿੱਥੇ ਜੋ ਵਰਡ ਯੂਜ਼ ਕਰਨਾ ਚਾਹੁੰਦਾ ਸੀ, ਦ ਬੈਸਟ ਐਸੈਂਸ ਜੋ ਸਾਨੂੰ ਗੁਰੂ ਦੇ ਸਕਦਾ ਸੀ ਉਹ ਸਾਨੂੰ ਗੁਰੂ ਦਿੰਦਾ ਪਿਆ। ਕਹਿੰਦੇ ਆਪੇ ਕਰੇ ਕਰਾਏ ਕਰਤਾ। ਆਪੇ ਇਹ ਮਾਇਆ ਦੀ ਖੇਡ ਜਿਹੜੀ ਹੈ ਨਾ ਵੀ ਇਹਦੇ ਅੰਦਰ ਤੁਹਾਨੂੰ ਪਰਿਵਾਰ ਦੇ ਨਾਲ ਤੁਹਾਨੂੰ ਮੋਹ ਪਿਆ ਹੋਇਆ ਹੈ, ਤੁਹਾਨੂੰ ਪੈਸਾ ਤੁਹਾਨੂੰ ਚੰਗਾ ਲੱਗਦਾ ਪਿਆ, ਤੁਹਾਨੂੰ ਉਹਦਾ ਚੰਗਾ ਲੱਗਦਾ ਪਿਆ ਹੈ। ਇਹ ਭਟਕਣਾ ਜਿਹੜੀ ਹੈ ਨਾ ਇਹ ਅਟਰੈਕਸ਼ਨ ਟੂ ਦੀ ਮਾਈਂਡ ਜਿਹੜਾ ਹੈ ਨਾ ਜੋ ਤੁਹਾਨੂੰ ਹਾਂ ਗੁਰੂ ਫਿਰ ਗਿਆਨ ਵੀ ਦਿੰਦਾ ਪਿਆ। ਕਹਿੰਦੇ ਇਹਨਾਂ ਪਿੱਛੇ ਲੱਗ ਗਿਆ ਵੀ ਐਸਾ ਕੰਮ ਮੂਲੇ ਨਾ ਕੀਤੇ ਜੇ ਅੰਤ ਪਛਤਾਈਏ। ਜੇ ਤੂੰ ਇਹਨਾਂ ਅਟਰੈਕਸ਼ਨਸ ਵਿੱਚ ਫਸ ਗਿਆ ਫਿਰ ਪਛਤਾਣਾ ਪਏਗਾ, ਤੇਰੇ ਹੱਥ ਪਛਤਾਤਾਪ ਰਹਿ ਜਾਏਗਾ, ਹੋਰ ਕੁਝ ਨਹੀਂ ਆਏਗਾ ਤੇਰੇ ਹੱਥ। ਤੇਰਾ ਮਿਲਿਆ ਮੌਕਾ ਜਿਹੜਾ ਹੈ ਨਾ ਉਹ ਖਤਮ ਹੋ ਜਾਏਗਾ, ਵੇਸਟ ਹੋ ਜਾਏਗਾ। ਲੇਕਿਨ ਇਹ ਪਾਇਆ ਵੀ ਤਾਂ ਉਸ ਮਾਲਕ ਨੇ ਆਪ ਹੀ ਅਟਰੈਕਸ਼ਨ, ਅਦਰਵਾਈਜ਼ ਰੂਲ ਕਿਦੇ ਜੋ ਉਹਨੇ ਨਹੀਂ ਪਾਇਆ। ਉਹ ਇਹ ਸਾਰੀ ਖੇਡ ਹੀ ਉਸ ਮਾਲਕ ਨੇ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭੁਲਾਏ ਦਾ। ਹਾਂਜੀ ਸਿਮਰਤ ਸਾਸਤ ਅੰਤ ਨ ਜਾਣੇ, ਮੂਰਖ ਅੰਧਾ ਤਤ ਨ ਪਛਾਣੇ। ਇੱਥੇ ਮਨ ਨੂੰ ਸੰਬੋਧਨ ਕੀਤਾ ਗਿਆ ਕਿ ਉਹ ਮੂਰਖ ਅੰਧਾ ਹੈ ਅਗਰ ਉਸਨੇ ਇੱਕ ਨੂੰ ਨਹੀਂ ਪਹਿਚਾਣ ਸਕਿਆ, ਉਹਦੇ ਤੱਤ ਨੂੰ, ਦੈਟ ਵਨਨੈਸ ਨੂੰ। ਕਿਉਂਕਿ ਜਿੰਨੇ ਵੀ ਸਿਮਰਤ ਤੇ ਸਾਸਤ ਜਿੰਨੇ ਵੀ ਹਨ ਇਹ ਸਭ ਅੱਖਰੀ ਹੈਗੇ ਨੇ। ਪੜ੍ਹਾਈ ਲਿਖਾਈ ਬਹੁਤ ਕਰ ਲਈ ਤੇ ਗਿਆਨ ਬਹੁਤ ਹੋ ਗਿਆ, ਪਰ ਉਹਦਾ ਅੰਤ ਨਹੀਂ ਪਾ ਸਕਦੇ ਅਸੀਂ ਜਦ ਤੱਕ ਉਹ ਮਨ ਜਿਹੜਾ ਹੈ ਤਦ ਤੱਕ ਉਹ ਐਕਸਪੀਰੀਅੰਸ ਨਹੀਂ ਕਰੇਗਾ, ਉਹਦੇ ਤੱਤ ਤੱਕ ਦੀ ਐਸੈਂਸ ਤੱਕ ਨਹੀਂ ਪਹੁੰਚੇਗਾ।
उस एसेंस तक पहुंचण वास्ते, उस एक तक पहुंचण वास्ते उसਨੂੰ एक्सपीरियंस ਕਰਨਾ ਪਏਗਾ। ਤੇ ਕਰਨ ਵਾਸਤੇ ਕੀ ਕਰਨਾ ਪਏਗਾ? ਉਸਨੂੰ ਉਸਦੇ ਗਿਆਨ ਦੇ ਨਾਲ, ਉਹਦੇ ਗੁਣਾਂ ਦੇ ਨਾਲ, ਉਹਦੇ ਸਿੱਖਿਆ ਦੇ ਨਾਲ, ਜਿਨ ਪਿੱਛੇ ਕਿਹਾ ਗਿਆ ਦਿਸ ਇਜ਼ ਗ੍ਰੇਸ, ਜਿਹੜਾ ਮਨ ਪੂਰੀ ਤਰ੍ਹਾਂ ਭਿੱਜਦਾ ਹੈ ਤਦ ਹੀ ਇਹ ਤੱਕ ਪਹੁੰਚ ਸਕਦਾ ਹੈ। then only he can experience the oneness। ਆਪੇ ਕਰੇ ਕਰਾਏ ਕਰਤਾ, ਆਪੇ ਪਰਮ ਬੁਲਾਇਦਾ। ਹੁਣ ਅਗਰ ਮਨ ਨੇ ਪੂਰੀ ਤਰ੍ਹਾਂ ਭਿੱਜ ਲਿੱਤਾ, ਕਹਿੰਦੇ ਨੇ ਉਹੀ ਕਰਦਾ ਸਾਰਾ ਮਨ ਹੀ। ਮਨ ਅਗਰ ਨੇ ਨਹੀਂ ਲਿੱਤਾ, ਅਗਰ ਉਸ ਤੱਕ ਤੱਕ ਨਹੀਂ ਪਹੁੰਚਿਆ, ਅੰਨਾ ਹੀ ਰਿਹਾ, ਤੇ ਫਿਰ ਉਹ ਪਰਮਾ ਵਿੱਚ ਹੀ ਭੁੱਲਦਾ ਰਹੇਗਾ, ਭਟਕਦਾ ਰਹੇਗਾ ਪਰਮਾ ਵਿੱਚ ਹੀ। ਹਾਂਜੀ, ਭੁਪਿੰਦਰ ਵੀਰ ਜੀ ਵੀ ਸਾਡੇ ਨਾਲ ਆ ਗਏ ਨੇ। ਵੀਰ ਜੀ ਤੁਸੀਂ ਸ਼ਬਦ ਬਾਬਤ ਵਿਚਾਰ ਸਾਂਝ ਪਾਓ ਵੀਰ ਜੀ। ਹਾਂਜੀ, ਜਿਸ ਮਨ ਦੀ ਅਵਸਥਾ ਬਾਰੇ ਗੱਲ ਚੱਲ ਰਹੀ ਹੈ ਨਾ, ਉਹ ਵਿਜ਼ਡਮ ਨੂੰ ਤਾਂ ਹੀ ਫੋਲੋ ਕਰ ਸਕਦਾ ਹੈ। 12ਵੇਂ ਪਦ ਵਿੱਚ ਕਹਿੰਦੇ ਨੇ ਕਰਮ ਹੋਵੇ ਗੁਰ ਭਗਤ ਦ੍ਰਿੜਾਏ। ਉਹਦੇ ਕੋਲ ਪਹਿਲਾਂ ਮੰਦੇ ਕਰਮਾਂ ਵਾਲੇ ਖਿਆਲਾਂ ਦੀ ਸੋਚ ਨਹੀਂ ਸੀ। ਉਹਨੇ ਸਤਿਗੁਰ ਦੀ ਮੱਤ ਵਾਲਾ ਕਰਮ ਮਤਲਬ ਫਲਸਫਾ, ਫਲਸਫਾ ਮਤਲਬ ਸਤਿਗੁਰ ਦੀ ਵਿਚਾਰਧਾਰਾ। ਵਿਚਾਰਧਾਰਾ ਮੀਨਸ ਸਤਿਗੁਰ ਦਾ ਭਾਣਾ। ਉਹਨੇ ਉਹਨੂੰ ਪ੍ਰਾਪਤ ਕੀਤਾ ਤਾਂ ਉਹ ਆਪਣੇ ਸਾਰੇ ਅੰਗਾਂ ਨੂੰ ਵਿਜ਼ਡਮ ਦ੍ਰਿੜਾ ਸਕਦਾ ਪਿਆ ਹੈ। ਵਿਣ ਕਰਮਾ ਕਿਉਂ ਪਾਇਆ ਜਾਏ, ਇਹ ਤੇ ਬਿਲਕੁਲ ਟਰੁੱਥ ਹੈ ਕਿ ਜੇ ਵਿਜ਼ਡਮ ਹੀ ਨਹੀਂ ਹੋਏਗੀ ਤਾਂ ਸਾਡੇ ਸਾਰੇ ਅੰਗ ਫੁੱਲ ਆਫ ਵਿਜ਼ਡਮ ਔਰ ਸਪਿਰਿਚੁਅਲ ਨਹੀਂ ਬਣ ਸਕਦੇ ਨੇ। ਸਾਡੇ ਆਰਗਨਸ ਕਿਸੇ ਪਾਸੇ ਲੱਗਣਗੇ ਨਹੀਂ, ਬਲਕਿ ਵਾਈਸਿਸ ਵੱਲ ਅਟਰੈਕਟ ਹੁੰਦੇ ਨੇ। ਆਪੇ ਕਰੇ ਕਰਾਏ ਕਰਤਾ, ਜੋ ਭਾਵ ਹੈ ਤਿਵੇਂ ਚਲਾਈਂਦਾ। ਇਹ ਮਨ ਜਿਹੜਾ ਸਰੀਰ ਦਾ ਕਰਤਾ ਬਣਿਆ ਹੋਇਆ ਹੈ, ਇਹ ਜਮ ਕੀ ਮਤ ਵਾਲਾ ਕਰਮ ਛੱਡ ਕੇ ਸਤਿਗੁਰ ਦੀ ਮਤ ਵਾਲਾ ਕਰਮ ਲੈਂਦਾ ਹੈ ਔਰ ਉਸਨੂੰ ਪਸੰਦ ਕਰਕੇ ਫਿਰ ਆਪਣੇ ਸਾਰੇ ਅੰਗਾਂ ਨੂੰ ਉਸਦੇ ਅਕੋਰਡਿੰਗ ਚਲਾਉਂਦਾ ਹੈ। ਇਸ ਤੋਂ ਬਾਅਦ ਪਦਾ ਆਇਆ ਸਿਮਰਤ ਸ਼ਾਸਤਰ ਅੰਤ ਨ ਜਾਣੇ। ਧਰਮ ਗ੍ਰੰਥ ਸਾਰੇ ਪੜ੍ਹ ਲਏ। ਜਿਹੜਾ ਹੁੰਦਾ ਨਾ, ਅਸੀਂ ਸ਼ਾਸਤਰ ਆਮ ਤੌਰ ਤੇ ਡਿਸਿਪਲਿਨ ਬਾਰੇ ਵੀ ਕਹਿੰਦੇ ਨੇ। ਸੋ ਮੈਂ ਜਪ ਤਪ ਸੰਜਮ ਦੇ ਬੜੇ ਡਿਸਿਪਲਿਨ ਵੀ ਕਰ ਲਏ, ਪਰ ਮੈਨੂੰ ਜਮਾ ਦੇ ਬਾਰੇ ਤੇ ਕੋਈ ਸਮਝ ਹੀ ਨਹੀਂ ਆਈ, ਕਿਉਂਕਿ ਮਨ ਜੇ ਮੂਰਖ ਹੋਵੇ ਉਹ ਤੱਤ ਨੂੰ ਪਛਾਣਦਾ ਹੀ ਨਹੀਂ ਕਿ ਐਕਚੁਅਲੀ ਚ ਜਿਤਨੀ ਵੀ ਧਰਮ ਦੀ ਪੜ੍ਹਾਈ ਕਰਾਈ ਜਾ ਰਹੀ ਹੈ ਉਹ ਮੇਰੇ ਸਪਿਰਿਚੁਅਲ ਬਣਨ ਬਾਰੇ ਕਰਾਈ ਜਾ ਰਹੀ ਹੈ, ਮੇਰੇ ਅੰਗਾਂ ਨੂੰ ਸਪਿਰਿਚੁਅਲ ਬਣਾਉਣ, ਮੈਨੂੰ ਆਈਡੀਅਲ ਮਨੁੱਖ ਬਣਾਉਣ ਬਾਰੇ ਕਰਾਈ ਜਾ ਰਹੀ ਹੈ। ਇਹ ਤੱਤ ਹੈ ਵਿਵੇਕ ਬੁੱਧੀ। ਜੇ ਉਹ ਮਨ ਮੂਰਖ ਹੋਵੇ ਤਾਂ ਉਹ ਤੱਤ ਨੂੰ ਪਛਾਣਦਾ ਨਹੀਂ ਹੈ। ਧਰਮ ਗ੍ਰੰਥ ਵੀ ਪੜ੍ਹ ਲੈਂਦਾ ਹੈ, ਬਾਹਰਲੇ ਡਿਸਿਪਲਿਨ ਵੀ ਕਰ ਲੈਂਦਾ ਹੈ, ਪਰ ਅੰਤ ਨਾ ਜਾਣੇ। ਉਹਨੂੰ ਇਹ ਹੀ ਨਹੀਂ ਸਮਝ ਆਉਂਦੀ ਕਿ ਮੈਨੂੰ ਪਲ ਪਲ ਕਿਤਨੇ ਬੇਅੰਤ ਜੰਮਾਂ ਵਾਲੇ ਮੰਦੇ ਮੂਰਖ ਖਿਆਲ ਆਉਂਦੇ ਨੇ, ਸੰਤ ਮੂਰਖ ਅੰਧ ਘੋਰ ਵਾਲੇ ਕਿਤਨੇ ਨੀਚ ਖਿਆਲ ਆਉਂਦੇ ਨੇ, ਉਹ ਸਮਝ ਹੀ ਨਹੀਂ ਪਾਉਂਦਾ। ਲੇਕਿਨ ਉਹ ਮਨ ਜਿਹੜਾ ਮੂਰਖ ਅੰਧਾ ਹੈ, ਤੱਤ ਨੂੰ ਪਛਾਣਦਾ ਨਹੀਂ ਹੈ, ਉਹ ਜੇ ਕਰਤਾ ਬਣ ਜਾਏ, 12ਵੇਂ ਪਦੇ ਵਿੱਚ ਉਹ ਕਰਤਾ ਬਣਦਾ ਹੈ, ਸਤਿਗੁਰ ਦੀ ਮੱਤ ਲੈ ਕੇ ਅਕੋਰਡਿੰਗਲੀ ਚਲਾਉਂਦਾ ਹੈ। ਵਰਨਾ ਆਪੇ ਕਰੇ ਕਰਾਏ ਕਰਤਾ, ਉਹੀ ਮਨ ਕਰਤਾ ਬਣ ਕੇ ਆਪਣੇ ਆਪ ਨੂੰ, ਆਪਣੇ ਥਾਟ ਪ੍ਰੋਸੈਸ ਨੂੰ, ਆਪਣੀ ਸੁਰਤ ਮਤ ਬੁੱਧ ਨੂੰ, ਆਪਣੇ ਸਾਰੇ ਅੰਗਾਂ ਨੂੰ ਭਰਮ ਵਿੱਚ ਆਪ ਵੀ ਭੁੱਲਦਾ ਹੈ ਤੇ ਭਟਕਾਉਂਦਾ ਹੈ, ਭੁਲਾਉਂਦਾ ਹੈ, ਭੁਲਾਵੜੇ ਰਸਤਿਆਂ ਤੇ ਟੋੜਦਾ ਹੈ। ਜੀ ਵੀਰ ਜੀ ਅੱਜ ਨਾ 11 ਨੰਬਰ ਪਦੇ ਤੋਂ ਸਟਾਰਟ ਹੋਇਆ, ਤੁਸੀਂ ਉਸ ਦੀ ਵੀ ਵਿਚਾਰ ਦੇ ਦਿਓ ਵੀਰ ਜੀ, ਥੋੜੀ ਜਿਹੀ ਸਾਂਝ ਪਾ ਦਿਓ। ਵੀਰ ਜੀ ਅਰਪੀਤ ਵੀਰ ਜੀ ਥੋੜਾ ਪਿੱਛੇ ਕਰੋਗੇ ਸਕਰੀਨ। 11ਵਾਂ ਪਦਾ। ਅੱਛਾ ਹਾਂਜੀ ਜੀ ਵੀਰ ਜੀ, ਸੌਰੀ, ਮੈਂ ਸਭ ਕੋਲ ਮਾਫੀ ਮੰਗਦਾ, ਮੈਂ ਲੇਟ ਹੋ ਜਾਂਦਾ, ਕੁਝ ਮੇਰੀਆਂ ਨੋ ਪ੍ਰੋਬਲਮ ਵੀਰ ਜੀ, ਪਲੀਜ਼ ਵੀਰ ਜੀ, ਨੋ ਪ੍ਰੋਬਲਮ। ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੈਨੂੰ ਚਾਂਸ ਦਿੰਦੇ ਹੋ, ਥੈਂਕ ਯੂ। 184 ਆਪ ਉਪਾਏ। ਅਸੀਂ ਨਾ ਜਦੋਂ ਸ਼ਬਦ ਪੜ੍ਹਦੇ ਹਾਂ 84 ਲੱਖ ਜੂਨ ਉਪਾਈ, ਉਹਦਾ ਮਤਲਬ ਹੁੰਦਾ ਹੈ ਮੇਰੇ ਅੰਦਰ ਦੇ ਜਿਹੜੇ ਜੀ ਜੰਤ ਹਨ ਉਹਨਾਂ ਨੂੰ ਜੇ ਮੈਂ ਐਲੀਵੇਟ ਕਰ ਲੈਂਦਾ ਹਾਂ ਨਿਜ ਘਰ ਚੋਂ ਸਤਿਗੁਰ ਦੀ ਮੱਤ ਦਾ ਸੰਤੋਖ ਰੂਪੀ ਭੋਜਨ ਰਿਜ਼ਕ ਦੇ ਕੇ, ਤਾਂ ਉਹ ਐਲੀਵੇਟਿਡ ਹੁੰਦੇ ਨੇ, ਵਰਨਾ ਉਹ ਐਲੀਵੇਟਿਡ ਨਹੀਂ ਹੁੰਦੇ ਨੇ। ਸੋ 184 ਆਪ ਉਪਾਏ, ਇਹ ਉਸ ਮਨ ਦੀ ਉੱਚੀ ਅਵਸਥਾ ਦੀ ਜਿਹੜਾ ਆਪਣੇ ਅੰਦਰ ਦੇ ਸਾਰੇ ਜੀਆਂ ਜਨਤਾਂ ਨੂੰ ਫਿਕਸ ਅਪ ਕਰਦਾ ਹੈ। ਸਾਡੀ 98 ਵਿੱਚ ਕੈਸੇਟ ਆਈ ਸੀ ਨਵਾਂ ਜਨਮ, ਜਿਹਦੇ 'ਚ ਅਸੀਂ ਸਾਰਾ ਸਿੱਖਿਆ ਸੀ ਕਿ ਮੇਰੇ ਅੰਦਰ ਦੇ ਸਾਰੇ ਜਾਨਵਰ ਕਿਸ ਤਰ੍ਹਾਂ ਐਲੀਵੇਟ ਹੁੰਦੇ ਨੇ।
ਉਹ ਪੈਰ ਚੋਲਣਾ ਗਧਾ ਨਾਚੇ, ਉਹ ਸਾਰਾ ਰਾਜਾ ਰਾਮ ਕਾਕਰੀ ਆਂਬਰੇ ਪਕਾਏ, ਉਸ ਸ਼ਬਦ ਵਿੱਚ ਸਾਰੇ ਜਾਨਵਰਾਂ ਨੂੰ ਫਿਕਸਅਪ ਕਰਨਾ ਸਿਖਾਇਆ। 184 ਆਪ ਉਪਾਏ, ਉਹਨਾਂ ਨੂੰ ਰਿਜ਼ਕ ਦੇ ਕੇ ਉਹਨਾਂ ਨੂੰ ਸਿੱਧੇ ਪਾਸੇ ਪਾਉਂਦਾ। ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਉਹ ਆਪਣੇ ਆਪ ਨੂੰ ਸਹੀ ਮੈਨੇਜ ਫਿਰ ਮਾਨਸ ਬਣਾਉਣ ਜੋਗਾ ਹੋ ਜਾਂਦਾ ਹੈ, ਤਾਂ ਕਿ ਉਹਦੇ ਇੰਦਰੇ ਗਿਆਨੇਂਦਰੇ ਅੰਗ ਸਾਰਿਆਂ ਨੂੰ ਉਹ ਵਿਜ਼ਡਮਫੁਲ ਬਣਾ ਸਕੇ। ਸਾਡਾ ਮਾਨਸ ਜਨਮ ਨਾ ਨਹੀਂ ਹੁੰਦਾ ਜਦੋਂ ਤੱਕ ਅਸੀਂ ਮੰਮੀ ਪਾਪਾ ਦੇ ਘਰ ਜੰਮੇ ਹੋਏ ਸਰੀਰ ਦੇ ਨਾਲ ਸਤਿਗੁਰ ਦੀ ਮੱਤ ਨੂੰ ਨਹੀਂ ਲੈਂਦੇ ਹਾਂ, ਉਹਨੂੰ ਮਾਨਸ ਜਨਮ ਕਹਿੰਦੇ ਹੀ ਨਹੀਂ ਨੇ। ਮੰਮੀ ਪਾਪਾ ਦੇ ਘਰ ਜੰਮਿਆ ਉਹਨੂੰ ਦੁਨੀਆ ਹਿਊਮਨ ਬੀਇੰਗ ਕਹਿੰਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਨਾ ਆਖੀ, ਉਹਨਾਂ ਨੂੰ ਤੇ ਮਾਨਸ ਜੂਨ ਆਖਦੇ ਹੀ ਨਹੀਂ ਨੇ। ਅੱਛਾ, ਹੁਣ ਮੈਂ ਮਾਨਸ ਜਨਮ ਪ੍ਰਾਪਤ ਕਿਵੇਂ ਕਰਾਂਗਾ? ਸਾਡੇ ਵਿੱਚ ਤੇਜਿੰਦਰ ਜੀ ਇੱਕ ਨਾ ਪ੍ਰੈਕਟਿਸ ਚੱਲ ਰਹੀ ਹੈ ਕਿ ਅਸੀਂ ਨਾ ਪਹਿਲੀ ਪੰਕਤੀ ਸੁਣ ਕੇ ਹੀ ਨਾ ਪੂਰੇ ਸ਼ਬਦ ਦਾ ਥੀਮ ਆਪੇ ਹੀ ਬਣਾ ਲੈਂਦੇ ਹਾਂ। ਪਰ ਜਦੋਂ ਸ਼ਬਦ ਦਾ ਪੂਰਾ ਪੈਟਰਨ ਦੇਖੀਏ ਨਾ ਤਾਂ ਗੁਰੂ ਸਾਹਿਬ ਇੱਕ ਚੜਾਈ ਚੜ ਕੇ ਆ ਰਹੇ ਹੁੰਦੇ ਨੇ, ਇੱਕ ਸੀਕੁਐਂਸ ਵਿੱਚ ਆ ਰਹੇ ਹੁੰਦੇ ਨੇ, ਔਰ ਉਹਦੇ ਚ ਆ ਕੇ ਫਿਰ ਅਲਟੀਮੇਟਲੀ ਆਪਣੀ ਗੱਲ ਕਰਦੇ ਨੇ। ਜਿਵੇਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ, ਉਹਦੇ ਵਿੱਚ ਸਾਰੇ ਬ੍ਰਹਮ ਗਿਆਨੀ ਦੇ ਗੁਣ ਗਾ ਕੇ ਅਲਟੀਮੇਟਲੀ ਫਿਰ ਕਹਿੰਦੇ ਨੇ ਬ੍ਰਹਮ ਗਿਆਨੀ ਆ ਪਰਮੇਸ਼ਰ, ਫਿਰ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮੰਨਦਾ। ਇਹ ਗੁਰੂ ਸਾਹਿਬ ਆਪਣਾ ਫੈਸਲਾ ਬਾਅਦ ਵਿੱਚ ਆ ਕੇ ਦਿੰਦੇ ਨੇ। ਇੰਝ ਜਦੋਂ ਸ਼ਬਦ ਆਏਗਾ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਅਸੀਂ ਇਹ ਦੋ ਪੰਕਤੀਆਂ ਬੋਲੀਆਂ ਔਰ ਇਸਕੇ ਦੇਖੋ ਜੀ ਅਸੀਂ ਤੇ ਕਈ ਜਨਮਾਂ ਕੀੜੇ ਪਕੌੜੇ ਸਾਂ, ਪਰ ਉਸ ਸ਼ਬਦ ਦੀ ਵੀ ਜੀ ਤੁਸੀਂ ਸਾਂਝ ਪਾ ਰਹੇ ਹੋ ਤੇ ਥੋੜੀ ਜੀ ਸਾਂਝ ਹੋਰ ਪਾ ਦਿਓ। ਅੱਜ ਕੱਲ ਇਹ ਵੀ ਬੜਾ ਭੁਲੇਖਾ ਪਿਆ ਹੋਇਆ ਹੈ, ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ, ਲੇਕਿਨ ਅੱਜ ਕੱਲ ਦੇ ਬ੍ਰਹਮ ਗਿਆਨੀ ਹੈਗੇ ਨੇ ਜੋ ਕਹਿੰਦੇ ਨੇ ਅਸੀਂ ਵੀ ਬ੍ਰਹਮ ਗਿਆਨੀ ਹੈਗੇ। ਬ੍ਰਹਮ ਗਿਆਨੀ ਕੋਈ ਮਨੁੱਖ ਨਹੀਂ ਨਾ ਹੋ ਸਕਦਾ। ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖਿਆ ਇਕਸ ਬਿਨ ਕੋਏ। ਕੌਣ? ਮੇਰਾ ਮਨ। ਮੇਰਾ ਮਨ ਜਦੋਂ ਇਹ ਮਤ ਨੂੰ ਪ੍ਰਾਪਤ ਕਰਦਾ ਹੈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਬ੍ਰਹਮ ਦੇ ਗਿਆਨ ਦੇ ਨਾਲ ਇਹ ਵਾਲੇ ਲੱਛਣ ਵਾਲਾ ਜੀਵਨ ਬਣਦਾ ਹੈ। ਉਹਨੂੰ ਕਹਿੰਦੇ ਨੇ ਸਦ ਜੀਵੇ। ਫਿਰ ਉਹ ਪਲ ਪਲ ਮਨ ਕੀ ਮਤ ਦੇ ਨਾਲ, ਜਮਾ ਦੀ ਮਤ ਦੇ ਨਾਲ ਮਰਦਾ ਨਹੀਂ ਹੈ। ਕੌਣ? ਮਨ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਾਲਾ ਮਰਨਾ ਮੁਆ ਹੋ ਗਿਆ ਨਾ। ਸੋ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਦੋਂ ਮਨ ਨਿਜ ਘਰ ਦੀ ਮਤ ਦੇ ਨਾਲ ਮਰਜ ਹੋ ਗਿਆ, ਨਿਜ ਘਰ ਵਿੱਚ ਰੱਬ ਜੀ ਵਸਦੇ ਨੇ, ਅੰਤਰਾਤਮਾ ਵਿੱਚ ਰੱਬ ਜੀ ਵਸਦੇ ਨੇ, ਕੌਨਸ਼ੀਅੰਸ ਵਿੱਚ ਰੱਬ ਜੀ ਵਸਦੇ ਨੇ, ਸਭੇ ਘਟ ਰਾਮ ਬੋਲੇ ਰੱਬ ਜੀ ਵਸਦੇ ਨੇ। ਉਹਨਾਂ ਦੇ ਨਾਲ ਜਦੋਂ ਉਹ ਮਰਜ ਹੋ ਗਿਆ ਤਾਂ ਉਹ ਵੀ ਫਿਰ ਆਜੂਨੀ ਹੋ ਗਿਆ ਨਾ, ਅਕਾਲ ਮੂਰਤ ਹੋ ਗਿਆ। ਉਹ ਉਸ ਨੂੰ ਕਹਿੰਦੇ ਨੇ। ਹੁਣ ਇੱਥੇ ਆ ਕੇ ਕਹਿੰਦੇ ਨੇ 184 ਆਪ ਉਪਾਏ। ਇਹ ਆਪ ਕੌਣ ਹੈ? ਉਹ ਵਾਲਾ ਮਨ ਜਿਹੜਾ ਮਰਜ ਹੋ ਗਿਆ ਹੈ, ਉਹਨੇ ਆਪਣੇ ਅੰਦਰ ਦੀ ਸ੍ਰਿਸ਼ਟੀ ਨੂੰ ਫਿਕਸਅਪ ਕੀਤਾ, ਸਾਰੇ ਜੀਆਂ ਜਨਤਾ ਨੂੰ ਫਿਕਸਅਪ ਕੀਤਾ। ਮਾਨਸ ਜਨਮ ਹੁਣ ਪ੍ਰਾਪਤ ਕਰੇਗਾ। ਉਹਦੀ ਪਲ ਪਲ ਦੀ ਅਵਸਥਾ ਹੈ ਜਿਹੜੀ ਉਹ ਜਿਹਨੂੰ ਅਸੀਂ ਕਹਿੰਦੇ ਆ ਨਾ ਅਰਬੰਦਰ ਧੁੰਦੂਕਾਰਾ ਵਾਲੀ ਅਵਸਥਾ। ਕਿਤਨੇ ਪਲ ਕਿਤਨੇ ਯੁੱਗ ਭਾਵ ਮੈਂ ਬੜੀ ਦੇਰ ਅਗਿਆਨਤਾ ਵਾਸਤੇ ਧੁੰਦ ਵਿੱਚ ਕਈ ਜਨਮ ਵਾਲਾ ਜੀਵਨ ਜੀਂਦਾ ਹਾਂ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰ ਪੋਇਓ, ਕਈ ਜਨਮ ਹੈਵਰ ਬਿਖ ਜੋਇਓ। ਹੁਣ ਕਹਿੰਦੇ ਨੇ ਮੈਂ ਸਤਿਗੁਰ ਦੀ ਮੱਤ ਲੈਣੀ ਹੈ, ਮਿਲ ਜਗਦੀਸ਼ ਮਿਲਨ ਕੀ ਬਰੀਆ, ਮਨੂੰ ਅੰਦਰ ਵਾਲੇ ਰੱਬ ਜੀ ਨਾਲ ਮਿਲਣਾ ਹੈ। ਤਾਂ ਹੁਣ ਕਹਿੰਦੇ ਨੇ ਉਹ ਵਾਲੀ ਜਿਹੜੀ ਮੈਂ ਅਵਸਥਾ ਜੀਂਦਾ ਸੀ, ਜਿਸ ਤਰ੍ਹਾਂ ਕੱਲ ਅਸੀਂ ਕਿਹਾ ਸੀ ਕਿ ਕਠੋਰ ਚਿੱਤ ਵਾਲੀ ਅਵਸਥਾ, ਪੱਥਰ ਵਾਲੀ ਅਵਸਥਾ, ਉਹ ਪਿਛਲੇ ਪਦੇ 'ਚ ਤੁਹਾਡੀ ਆਈ ਹੈ। ਸੋ ਕਠੋਰ ਚਿੱਤ ਵਾਲੀ ਪੱਥਰ ਵਾਲੀ ਅਵਸਥਾ ਕਈ ਜਨਮ ਸੈਲਗਿਰ ਕਰਿਆ, ਕਰਦੇ 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 ਉਹ ਸੀਕੁਐਂਸ ਵਿੱਚ ਆ ਕੇ ਨਾ, ਜਿਸ ਤਰ੍ਹਾਂ ਬ੍ਰਹਮ ਗਿਆਨੀ ਦੀ ਅਸ਼ਟਪਦੀ ਗੁਰੂ ਸਾਹਿਬ ਨੇ ਆ ਫੈਸਲਾ ਦਿੱਤਾ, ਇਹਦੇ ਦਿੰਦੇ ਨੇ ਸਾਧ ਸੰਗ ਭਇਓ ਜਨਮ ਪ੍ਰਾਪਤ। ਜਦੋਂ ਮੈਂ ਨਿਜ ਘਰ ਦੀ ਮਤ ਦਾ ਸੁਰਤ ਮਤ ਬੁੱਧ ਕਰਕੇ ਸੰਗ ਕੀਤਾ ਨਾ ਔਰ ਵਰਚੂਜ਼ ਨੂੰ ਫਾਲੋ ਕੀਤਾ, ਤਾਂ ਮਨੁ ਮਨੁੱਖਾ ਦੇਈ ਪ੍ਰਾਪਤ ਹੋਈ। ਗੁਰ ਸੇਵਾ ਤੇ ਭਗਤ ਦ੍ਰਿੜਾਈ, ਤਾਬੇ ਮਾਨਸ ਦੇਈ ਪਾਈ। ਓਏ ਮਾਈ ਗੋਡ, ਮੈਂ ਤੈਨੂੰ ਮਾਨਸ ਦੇਈ ਕਹਿ ਰਿਹਾ ਸੀ, ਤੇ ਦੇਖਣ ਹੀ ਮਾਨਸ ਦੇਈ ਲੱਗਦੀ ਹੈ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ। ਸੋ ਮਾਨਸ ਜਨਮ ਗੁਰ ਭਗਤ ਦ੍ਰਿੜਾਏ, ਉਹਨੇ ਮਾਨਸ ਜਨਮ ਨੂੰ ਪ੍ਰਾਪਤ ਕੀਤਾ ਕਿਉਂਕਿ ਉਹ ਆਪਣੇ ਸਾਰੇ ਅੰਗਾਂ ਨੂੰ ਵੀ ਵਿਜ਼ਡਮ ਨਾਲ ਬਣਾਉਣਾ ਚਾਹੁੰਦਾ ਹੈ। ਬਿਨ ਭਗਤੀ ਉਹਨੂੰ ਸਮਝ ਆ ਚੁੱਕੀ ਹੈ, ਬਿਨ ਭਗਤੀ ਵਿਸ਼ਟਾ ਵਿੱਚ ਵਾਸਾ, ਅਦਰਵਾਈਜ਼ ਵਿਸ਼ਟਾ ਵਿੱਚ ਵਾਸ ਹੋ ਜਾਏਗਾ।
ਇਹ ਕੌਣ ਕਰਾਂਦਾ? ਰੱਬ ਜੀ ਨਹੀਂ ਕਰਾਂਦੇ ਨੇ ਸਾਨੂੰ ਵਿਸ਼ਟਾ ਚ ਵਾਸ। ਭੁਲੇਖਾ ਇੱਥੋਂ ਹੀ ਪਿਆ ਜਦੋਂ ਦਾ ਜਪਜੀ ਸਾਹਿਬ ਦੇ ਅਸੀਂ ਇਤਨੇ ਸਾਰੇ ਟੀਕੇ ਪੜ ਕੇ ਅਸੀਂ ਆਪਣਾ ਪੱਕਾ ਮਨ ਬਣਾ ਲਿਆ ਕਿ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਤਾਂ ਪੁੱਛੇ ਕਿ ਤਾਂ ਰੱਬ ਦੀ ਨਜ਼ਰ ਹੇਠਾਂ ਜੇ ਨਹੀਂ ਆਏ ਤਾਂ ਫਿਰ ਕੋਈ ਬਾਤ ਨਹੀਂ ਪੁੱਛਦਾ। ਫਿਰ ਰੱਬ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਕੀਟਾਂ ਅੰਦਰ ਕੀਟ ਕਰਕੇ ਕੀੜਿਆਂ ਤੋਂ ਵੀ ਕੀੜਾ ਥਾਪ ਦਿੰਦਾ ਹੈ। दरअसल गुरमत का कॉन्सेप्ट है ये तेरी मत सुरत बुद्ध अक्ल करके जीवन करके तू विष्टा दे कीड़े वाला जीवन जी रहा ना, तेरे कीड़े नू कीड़ा थाप दे पातशाही कर सकते ने। तेरे एक कीड़े हम कीड़े किरम सतगुर शरणाई आ जा, तेरी कीड़े किरम वाली अवस्था तो तेनू कीड़ा थाप दे पातशाही कर देंगे, तेनू एलिवेट कर देंगे, तेनू अबचल नगर दा सजीवी राज दे देंगे। वरना तू मन करके मंदी मत करके बिन भगती मीन्स तू ना आप विजडम लेंदा है ना अपने अंगां नू देंदा है। बिन भगती विन गुण कीते भगना है तू चंगे गुण लेंदा नहीं है। बिन भगती विष्टा विच वासा, विष्टा विच फिर पाएंदा तू अपने आप नू विष्टा दे कीड़े वाला जीवन बना लेंदा है ते अपने सारे अंगां नू भी कोई नीच जीवनी वाला बना लेंदा है। ये सारी गल उन्होंने ना समझ आंदी जा रही है। ਇਹ ਗੱਲਾਂ ਨਾ ਜਿਹੜੀ ਗੁਰੂ ਸਾਹਿਬ ਕੰਟਰਾਸਟ ਵਿੱਚ ਨਾਲ ਦੱਸਦੇ ਨੇ ਨਾ, ਇਹ ਸਾਨੂੰ ਸਮਝਾਉਂਦੇ ਨੇ ਕਿ ਇਹ ਸਾਡੇ ਸਾਰੇ ਫੁਰਨੇ ਹਨ। ਅਲਟੀਮੇਟਲੀ ਅਸੀਂ ਨਿਜ ਕਰ ਦੀ ਮਤ ਲੈਣੀ ਹੈ। ਔਰ ਇਸ ਸ਼ਬਦ ਦੇ ਅੰਦਰ, ਐਸੇ ਸ਼ਬਦਾਂ ਦੇ ਅੰਦਰ ਗੁਰੂ ਸਾਹਿਬ ਅਲਟੀਮੇਟਲੀ ਉਹ ਐਲੀਵੇਟਿਡ ਮਨ ਦੀ ਅਵਸਥਾ ਸਮਝਾਉਂਦੇ ਨੇ ਕਿ ਉਹਨੂੰ ਇਹ ਦੋਨੋਂ ਕੰਟਰਾਸਟ ਵਿੱਚ ਵਿਵੇਕ ਬੁੱਧੀ ਨਾਲ ਪਤਾ ਹੈ। ਇੰਜ ਕਰੋ ਤਾਂ ਅਵਗੁਣਾ ਵਾਲਾ ਵਿਸ਼ਟਾ ਵਾਲਾ ਜੀਵਨ ਬਣ ਜਾਂਦਾ ਹੈ, इंज करो तो कीड़ा थाप दे पातशाही वाला मानस जन्म प्राप्त हो जाता है। इस तरह असी करमी आपो अपनी के नेड़े जा वरना के दूर हो जाते हैं। ये विवेक बुद्धि वरतदा है। हाँ जी, हो गया सीक्वेंस जी भी जी, बिल्कुल मेहरबानी। सुखविंदर भी जी। ਹਾਂਜੀ ਵੀਰ ਜੀ, ਜਿਹੜਾ ਹੁਣ ਆਪਾਂ ਅਗਲਾ ਬੰਦ ਦੀ ਵਿਚਾਰ ਕਰ ਰਹੇ ਨੇ ਉਹਦੇ ਵਿੱਚ ਸਤਿਗੁਰੂ ਆਖ ਰਹੇ ਨੇ ਹੁਣ ਸਿਮਰਿਤ ਸ਼ਾਸਤ ਅੰਤ ਨਾ ਜਾਣਾ। ਇਹ ਸਾਨੂੰ ਹੁਣ ਉਹ ਅਵਸਥਾ ਦੱਸ ਰਹੇ ਨੇ ਜਦੋਂ ਅਸੀਂ ਵਿਸਤਾ ਵਿੱਚ ਵਾਸਾ ਕਰ ਰਹੇ ਸਨ। ਉਹ ਅਵਸਥਾ ਬਿਆਨ ਕਰੇ ਵੀ ਉਹ ਅਵਸਥਾ 'ਚ ਕਿਸ ਤਰ੍ਹਾਂ ਸੀ। ਹੁਣ ਤਾਂ ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਨਾ, ਉਸ ਤੋਂ ਪਹਿਲੀ ਵਾਲੀ ਅਵਸਥਾ ਜਦੋਂ ਜਿਸ ਨੂੰ ਕਹਿੰਦੇ ਨਾ ਬਿਨ ਭਗਤੀ ਵਿਸਤਾ ਵਿੱਚ ਵਾਸਾ, ਵਿਸਤਾ ਵਿੱਚ ਫਿਰ ਪਾਏਂਦਾ, ਵਿਸਤਾ ਵਿੱਚ ਫਿਰ ਪਾਏਂਦਾ ਉਸ ਹੀ ਕਹਿ ਰਹੇ ਨੇ ਆਪੇ ਭਰਮ ਭੁਲਾਏਂਦਾ। ਆਪ ਵਿਸਤਾ ਵਿੱਚ ਪਿਆ ਹੋਇਆ ਸੀ ਤੇ ਆਪ ਭਰਮਾਂ ਵਿੱਚ ਪਿਆ ਹੋਇਆ ਸੀ, ਦੂਜਿਆਂ ਨੂੰ ਵੀ ਭਰਮਾਂ ਵਿੱਚ ਭੁਲਾਉਂਦਾ ਪਿਆ ਸੀ, ਦੂਜਿਆਂ ਨੂੰ ਵੀ ਵਿਸਤਾ ਵਿੱਚ ਪਾ ਰਿਹਾ ਸੀ। ਉਹ ਸਾਡੀ ਅਵਸਥਾ ਅਸੀਂ ਕਹਿੰਦੇ ਉਹਦੇ 'ਚ ਕਰਦਾ ਕੀ ਸੀ, ਜਿਹਨੂੰ ਉੱਪਰ ਕਹਿ ਰਹੇ ਨੇ ਬਿਨ ਭਗਤੀ, ਉਹ ਐਕਸਪਲੇਨ ਕਰ ਰਿਹਾ ਹੁਣ ਵੀ ਸਤਿਗੁਰੂ ਦੀ ਭਗਤੀ ਜਿਹੜੀ ਅਵਸਥਾ ਨਾ, ਜਦੋਂ ਅਸੀਂ ਭਗਤੀ ਨਹੀਂ ਕਰਦੇ ਤਾਂ ਅਸੀਂ ਕੀ ਕਰਦੇ ਹੁੰਦੇ, ਉਹਨੂੰ ਭਗਤੀ ਬਿਨ ਭਗਤੀ ਵਾਲੀ ਅਵਸਥਾ ਦੱਸ ਰਹੇ ਨੇ। ਕਹਿੰਦੇ ਜਿਸ ਨੂੰ ਆਪਾਂ ਕੱਲ ਵੀ ਗੱਲ ਕੀਤਾ ਸੀ ਨਾ, ਛੱਡ ਦੁਨੀਆ, ਵੀ ਦੁਨੀਆ ਦੀ ਵਿਚਾਰਧਾਰਾ ਨੂੰ ਛੱਡੋ। ਦੁਨੀਆ ਦੀ ਅਸੀਂ ਕਹਿੰਦੇ ਨੇ ਸਾਡੀ ਜਿਹੜੀ ਦਰ ਦਰਵੇਸੀ ਉਹ ਬੜੀ ਔਖੀ ਗਾਖੜੀ ਹੋ ਜਾਂਦੀ ਕਦੋਂ, ਜਦੋਂ ਚੱਲਾਂ ਦੁਨੀਆ ਪੱਤ। ਦੁਨੀਆ ਜੋ ਸਾਨੂੰ ਇਹ ਦੁਨਿਆਵੀ ਮੱਤ ਦੀ ਗੱਲ ਕਰ ਰਹੇ ਨੇ। ਸਿਮਰਿਤ ਸ਼ਾਸਤ, ਇਹ ਸਤਿਗੁਰੂ ਜੀ ਦੀ ਗੱਲ ਨਹੀਂ ਕਰ ਰਹੇ, ਸਤਿਗੁਰੂ ਵਾਲੀ ਸਿਮਰਿਤ ਸ਼ਾਸਤ ਨਹੀਂ, ਇਹ ਕਰ ਰਹੇ ਨੇ ਜਦੋਂ ਮਨ ਮੂਰਖ ਹੁੰਦਾ ਹੈ, ਅੰਧਾ ਹੁੰਦਾ ਹੈ। ਇਹ ਅੰਧੇ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਨੇ। ਸਾਡਾ ਮਨ ਅੰਧਾ ਕਦੋਂ ਹੁੰਦਾ ਹੈ? ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਏ, ਜਦੋਂ ਅਸੀਂ ਆਪਣੇ ਇੱਕ ਖਸਮ ਨੂੰ ਛੋੜ ਕੇ ਕਹੋ ਨਾਨਕ 100 ਨਾ ਕੀਤੇ ਹੁੰਦੇ ਨੇ। ਉਸ ਨੂੰ ਵੀ ਕਹਿੰਦੇ ਨੇ ਫਲੀਆਂ ਫੁੱਲੀਆਂ ਬੱਪੜੇ ਭੀ ਤਨ ਵਿੱਚ ਸੁਆਹ, ਉੱਪਰ ਜਿਹਨੂੰ ਵਿਸਤਾ ਆਖ ਰਹੇ ਨੇ। ਜਦੋਂ ਅਸੀਂ 100 ਖਸਮ ਬਣਾਏ ਹੁੰਦੇ ਨੇ ਆਪਣੇ ਭਾਵ ਦੁਨੀਆ ਦੀਆਂ ਹਰ ਇੱਕ ਦੀ ਗੱਲ ਅਸੀਂ ਮੰਨ ਲੈਂਦੇ ਹਾਂ। ਦੁਨਿਆਵੀ ਦੁਨੀਆ ਦੀ ਦੇਖੋ ਸਿਮਰਿਤ ਸ਼ਾਸਤ ਅਸੀਂ ਮੰਨਦੇ, ਅਸੀਂ ਕੀ ਮੰਨ ਕੇ ਅੱਜ ਤੱਕ ਸਾਨੂੰ ਕੀ ਸਮਝਾਇਆ ਗਿਆ, ਕੀ ਦੱਸਿਆ ਗਿਆ, ਜੋ ਅਸੀਂ ਸਾਨੂੰ ਸਮਝਾਇਆ ਗਿਆ ਨਾ, ਉਹ ਦੁਨਿਆਵੀ ਸਿਮਰਤੀਆਂ ਸ਼ਾਸਤਰੀਆਂ ਦੇ ਵਿਚਾਰਧਾਰਾ ਨੇ, ਉਹ ਅਸੀਂ ਮੰਨ ਕੇ ਬੈਠੇ ਹੋਏ ਹਾਂ, ਉਹਦਾ ਪ੍ਰਭਾਵ ਅਸੀਂ ਕਬੂਲ ਕਰ ਰਹੇ ਹਾਂ। ਦੇਖੋ ਨਾਲ ਕਹਿ ਰਹੇ ਨੇ, ਕਹਿੰਦੇ ਉਹਦੇ ਨਾਲ ਹੋ ਕੀ ਰਿਹਾ, ਕਹਿੰਦੇ ਨੂੰ ਤੂੰ ਮੂਰਖ ਬਣ ਰਿਹਾ, ਅੰਧਾ ਬਣਿਆ, ਤਤ ਨਾ ਪਛਾਣਾ, ਤਤ ਨਹੀਂ ਪਛਾਣ ਪਾ ਰਿਹਾ। ਕਿਉਂ? ਕਹਿੰਦੇ ਸਿਮਰਿਤ ਸ਼ਾਸਤ ਪੁੰਨ ਪਾਪ ਵਿਚਾਰੇ ਤੱਤ ਹੈ ਸਾਰੋ ਜਾਣਦੇ ਨਹੀਂ, ਤੂੰ ਉਹ ਜਾਣਦੇ ਨਹੀਂ ਸਿਮਰਿਤ ਸ਼ਾਸਤ ਦੀ ਤੱਤ, ਤੇ ਤੂੰ ਕਿੱਥੋਂ ਪਛਾਣੇਗਾ ਤੱਤ ਨੂੰ। ਹੁਕਮ ਪਛਾਣੈ ਸੋ ਏਕੋ ਜਾਣੈ, ਤਤ ਹੁਕਮ ਨੂੰ ਉਹੀ ਪਛਾਣ ਸਕਦਾ ਹੈ, ਤਤ ਨੂੰ ਉਹੀ ਪਛਾਣ ਸਕਦਾ ਜਿਹੜਾ ਏਕੋ ਨੂੰ ਜਾਣਦਾ, ਜਿਹੜਾ ਕਹਿੰਦਾ ਵੀ ਸਭਨਾ ਜੀਆਂ ਕਾ ਇੱਕ ਦਾਤਾ, ਜਿਹਨੂੰ ਕਹਿੰਦਾ ਗੁਣ ਇਹੋ ਹੋਰ ਨਾਹੀ ਕੋਈ।
ਜਿਹੜਾ ਇੱਕ ਖਸਮ ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ ਨਾ, ਉਹੀ ਤੱਤ ਜਾਣ ਸਕਦਾ ਹੈ, ਉਹੀ ਹੁਕਮ ਜਾਣ ਸਕਦਾ ਹੈ। ਹੁਕਮ ਪਛਾਣੈ ਸੋ ਏਕੋ ਜਾਣੈ। ਇੱਥੇ ਕਹਿੰਦੇ ਨੇ ਤੱਤ ਨਾ ਪਛਾਣੈ। ਕੀ ਤੱਤ ਹੁੰਦਾ ਹੈ? ਹੁਕਮ। ਸਤਿਗੁਰੂ ਜੀ ਦੇ ਹੁਕਮ ਕੀ ਹੈ? ਉਹ ਹੈ ਤੱਤ ਸਤਿਗੁਰੂ ਜੀ ਦੀ ਵਿਚਾਰਧਾਰਾ ਤੋਂ ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਪਛਾਣ ਨਹੀਂ ਸਕਦੇ ਜਦੋਂ ਤੱਕ ਅਸੀਂ ਇੱਕ ਨੂੰ ਨਹੀਂ ਜਾਣਦਾਂਗੇ। ਹੁਣ ਅਸੀਂ ਕੀ ਕਰ ਰਹੇ ਹਾਂ? ਇੱਕ ਦੀ ਭਗਤੀ ਤੋਂ ਬਿਨਾਂ ਭਗਤੀ ਕਰ ਰਹੇ ਹਾਂ। ਬਿਨ ਭਗਤੀ ਨੂੰ ਹੀ ਕਹਿ ਰਹੇ ਨੇ ਸਿਮਰਿਤ ਸ਼ਾਸਤ ਅੰਤ ਨਾ ਜਾਣੇ, ਕਿਉਂਕਿ ਤਤੈ ਸਾਰ ਜਾਣਦੇ ਹੀ ਨਹੀਂ ਆ। ਉਹ ਸਤਿਗੁਰੂ ਜੀ ਤੁਹਾਡੀ ਮੱਤ ਦੀ ਜਾਣਦੇ, ਉਹਦੇ ਨਾਲ ਸਾਨੂੰ ਫਲ ਕੀ ਹੋ ਰਿਹਾ? ਇਹਨੂੰ ਕਹਿੰਦੇ ਨੇ ਬੀਜੈ ਬਿਖ, ਤੇ ਤੁਸੀਂ ਵੀ ਬਿਖ ਮੰਗ ਰਹੇ, ਬਿਖ ਬੀਜ ਰਹੇ ਹੋ ਤੇ ਬਿਖ ਹੀ ਪ੍ਰਾਪਤ ਹੋ ਰਿਹਾ। ਇਹਨੂੰ ਕਹਿੰਦੇ ਨੇ ਮੂਰਖ, ਅੰਧਾ। ਅੰਧਾ ਕਿਸ ਨੂੰ ਆਖਦੇ? ਕਹਿੰਦੇ ਨੇ ਅੰਧਾ ਅੰਧੇ ਸੇ ਨਾਨਕਾ ਖਸਮੋ ਕੁੱਥੀ ਜਾਏ। ਮਨ ਅੰਧਾ ਨਾਉ ਸੁਜਾਨ ਹੈ। ਮਨ ਨੂੰ ਅੰਧਾ ਕਹਿੰਦੇ ਨੇ। ਜਦੋਂ ਮਨ ਸਤਿਗੁਰੂ ਜੀ ਦੇ ਨਾਮ ਨੂੰ ਨਹੀਂ ਲੈਂਦਾ, ਦੁਨਿਆਵੀ ਦੁਨੀਆ ਚੱਲਾ, ਦੁਨੀਆ ਪੱਤ ਚੱਲਦਾ ਹੈ, ਦੁਨੀਆ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦਾ, ਮੂਰਖ ਬਣ ਜਾਂਦਾ। ਇਹ ਅੰਧਾ ਉਸ ਨੂੰ ਆਖਦੇ ਨੇ। ਹੁਣ ਉਸ ਅਵਸਥਾ ਵਿੱਚ ਵੀ ਇੱਕ ਪ੍ਰਾਪਤ ਕੀ ਕਰ ਰਿਹਾ? ਦੁਨਿਆਵੀ ਮੱਤ। ਹੁਣ ਉਸੇ ਦੁਨਿਆਵੀ ਮੱਤ ਨੂੰ ਹੀ ਆਪ ਦ੍ਰਿੜ ਕਰ ਰਿਹਾ, ਆਪੇ ਕਰੇ। ਉਹੀ ਦੁਨਿਆਵੀ ਮੱਤ ਵਿੱਚ ਕਰਮ ਕਰ ਰਿਹਾ। ਉੱਪਰ ਵੀ ਕਰਤਾ ਆਪ ਹੈ, ਥੱਲੇ ਵੀ ਕਰਤਾ ਆਪ ਹੈ। ਇਹ ਵਾਲੀ ਸ੍ਰਿਸ਼ਟੀ ਕਿਹੜੀ ਹੈ? ਇਹ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਸ ਸ੍ਰਿਸ਼ਟੀ ਦਾ ਕਰਤਾ ਵੀ ਆਪ ਹੈ, ਕੂੜ। ਲੇਕਿਨ ਇਹ ਸ੍ਰਿਸ਼ਟੀ ਕੂੜ ਹੋ ਗਈ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਕਿਉਂਕਿ ਰਾਜੇ ਨੂੰ ਕੂੜ ਪਸੰਦ ਆ ਰਹੀ ਸੀ। ਇਹ ਉਹ ਵਾਲੀ ਅਵਸਥਾ ਹੈ ਜਦੋਂ ਸਾਨੂੰ ਕੂੜ ਪਸੰਦ ਆਉਂਦੀ ਹੈ, ਜਿਸ ਨੂੰ ਕਹਿੰਦੇ ਨੇ ਦੁਨੀਆ ਦੀ ਮਚਲਾਂ, ਦੁਨੀਆ ਪੱਤ ਪਸੰਦ ਆਉਂਦੀ ਹੈ, ਤਾਂ ਅਸੀਂ ਆਪਣੇ ਅੰਦਰ ਜੋ ਕ੍ਰੀਏਟ ਕਰਦੇ ਹਾਂ ਨਾ, ਉਹ ਵੀ ਕੂੜ ਕ੍ਰੀਏਟ ਕਰਦੇ ਹਾਂ। ਉਹਦੇ ਵਿੱਚ ਕਹਿੰਦੇ ਤੂੰ ਰਾਜਾ, ਤੂੰ ਕੂੜ ਚ ਜੁੜ ਕੇ ਤੂੰ ਖੁਦ ਕੂੜ ਹੋ ਜਾਂਦਾ। ਕੂੜ ਰਾਜਾ ਆਪਣੀ ਪ੍ਰਜਾ, ਆਪਣੇ ਪਰਿਵਾਰ ਨੂੰ ਵੀ ਕੂੜਾ ਕਰ ਦਿੰਦਾ ਤੇ ਸੰਸਾਰ ਨੂੰ ਵੀ ਕੂੜਾ ਕਰਦਾ ਫਿਰ ਵੀ ਤੂੰ ਹੀ ਹੈ। ਪਹਿਲਾਂ ਤੂੰ ਆਪ ਕੂੜ ਵਿੱਚ ਜੁੜਦਾ ਹੈ ਤੇ ਤੂੰ ਹੀ ਸੱਚ ਵਿੱਚ ਜੁੜ ਕੇ ਸਚਿਆਰ ਵੀ ਤੂੰ ਹੀ ਬਣਨਾ। ਸਚਿਆਰ ਬਣ ਕੇ ਫਿਰ ਤੂੰ ਆਪ ਵੀ ਸੱਚਾ ਬਣਦਾ ਹੈ, ਆਪਣੀ ਸ੍ਰਿਸ਼ਟੀ ਵੀ ਸੱਚੀ ਰਚਦਾ ਹੈ ਤੇ ਆਪਣੇ ਜੀਆ ਜਨਤਾ ਨੂੰ ਵੀ ਸੱਚਾ ਕਰ ਦੇਣ ਨੂੰ ਕਹਿੰਦੇ ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਇੱਥੇ ਕੂੜਿਆਰ ਵੀ ਆਪ ਬਣਦਾ ਹੈ ਤੇ ਸਚਿਆਰ ਵੀ ਆਪ ਹੀ ਬਣਦਾ ਹੈ। ਜਦੋਂ ਇਹ ਕੂੜ ਧਾਰਨ ਕਰਦਾ ਹੈ ਤਾਂ ਉਹਦੇ ਵਿੱਚ ਕ੍ਰੀਏਟੀਵਿਟੀ ਵੀ ਕੂੜੀ ਹੀ ਕਰਦਾ ਹੈ, ਕੂੜ ਹੀ ਕ੍ਰੀਏਟ ਕਰਦਾ ਹੈ। ਆਪ ਵੀ ਕੂੜਿਆਰ ਬਣਦਾ ਹੈ ਤੇ ਆਪਣੀ ਸ੍ਰਿਸ਼ਟੀ ਵੀ ਕੂੜਿਆਰ ਕਰਦਾ ਹੈ। ਆਪ ਵੀ ਭਰਮ ਵਿੱਚ ਭੁੱਲਿਆ ਰਹਿੰਦਾ ਤੇ ਆਪੇ ਹੀ ਆਪਣੇ ਸਾਰੇ ਜੀਆਂ ਜਨਤਾ ਨੂੰ ਵੀ ਭਰਮ ਵਿੱਚ ਭੁਲਾਉਂਦਾ ਹੈ। ਜੇ ਉੱਪਰ ਸਾਰਿਆਂ ਨੂੰ ਹੁਕਮ ਵਿੱਚ ਵੀ ਇਹ ਚਲਾਉਂਦਾ ਤੇ ਭਰਮ ਵਿੱਚ ਵੀ ਇਹ ਭੁਲਾਉਂਦਾ। ਇਹ ਰੱਬ ਜੀ ਬਾਰੇ ਨਹੀਂ ਗੱਲ ਚੱਲ ਰਹੀ, ਰੱਬ ਜੀ ਦੀ ਗੱਲ ਨਹੀਂ ਚੱਲ ਰਹੀ। ਰੱਬ ਹੈ ਰੱਬੀ ਹੁਕਮ, ਰੱਬੀ ਵਿਚਾਰਧਾਰਾ, ਰੱਬ ਜੀ ਦੀ ਮੱਤ ਨੂੰ ਰੱਬ ਜੀ ਆਖਦੇ ਨੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ, ਵਾਹ ਵਾਹ ਬਾਣੀ ਨਿਰੰਕਾਰ ਹੈ। ਤੇ ਬਾਣੀ ਕਹਿੰਦੇ ਨੇ ਜਿਹੜੀ ਜੇ ਕੱਚੀ ਬਾਣੀ ਤਾਂ ਸਤਿਗੁਰੂ ਬਾਣੀ ਹੀ ਨਹੀਂ ਮੰਨਦੇ ਨਾ। ਜਿਹੜੀ ਕੁੜਿਆਰ ਬਾਣੀ ਹੈ ਉਸਨੂੰ ਤਾਂ ਸਤਿਗੁਰੂ ਬਾਣੀ ਹੀ ਨਹੀਂ ਮੰਨਦੇ, ਸੱਚੀ ਬਾਣੀ ਹੀ ਨਹੀਂ ਆਖਦੇ। ਸਾਨੂੰ ਵੀ ਸਗੋਂ ਉਸ ਤੋਂ ਤੋੜਦੇ ਨੇ। ਸਾਨੂੰ ਕਹਿੰਦੇ ਨੇ ਤੁਸੀਂ ਉਸਦਾ ਸੰਗ ਨਹੀਂ ਕਰਨਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਤੇ ਸਤਿਗੁਰੂ ਜੀ ਆਪ ਕੱਚੀ ਬਾਣੀ ਨਾਲ ਸਾਡੇ ਮਨ ਨੂੰ ਜੋੜਨਗੇ। ਆਪ ਕਰੇ ਆਪ ਕਰਾਏ ਕਰਤਾ, ਮਤਲਬ ਆਪ ਵੀ ਕੱਚੀ ਬਾਣੀ ਦੇ ਅਸਰ ਹੀ ਤੇ ਰੱਬ ਜੀ ਜੀ ਰਹੇ ਤੇ ਦੂਜੇ ਆਪ ਵੀ ਕਰਤਾ ਬਣ ਕੇ ਦੂਜਿਆਂ ਨੂੰ ਵੀ ਕੱਚੀ ਬਾਣੀ ਨਾਲ ਜੋੜ ਰਹੇ। ਨਹੀਂ, ਜਦੋਂ ਅਸੀਂ ਇਹਦਾ ਅਰਥ ਕਰਤਾ ਕਰਾਂਗੇ, ਜੇ ਰੱਬ ਜੀ ਕਰਾਂਗੇ ਨਾ ਇਹਦਾ ਅਰਥ, ਇਟ ਮੀਨਸ ਕਿ ਰੱਬ ਆਪ ਭਰਮ ਵਿੱਚ ਭੁੱਲਿਆ ਪਿਆ ਹੈ ਤੇ ਆਪ ਵੀ ਭਰਮ ਵਿੱਚ ਭੁਲਾ ਰਿਹਾ। ਇਸ ਨੂੰ ਰੱਬ ਨੂੰ ਵੀ ਸਾਨੂੰ ਫਿਰ ਭਰਮ ਵਿੱਚ ਭੁਲਾਉਂਦਾ ਬੋਲਣਾ ਪਵੇਗਾ। ਜੇ ਇੱਥੇ ਇਸ ਕਰਤੇ ਦੇ ਅਰਥ ਕਰਾਂਗੇ ਨਾ ਪਰਮਾਤਮਾ ਰੱਬ ਜੀ, ਤੇ ਅੱਗੇ ਫਿਰ ਆਪ ਵੀ ਤਾਂ ਕਹਿ ਰਹੇ, ਗੁਰਬਾਣੀ ਕਹਿ ਰਹੀ ਆਪੇ ਭਰਮ ਭੁਲਾਏਗਾ। ਇਟ ਮੀਨਸ ਉਹ ਆਪ ਭਰਮ ਵਿੱਚ ਭੁੱਲ ਰਿਹਾ, ਭੁੱਲਿਆ ਹੈ ਤੇ ਆਪ ਵੀ ਭਰਮ ਵਿੱਚ ਭੁਲਾ ਰਿਹਾ। ਇਟ ਮੀਨਸ ਰੱਬ ਜੀ ਨੂੰ ਵੀ ਸਾਨੂੰ ਭਰਮਾਂ ਵਿੱਚ ਫਸਿਆ ਹੋਇਆ ਦੱਸਣਾ ਪਏਗਾ। ਨੋ, ਇੱਥੇ ਕਹਿ ਰਹੇ ਨੇ ਮਨ ਆਪ ਭਰਮ ਵਿੱਚ ਫਸਿਆ ਹੋਇਆ ਹੈ, ਭਰਮ ਦੇ ਵਿੱਚ ਹੀ ਕਰਮ ਕਰ ਰਿਹਾ ਹੈ ਤੇ ਆਪਣੇ ਸਾਰੇ ਜੀਆਂ ਜਨਤਾ ਨੂੰ, ਪੂਰੀ ਇਸ ਸਰੀਰ ਰੂਪੀ ਦੁਨੀਆ ਨੂੰ ਵੀ ਭਰਮ ਦੇ ਵਿੱਚ ਭੁਲਾ ਰਿਹਾ ਹੈ। ਇਹ ਮਨ ਕਰਤੇ ਦੀ ਗੱਲ ਕਰਦੇ ਆ। ਜੇ ਅਸੀਂ ਕਰਤਾ ਪ੍ਰਮਾਤਮਾ ਜੀ ਕਰਾਂਗੇ ਤਾਂ ਸਾਨੂੰ ਪ੍ਰਮਾਤਮਾ ਨੂੰ ਭਰਮ ਵਿੱਚ ਭੁੱਲਿਆ ਹੋਇਆ ਵੀ ਆਖਣਾ ਪਵੇਗਾ। ਹਾਂਜੀ ਜੀ ਵੀਰ ਜੀ। ਜੀ ਹਰਵਿੰਦਰ ਵੀਰ ਜੀ, ਆਪ ਜੀ ਪਾਠ ਕਰ ਲਓ, ਫਿਰ ਅਸੀਂ ਸਵਾਲ ਜਵਾਬ ਦਾ ਸੈਸ਼ਨ ਆਰੰਭ ਕਰ ਲਾਂਗੇ। ਲੱਖ 84 आप उपाय मानस जग भगत दृढ़ाए बिन भगति
ਬਿਸ਼ਟਾ ਵਿੱਚ ਵਾਸਾ ਬਿਸ਼ਟਾ ਵਿੱਚ ਫਿਰ ਪਾਇੰਦਾ ਕਰਮ ਹੋਵੇ ਗੁਰ ਭਗਤ ਦ੍ਰਿੜਾਏ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ कराए करता जो पावे तिवें चलाइंदा सिमृत शासत अंत न जानन मूरख अंधा तत न पछाणै आपे करे कराए करता आपे परम भुलाइंदा वाहिगुरु जी का खालसा वाहिगुरु जी की फतेह। वाहिगुरु जी की फतेह ਵੀਰ ਜੀ। ਭੁਪਿੰਦਰ ਵੀਰ ਜੀ, ਇੱਕ ਨਾ ਸ਼ਬਦ ਦੀ ਵਿਚਾਰ ਹੋਈ ਸੀਗੀ 3-4 ਦਿਨ ਪਹਿਲੇ। ਆਪ ਜੀ ਉਸ ਦਿਨ ਸਾਂਝ ਨਹੀਂ ਪਾ ਪਾਏ ਸੀਗੇ ਤੇ ਕਈ ਵੀਰਾਂ ਦੀ, ਇੱਕ ਤੇ ਸੰਜੀਵ ਵੀਰ ਜੀ ਹੈਗੇ ਨੇ ਕੈਨੇਡਾ ਤੋਂ, ਉਹਨਾਂ ਦੀ ਵੀ ਕੁਐਸਚਨ ਆਇਆ ਸੀਗਾ ਕਿ ਤੁਹਾਡੇ ਤੋਂ ਵਿਚਾਰ ਲੈਣੀ ਹੈ ਦੁਬਾਰਾ। ਭੁਪਿੰਦਰ ਵੀਰ ਜੀ ਸਕਰੀਨ ਤੇ ਹੈਗਾ ਵੀਰਾ ਕਰ ਰਹੇ ਉਹ ਸੁਖਿੰਦਰ ਵੀਰ ਜੀ, ਉਹ ਸਾਰੇ ਵੀਰ ਜੀ ਵਿਚਾਰ ਦੇ ਚੁੱਕੇ ਸਨ, ਲੇਕਿਨ ਉਹ ਚਾਹ ਰਹੇ ਸਨ ਕਿ ਆਪ ਜੀ ਵਿਚਾਰ ਦੇ ਦਿਓ ਭੁਪਿੰਦਰ ਵੀਰ ਜੀ ਸ਼ਬਦ ਦੇ ਬਾਬਤ। ਪਰਮਜੀਤ ਅੰਕਲ ਦਾ ਕੁਐਸਚਨ ਸੀਗਾ। ਭੁਪਿੰਦਰ ਵੀਰ ਜੀ ਆਪ ਜੀ ਹੈਗੇ ਹੋ ਨਾਲ? ऑडियो नहीं सी ऑन, आई एम सॉरी जी जी। वीरा बेराए वीर से लेकर आपने बहन बिरह जल जाए बाबुल के कर बेटड़ी बाली बालने जे लोड़े वर कामनी सतगुर से मैती बिरलो ज्ञानी बूझणो सतगुर साच मिले ठाकुर हाथ उड़ाइया जय पावे दे बाणी बिरलो विचारसी जे को गुरमुख होए। ਉਹਨਾਂ ਦਾ ਇਹਦੇ ਵਿੱਚ ਸਵਾਲ ਸੀਗਾ ਪਰਮਜੀਤ ਅੰਕਲ ਦਾ, ਮੈਂ ਉਹਨਾਂ ਦੀ ਆਡੀਓ ਵੀ ਵੈਸੇ ਔਨ ਕਰਤੀ ਹੈ, ਕਿ ਇਹਦੇ ਵਿੱਚ ਬਾਰ-ਬਾਰ ਜਿਹੜਾ ਜ਼ਿਕਰ ਆ ਰਿਹਾ ਵੀਰਾ, ਉਹ ਕਿਸ ਬਾਬਤ ਹੈਗਾ? ਕੋਈ ਕਿਸੇ ਦਾ ਨਾਂ ਹੈਗਾ ਜਾਂ ਕਿਸ ਬਾਬਤ ਹੈਗਾ ਉਹ ਵੀਰਾ? ਉਸ ਬਾਬਤ ਉਹ ਵਿਚਾਰ ਉਹਨਾਂ ਨੇ ਉਸ ਦਿਨ ਮੰਗੀ ਸੀ। ਦੇਖੋ ਮੋਸਟਲੀ ਮੈਨੂੰ ਕੀਰਤਨ ਸੁਣਨ ਦਾ ਚਾਂਸ ਮਿਲਿਆ ਜਦੋਂ ਕਦੇ ਕੋਈ ਮਰ ਜਾਂਦਾ ਹੈ ਨਾ, ਤਾਂ ਜਿਸ ਤਰ੍ਹਾਂ ਬਾਬਾ ਬੋਲਤੇ ਤੇ ਕਹਾਂ ਗਏ ਉਹ ਸ਼ਬਦ ਪੜਿਆ ਜਾਂਦਾ ਹੈ, ਤਾਂ ਇਸ ਤਰ੍ਹਾਂ ਉਹ ਸ਼ਬਦ ਵੀ ਫਿਰ ਇੰਝ ਹੀ ਲੱਗਦਾ ਵੀ ਜਿਹੜਾ ਬੰਦਾ ਮਰ ਗਿਆ ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਇੰਝ ਹੀ ਇਹ ਸ਼ਬਦ ਵੀ ਮੋਸਟਲੀ ਨਾ ਡੈਥ ਵੇਲੇ ਪੜਿਆ ਜਾਂਦਾ ਹੈ, ਤਾਂ ਲੋਕਾਂ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਕੋਈ ਡੈਥ ਬਾਰੇ ਗੱਲ ਚੱਲ ਰਹੀ ਹੈ। ਤੇ ਇਹ ਦਰਅਸਲ ਜਿਹੜਾ ਮਨ ਸਿੱਧੇ ਪਾਸੇ ਪੈ ਗਿਆ ਨਾ, ਉਹਦੀ ਮੱਤ ਵੀ ਹੁਣ ਸਿੱਧੇ ਪਾਸੇ ਪੈਣਾ ਚਾਹੁੰਦੀ ਹੈ। ਸੁਰਤ ਮਤ ਬੁੱਧ ਨਾ ਉਹ ਮਨ ਨੂੰ ਆਵਾਜ਼ ਮਾਰ ਰਹੀ ਹੈ। ਪਹਿਲਾਂ ਮਨ ਕੋ ਮੱਤ ਵਿੱਚ ਸੀ, ਵੀਰਾ ਕਰ ਰਹੀ, ਵੀਰ ਪਏ ਬਹਿਰਾਏ। ਬਹਿਰਾਏ ਮੀਨਸ, ਹੁਣ ਬਹਿਰਾਏ ਦਾ ਅਰਥ ਸਾਨੂੰ ਦੂਜੀ ਪੰਕਤੀ ਤੋਂ ਮਿਲੇਗਾ ਕਿ ਪੋਜ਼ਿਟਿਵ ਸੈਂਸ ਵਿੱਚ ਕਹਿ ਰਹੇ ਨੇ ਵੀਰ ਚਲੇ ਘਰ ਆਪਣੇ। ਵੀਰ ਚਲੇ ਘਰ ਆਪਣੇ ਦਾ ਮਤਲਬ ਹੈ ਮਨ ਨਿਜ ਘਰ ਦੇ ਅੰਦਰ ਚਲਾ ਗਿਆ, ਮਨ ਨੇ ਗੁਰ ਤੇ ਮਹਿਲ ਪ੍ਰਾਪਤੇ ਕਰ ਲਿਆ। ਜਦੋਂ ਮਨ ਨੇ ਗੁਰ ਤੇ ਮਹਿਲ ਪ੍ਰਾਪਤੇ ਕਰ ਲਿਆ ਤਾਂ ਬਹਿਣ ਬਿਰਹਿ ਜਲ ਜਾਏ। ਹੁਣ ਉਹਦੀ ਜਿਹੜੀ ਮੱਤ ਹੈ ਨਾ, ਅਸੀਂ ਉਹਨੂੰ ਮੱਤ ਕਹਿ ਸਕਦੇ ਹਾਂ, ਸੁਰਤ ਕਹਿ ਸਕਦੇ ਹਾਂ, ਬੁੱਧੀ ਕਹਿ ਸਕਦੇ ਹਾਂ, ਇਹ ਸਿਰਫ ਲਫ਼ਜ਼ ਹੀ ਹਨ। ਉਹ ਇਹ ਬਿਰਹਾ ਕਰਦੀ ਹੈ ਕਿ ਵੀ ਤੂੰ ਤੇ ਰੱਬ ਜੀ ਨਾਲ ਮਿਲ ਗਿਆ ਤੇ ਮੈਂ ਵੀ ਤੇ ਮਿਲਣਾ ਚਾਹੁੰਦੀ ਹਾਂ ਨਾ। ਉਹ ਇਸ ਬਿਰਹਾ 'ਚ ਜਲ ਰਹੀ ਹੈ ਕਿ ਮੈਨੂੰ ਵੀ ਰੱਬ ਨਾਲ ਮਿਲਣਾ ਚਾਹੀਦਾ ਹੈ। ਉਹ ਵੀਰ ਨੂੰ ਆਵਾਜ਼ ਮਾਰਦੀ ਹੈ, ਮਨ ਨੂੰ ਕਹਿ ਰਹੀ ਹੈ ਵੀਰਾ ਕਰ ਰਹੀ। ਪਹਿਲਾ ਮਨ ਕੀ ਮੱਤ ਵਾਲਾ ਸੀ, ਉਸ ਵੇਲੇ ਮੱਤ ਸਾਰੇ ਉਹਦੇ ਨਾਲ ਅਲਾਈਨਡ ਸਨ, ਇਹ ਸਾਰੇ ਰਲ ਕੇ ਖੁਸ਼ ਸਨ। ਪਰ ਮਨ ਕਿਉਂਕਿ ਸਤਿਗੁਰ ਦੀ ਮੱਤ ਲੈ ਗਿਆ, ਨਿਜ ਘਰ ਚਲਾ ਗਿਆ, ਹੁਣ ਮੱਤ ਵੀ ਦੇਖ ਰਹੀ ਹੈ ਕਿ ਉਹ ਤੇ ਮੇਰਾ ਇੱਕ ਕਿਸਮ ਦਾ ਬੈਰਾਗੀ ਹੋ ਗਿਆ, ਮੇਰੇ ਤੋਂ ਬੇਗਾਨਾ ਹੋ ਗਿਆ।
ਹੁਣ ਨਾ ਮਤ ਨੂੰ ਅੱਗੇ ਗੱਲ ਸਮਝ ਆ ਰਹੀ ਆ। ਬਾਬੁਲ ਕੇ ਘਰ ਬੇਟੜੀ ਬਾਲੀ ਬੈਲ ਬਾਲੇ ਨੇ। ਬਾਬੁਲ ਕੇ ਘਰ ਬੇਟੜੀ ਨਾ ਅਸੀਂ ਇੱਕ ਸੈਮੀਨਾਰ ਕੀਤਾ ਸੀ ਪੇਕਾ ਸਹੁਰਾ। ਪੇਕਾ ਸਹੁਰਾ ਸੈਮੀਨਾਰ ਵਿੱਚ ਅਸੀਂ ਸਮਝੇ ਸੀ ਕਿ ਦੁਨਿਆਵੀ ਤੌਰ ਤੇ ਕੁੜੀ ਆਪਣੇ ਘਰ ਹੁੰਦੀ ਹੈ ਤਾਂ ਉਹਨੂੰ ਪੇਕਾ ਕਹਿੰਦੇ ਨੇ, ਦੁਨਿਆਵੀ ਤੌਰ ਤੇ ਉਹ ਵਿਆਹ ਕੇ ਸਹੁਰਿਆਂ ਦੇ ਘਰ ਚਲੇ ਜਾਂਦੇ ਨੂੰ ਸਹੁਰਾ ਕਹਿੰਦੇ ਨੇ। ਪਰ ਸਾਰੀ ਦੁਨੀਆ ਵਾਸਤੇ ਉਹ ਭਾਵੇਂ ਜਿਸ ਮਰਜ਼ੀ ਜੈਂਡਰ ਦੇ, ਜਿਸ ਮਰਜ਼ੀ ਏਜ ਦੇ ਨੇ, ਜੇ ਉਹ ਇਨਸਾਨ ਚੰਗੇ ਗੁਣ ਸਿੱਖਦਾ ਹੈ ਜਿਸ ਮਰਜ਼ੀ ਉਮਰ ਵਿੱਚ, ਉਹਨੂੰ ਪੇਕਾ ਘਰ ਦੀ ਅਵਸਥਾ ਕਹਿੰਦੇ ਨੇ। ਅਤੇ ਚੰਗੇ ਗੁਣਾਂ ਨੂੰ ਅਪਲਾਈ ਕਰਕੇ ਜਦੋਂ ਵਨੈਸ ਵਿਦ ਰੱਬ ਪ੍ਰਾਪਤ ਕਰਦਾ ਹੈ ਨਾ, ਇਹਨੂੰ ਸਹੁਰਾ ਘਰ ਦੀ ਅਵਸਥਾ ਕਹਿੰਦੇ ਨੇ, ਇਹਨੂੰ ਪੇਕੇ ਸਹੁਰੇ ਕਹਿੰਦੇ ਨੇ। ਹੁਣ ਬਾਣੀ ਚ ਕਹਿੰਦੇ ਨੇ ਬਾਣੀ ਚ ਆਉਂਦਾ ਹੈ ਤੇਈ ਅੜੈਸ਼ੋ ਸੇਵ ਤੂੰ ਸੌਰੜੇ ਸੁਖਵਾਸ, ਤੇਈ ਅੜੈਸ਼ੋ ਸੇਵ ਤੂੰ ਸੌਰੜੇ ਸੁਖਵਾਸ। ਪਰ ਉਹ ਪੇਕੇ ਕੀ ਕਰਦੀ ਸੀ ਉਹ ਗੱਲ ਦੱਸ ਰਹੇ। ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੇ ਨੇ। ਬਾਲੀ ਬਾਲੇ ਨੇ ਕੀ ਹੁੰਦਾ ਹੈ? ਉਹਦਾ ਨਾ ਧਿਆਨ ਕਿਹਦੇ ਵਿੱਚ ਹੈ? ਉਹ ਹੁੰਦਾ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਓ ਹੂੰ ਇੰਨੀ ਟੋਲੀ ਭੁੱਲੀਅਸ ਇਸ ਕੰਤ ਨਾ ਬੈਠੀ ਪਾਸ ਜਿਓ। ਮੈਂ ਤੇ ਸਹੁਰੇ ਘਰ ਦੀ ਅਵਸਥਾ ਮਾਣੀ ਨਹੀਂ, ਮੈਂ ਆਪਣੇ ਖਸਮ ਨੂੰ ਮਾਣਿਆ ਹੀ ਨਹੀਂ, ਰੱਬ ਜੀ ਨੂੰ ਮਾਣਿਆ ਹੀ ਨਹੀਂ, ਵਿਜ਼ਡਮ ਨੂੰ ਮਾਣਿਆ ਹੀ ਨਹੀਂ। ਕਿਉਂਕਿ ਮੈਂ ਤੇ ਮਨ ਕੀ ਮਤ ਦੇ ਇਹ ਸਵਾਦਾਂ ਚ ਹੀ ਰਹਿ ਗਈ। ਉਹ ਇੰਨੀ ਟੋਲੀ ਭੁੱਲੀਅਸ ਨਾ। ਬਾਲੀ ਬਾਲੇ ਨੇ ਕੀ ਹੈ? ਉਹ ਅਵਸਥਾ ਜਿਸ ਅਵਸਥਾ ਚ ਉਹਨੂੰ ਚੰਗੇ ਗੁਣ ਦੀ ਮੱਤ ਲੈਣੀ ਚਾਹੀਦੀ ਸੀ, ਪਰ ਉਹ ਬਾਹਰਲੀਆਂ ਚੀਜ਼ਾਂ ਵਿੱਚ ਭਾਵ ਬਚਕਾਨਾ ਬਿਰਤੀ ਵਿੱਚ ਹੀ ਰਹਿ ਗਈ। ਹੁਣ ਉਹਨੂੰ ਕਹਿ ਰਹੇ ਨੇ ਜਿਹਨੇ ਵੀਰਾ ਵੀਰਾ ਆਖਿਆ ਸੀ ਨਾ, ਜਿਸਨੇ, ਉਹਨੂੰ ਹੀ ਕਹਿ ਰਹੇ ਨੇ ਜੇ ਲੋੜ ਹੈ ਵਰ ਕਾਮਣੀ ਹਾਜਾ ਤੂੰ ਵੀ ਸਤਿਗੁਰ ਸੇਵ ਹੈ ਤੇ ਤੂੰ ਵੀ ਸਤਿਗੁਰ ਦੀ ਮੱਤ ਲੈ ਲੈ। ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਥ ਮਿਲੇ। ਜਦੋਂ ਤੂੰ ਸਤਿਗੁਰ ਦੀ ਮੱਤ ਲੈ ਲੋ ਤਾਂ ਗਿਆਨੀ ਵੀ ਹੋ ਜਾਈਦਾ ਮਨ ਕੀ ਅਵਸਥਾ ਵੱਲੋਂ, ਤੇ ਮਤ ਵੀ ਗਿਆਨ ਪ੍ਰਾਪਤ ਕਰ ਲੈਂਦੀ ਹੈ ਤੇ ਅਸੀਂ ਬਿਰਲੇ ਬਣ ਜਾਂਦੇ ਹਾਂ। ਸਤਿਗੁਰ ਦੀ ਮਤ ਲੈ ਕੇ ਸੱਚ ਨਾਲ ਮਿਲਾਪ ਹੋ ਜਾਂਦਾ ਹੈ। ਠਾਕੁਰ ਆਤ ਵਡਿਆਈਆਂ ਵਡਾਈਆਂ ਜੈ ਭਾਵੇ ਤਦੇ, ਜਿਸ ਨੂੰ ਇਹ ਮਤ ਪਸੰਦ ਹੈ, ਠਾਕੁਰ ਭਾਵ ਮਨ ਦੀ ਸਟੇਬਲ ਅਵਸਥਾ, ਉਹ ਵਾਲੀ ਮਤ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ, ਜੇ ਕੋਈ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਨੂੰ ਸਮਝ ਲਿਓ, ਵਿਰਲਾ ਬਣ ਜਾਂਦਾ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਨਿਜ ਕਰ ਦੇ ਅੰਦਰ ਰੱਬ ਜੀ ਰਹਿੰਦੇ ਨੇ, ਰੱਬ ਜੀ ਨੂੰ ਪੁਰਖ ਕਹਿੰਦੇ ਨੇ, ਸਤਪੁਰਖ ਕਹਿੰਦੇ ਨੇ, ਰੱਬ ਜੀ ਨੂੰ ਮਹਾਂਪੁਰਖ ਕਹਿੰਦੇ ਨੇ। ਪਰ ਰੱਬ ਜੀ ਦੇ ਨਾਲ ਮਤ ਦੇ ਨਾਲ ਮਰਜ ਹੋ ਕੇ ਮਨ ਵੀ ਮਹਾਂਪੁਰਖ ਬਣ ਗਿਆ। ਉਹਨੇ ਆਪਣੀ ਸੁਮਤ ਉਹਨੂੰ ਦਿੱਤੀ। ਕਿਹਨੂੰ ਦਿੱਤੀ? ਜਿਹੜੀ ਪਹਿਲਾਂ ਕਰੂਪ ਕੁਜਾਤ ਕੁਲੱਖਣੀ ਸੀ ਨਾ, ਅਬ ਕੀ ਸਰੂਪ ਸੁਜਾਨ ਸੁਲੱਖਣੀ ਵਾਲੀ ਮਤ ਦਿੱਤੀ ਉਹਨੂੰ। ਸਾਡੇ ਸਭ ਦੀ ਜਿਹੜੀ ਮਤ ਹੁੰਦੀ ਹੈ ਨਾ, ਉਹ ਸਾਡੀ ਪਤਨੀ ਹੁੰਦੀ ਹੈ। ਉਹਨੂੰ ਘਰ ਕੀ ਨਾਰ ਕਹਿੰਦੇ ਨੇ, ਉਹਨੂੰ ਘਰ ਕੀ ਗੀਹਨ ਕਹਿੰਦੇ ਨੇ। ਹੁਣ ਉਹ ਇੱਥੇ ਕਾਮਣ ਹੁਣ ਵਿਆਹ ਕਰਾਉਣ ਜੋਗੀ ਹੋ ਗਈ। ਜਦੋਂ ਗਿਆਨ ਰਾਵ ਜਬ ਸੇਜਾ ਆਵੇ ਤਾਂ ਨਾਨਕ ਭੋਗ ਰਹੀ। ਉਹ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਬਾਣੀ ਨਿਜ ਕਰ ਦੀ ਹੈ ਤੇ ਨਿਜ ਕਰ ਅੰਦਰ ਵਾਸ ਦਾ ਮਤਲਬ ਹੁਣ ਅੰਦਰ ਗੁਰ ਤੇ ਮਹਿਲ ਪ੍ਰਾਪਤੇ ਹੋ ਗਿਆ, ਰੱਬ ਜੀ ਨਾਲ ਵਾਸ ਹੋ ਗਿਆ, ਨਿਜ ਕਰ ਅੰਦਰ ਵਸ ਗਿਆ। ਇਹ ਉਸ ਮਨ ਦੀ ਅਵਸਥਾ ਹੈ ਜਿਸ ਮਨ ਦੀ ਸੁਰਤ ਮਤ ਬੁੱਧ ਵੀ ਸਿੱਧੇ ਪਾਸੇ ਪੈ ਗਈ। ਉਹਨੂੰ ਕਹਿੰਦੇ ਨੇ ਅਸਾਂ ਵੀ ਉੱਥੇ ਜਾਣਾ। ਸਾਹਿਬ ਸੰਭਾਲੇ ਪੰਥ ਨਿਹਾਲ ਹੈ, ਅਸਾਂ ਵੀ ਉੱਥੇ ਜਾਣਾ। ਹੁਣ ਇਹ ਪਹਿਲਾਂ ਉਹ ਦੋਨੋਂ ਅਲੱਗ-ਅਲੱਗ ਹੁੰਦੇ ਨੇ, ਮੀਨਸ ਡਿਸਟਰੈਕਟ ਹੋ ਗਏ। ਸਭ ਤੋਂ ਪਹਿਲੀ ਅਵਸਥਾ ਸੀ ਜਿਸ ਪਾਸੇ ਮਨ ਭੈੜੇ ਪਾਸੇ, ਉਸ ਪਾਸੇ ਮਤ ਭੈੜੇ ਪਾਸੇ, ਸੁਰਤ ਮਤ ਬੁੱਧ ਸਾਰੇ ਭੈੜੇ ਪਾਸੇ ਨੇ। ਮਨ ਨੇ ਨਿਜ ਘਰ ਦਾ ਮੈਸੇਜ ਲੈ ਲਿਆ, ਮਨ ਆਪਣੇ ਘਰ ਚਲਾ ਗਿਆ, ਹੁਣ ਮਤ ਵੀ ਆਪਣੇ ਘਰ ਜਾ ਰਹੀ ਹੈ। ਕਿੰਨਾ ਸਿੰਪਲ ਮੈਸੇਜ ਸਮਝਾਇਆ ਕਿ ਕਿਸ ਤਰ੍ਹਾਂ ਫਿਰ ਸਾਰੇ ਅੰਗ ਵੀ ਜਿਹੜੇ ਡਿਸਟਰਬ ਹੁੰਦੇ ਨੇ ਨਾ, ਉਹਨਾਂ ਨੂੰ ਵੀ ਕਿਹਾ, ਉਹਨੂੰ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ। ਸਾਰੇ ਅੰਗਾਂ ਨੂੰ ਵੀ ਕਿਹਾ ਦੇਖੋ ਤੁਸੀਂ ਵੀ ਮਨ ਜੀ ਦੇ ਨਾਲ ਮਿਲ ਜਾਓ ਔਰ ਨਿਜ ਘਰ ਦੀ ਸੰਗਤ ਲੈ ਲਵੋ, ਦੁਬਦਾ ਦੂਰ ਕਰੋ ਲਿਵਲਾਏ, ਸਾਰੇ ਆ ਜਾਓ। ਸਾਰੇ ਅੰਗਾਂ ਨੂੰ ਵੀ ਇਨਵਾਈਟ ਕੀਤਾ ਗਿਆ ਹੈ। ਸੋ ਕਈ ਵਾਰੀ ਕੀ ਹੁੰਦਾ ਹੈ, ਅਸੀਂ ਬਾਹਰਲੇ ਅੱਖ ਨੱਕ ਕੰਨ ਕਰਕੇ ਸਰੀਰ ਕਰਕੇ ਹੈਲਦੀ ਹੁੰਦੇ ਹਾਂ, ਪਰ ਸਾਡਾ ਥਾਟ ਪ੍ਰੋਸੈਸ ਕਮਜ਼ੋਰ ਹੁੰਦਾ ਹੈ। ਤਾਂ ਵੀ ਤੇ ਅਸੀਂ ਜੀਓ ਮਹਿਲੇ ਬਾਹਰੋਂ ਨਿਰਮਲ ਬਣ ਗਏ ਨਾ, ਤਾਂ ਵੀ ਅਸੀਂ ਜੀਓ ਨਿਰਮਲ ਬਾਹਰੋਂ ਨਿਰਮਲ ਨਹੀਂ ਬਣ ਪਾਏ। ਸੋ ਇਹ ਅਵਸਥਾ ਜੀਓ ਨਿਰਮਲ ਬਾਹਰੋਂ ਨਿਰਮਲ ਵਾਲੀ ਹੋ ਗਈ ਔਰ
सच नाल मर जूगे, निजकारी च वास हो गया, सदीवी घर मिल गया और रब जी नाल विआह हो गया। मैं स्पॉन्टेनियस इस तरह ट्राई कर रहा क्योंकि ये शब्द काफ़ी प्रचलित है और डैथ ते पढ़िया जाता है और शरीरक डैथ दे नाल और आत्मा दे जान की गल इहदे च कीती जाती है। मैनू इहदे चों ये समझ आया जी। जी वी जी, थैंक्स अ लॉट।